ਜੇ ਮਾਂ ਪਿਓ ਨਾਲ ਤੁਰ ਪਏ ਤੇ ਤੁਹਾਡਾ ਮਹਾਰਾਜ ਤੁਰ ਪਿਆ, ਜੇ ਅਕਾਲ ਪੁਰਖ ਤੁਰ ਪਿਆ ਤੇ ਫਿਰ ਅਗਲੀ ਗੱਲ ਤਾਂ ਮਸਲਾ ਹੀ ਕੋਈ ਨਹੀਂ। ਜਦੋਂ ਨਵੇਂ ਆਏ ਸੀ ਤੇ ਇੱਕੋ ਹੀ ਅਰਦਾਸ ਕਰਕੇ ਤੁਰਿਆ ਕਿ ਵਾਹਿਗੁਰੂ ਜਦੋਂ ਭਾਵੇਂ ਲੇਟ ਹੋਵੇ ਜੋ ਹੋਵੇ, ਭਾਵੇਂ ਘੱਟ ਹੋਵੇ ਜੋ ਹੋਵੇ, ਪਰ ਮਾੜੇ ਵਾਹ ਨਾ ਪਾਈ ਕਿ ਕਿਸੇ ਮਾੜੇ ਚੱਕਰ 'ਚ ਨਾ ਕਿਸੇ ਮਾੜੇ ਇਨਸਾਨ ਨਾਲ ਕੋਈ ਕੰਮ ਦੇ ਪ੍ਰਤੀ ਰਿਲੇਸ਼ਨ ਨਾ ਬਣਾਈ। ਤੇ ਉਹ ਅਕਾਲ ਪੁਰਖ ਦੀ ਮਿਹਰ ਹੈ ਜੀ। ਤੁਹਾਨੂੰ ਲੱਗਦਾ ਹੈ ਕਿ ਟਾਈਮ ਦੇ ਨਾਲ ਹਰ ਚੀਜ਼ ਦਾ ਟੇਸਟ ਜਿਹੜਾ ਬਦਲ ਜਾਂਦਾ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਪੁਰਾਣੀ ਚੀਜ਼ਾਂ ਨੂੰ ਲੋਕੀ ਪਸੰਦ ਕਰਦੇ? ਕੁਛ ਨਹੀਂ ਬਦਲਦਾ। ਹਾਂ, ਜੇ ਅੱਜ ਟਰੈਪ ਹਿਪ ਹੌਪ ਚੱਲ ਰਿਹਾ ਵਾ ਤੇ ਬਾਕੀ ਚੀਜ਼ਾਂ ਦੀ ਉਨੀ ਜਗ੍ਹਾ ਹੈ। ਜੇ ਅੱਜ ਦੇ ਟਾਈਮ 'ਚ ਸਤਿੰਦਰ ਵਰਗੇ ਆਰਟਿਸਟ ਦਾ ਹੱਸਦੇ ਹੀ ਰਹਿੰਦੇ ਆ, ਸੁਪਰ ਡੁਪਰ ਹਿੱਟ ਆ, ਤੇ ਕੁਛ ਨਹੀਂ ਬਦਲਦਾ। ਪਰਮੇਸ਼ ਉਹਨਾਂ ਦੀ ਇੱਥੇ ਗੱਲ ਹੋਈ ਹੈ। ਪਰਮੇਸ਼ ਨਾਲ ਤੁਹਾਡਾ ਖਾਸਾ ਪਿਆਰ ਦੇਖਣ ਨੂੰ ਜਿਹੜਾ ਮਿਲਦਾ, ਇਹ ਕਿਵੇਂ ਤੁਸੀਂ ਮਿਲੇ ਹੋ, ਕਿਵੇਂ ਕੰਮ ਕਰਨ ਦਾ ਅੱਗੇ ਸਬਬ ਜਿਹੜਾ ਬਣਿਆ, ਜਾਂ ਕੰਮ ਦੇ ਥਰੂ ਪਹਿਲਾ ਕੰਮ ਜਿੱਦਾਂ ਕੀਤਾ ਹੋਏਗਾ ਓਬਵੀਅਸਲੀ, ਹੈ ਨਾ, ਉਦੋਂ ਮਿਲੇ ਹੋਗੇ, ਬਟ ਇਹ ਕਿੱਦਾਂ ਇੰਨਾ ਗੂੜਾ ਜਿਹੜਾ ਇੱਕ ਬੌਂਡ ਬਣ ਚੁੱਕਿਆ ਹੈ ਹੁਣ? ਮਤਲਬ ਤੁਸੀਂ ਜਿਹੜੀ ਚੀਜ਼ ਬਹੁਤ ਵੱਡੇ ਸਕੇਲ ਤੇ ਕਰ ਨਹੀਂ ਰਹੇ, ਉਹਦੇ ਬਾਰੇ ਬਹੁਤ ਵੱਡੇ ਤੁਸੀਂ ਉਹ ਸਟੇਟਮੈਂਟਸ ਵੀ ਨਹੀਂ ਦੇ ਸਕਦੇ। ਸੋ ਮੈਂ ਇੱਕ ਕਲਾਕਾਰ ਹਾਂ, ਮੈਂ ਜਿੰਨੀ ਕੁ ਚੀਜ਼ ਕਰ ਸਕਦਾ ਮੈਂ ਉਨੀ ਕੀ ਕਹਿ ਸਕਦਾ ਹਾਂ। ਹੋਣ ਨੂੰ ਤੇ ਸਾਰਾ ਬਹੁਤ ਕੁਝ ਹੋਣਾ ਚਾਹੀਦਾ ਹੈ, ਪਰ ਸਮਾਜ ਹੈ ਇਹਦੇ ਨੈਗੇਟਿਵ ਪੋਜ਼ੀਟਿਵ ਐ ਹੀ ਨੇ। ਮੇਰਾ ਭਾਜੀ ਕਾਰਜ ਨਾਲ ਬੜਾ ਵਧੀਆ ਪਿਆਰ ਆ। ਉਹਨਾਂ ਉਦੋਂ ਲੱਗੇ ਸੀਗੇ 4-5 ਆਪਣੀ ਇੰਡਸਟਰੀ ਦੇ ਰਾਈਟਰ, ਉਹ ਐਂਡ ਤੇ ਇੱਕ ਉਹਨਾਂ ਨੇ ਪਾਇਆ ਵਾ, ਇੱਕ ਨਾ ਵੌਇਸ ਓਵਰ ਆ ਭਾਜੀ ਮਾਨਵ ਦਾ, ਤੇ ਇੱਦਾਂ ਇਕੱਠੇ ਸੀ ਮੈਂ ਤੇ ਭਾਜੀ ਕਰਦੇ ਕਿਤੇ ਭਾਜੀ ਕੁਛ ਕਰ ਰਹੇ ਸੀ, ਤੇ ਭਾਜੀ ਕਹਿੰਦੇ ਯਾਰ ਆ ਕੋਸ਼ਿਸ਼ ਕਰ ਤੂੰ ਵੀ ਲਿਖਣ ਦੀ ਕਿ ਫਲਾਨਾ ਆਰਟਿਸਟ ਲੱਗੇ ਹੋਏ ਨੇ ਪਰ ਗੱਲ ਜੀ ਨਹੀਂ ਬਣ ਰਹੀ। ਤੇ ਮੈਂ ਕਿਹਾ ਭਾਈ ਮੈਂ ਕੋਸ਼ਿਸ਼ ਕਰਦਾ। ਚਲੋ ਮੈਂ ਉੱਤੇ ਕੋਸ਼ਿਸ਼ ਕੀਤੀ, ਮੈਂ ਭੇਜਤਾ, ਭਾਈ ਕਹਿੰਦੇ ਡਾਨੇ ਪਾਉਂਦੇ ਆ। ਹੁਣ ਉਹ ਐਂਡ ਤੇ ਜਦੋਂ ਮੈਂ ਦੇਖਿਆ ਉਹ ਮਾਨਵ ਭਾਈ ਦੀ ਵੋਕਲ 'ਚ ਹੈ ਨਾ, ਤੇ ਹੁਣ ਉਹ 17 'ਚ ਉਹ ਬੰਦੇ ਨੂੰ ਸੀਗਾ ਕਿ ਯਾਰ ਤੂੰ ਚਲੋ ਨਵਾਂ ਆ ਜੋ ਵੀ ਆ ਪਰ ਤੂੰ ਸੋਹਣਾ ਲਿਖਦਾ। ਹੁਣ ਜਦੋਂ ਉਹਨਾਂ ਨੇ ਬੋਲਿਆ ਹੋਊਗਾ ਇਹਨਾਂ ਨੂੰ ਪਤਾ ਨਹੀਂ ਹੋਊਗੀ ਉਸੇ ਮੁੰਡੇ ਦਾ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਐਂਡ ਬਾਲੀਵੁੱਡ ਤੜਕਾ ਪੰਜਾਬੀ। ਮੈਂ ਹਾਂ ਤੁਹਾਡਾ ਨਾਲ ਨੇਹਾ ਮਨਹਾਸ, ਔਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬਹੁਤ ਹੀ ਟੈਲੈਂਟਡ, ਬਹੁਤ ਹੀ ਵਧੀਆ ਵੀਡੀਓ ਡਾਇਰੈਕਟਰ, ਗਾਉਂਦੇ ਵੀ ਨੇ, ਖੁਦ ਲਿਖਦੇ ਵੀ ਨੇ, ਬਹੁਤ ਜ਼ਿਆਦਾ ਮਲਟੀ ਟੈਲੈਂਟਡ ਨੇ। ਪਿੰਡਰ ਬੋਟ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਔਰ ਪਿੰਡਰ ਨਾਲ ਬਹੁਤ ਸਾਰੀ ਗੱਲਾਂ ਬਾਤਾਂ ਕਰਨੀਆਂ ਇਸ ਟੌਪਿਕ ਨੂੰ ਲੈ ਕੇ ਵੀ, ਕਿਉਂਕਿ ਉਹਨਾਂ ਦਾ ਰੀਸੈਂਟ ਗਾਣਾ ਆਇਆ ਜਿਗਰਾ, ਜੋ ਉਹਨਾਂ ਨੇ ਡਾਇਰੈਕਟ ਕੀਤਾ ਹੈ। ਜਸਵਿੰਦਰ ਬਰਾੜ ਉਹਨਾਂ ਨੇ ਗਾਇਆ, ਉਹਨਾਂ ਦੀ ਆਵਾਜ਼ ਦੇ ਵਿੱਚ ਹੈ, ਔਰ ਉਸ ਨੂੰ ਸਿਮਰਨ ਤਦਲੀ ਨੇ ਜਿਹੜਾ ਗੀਤ ਹੈ ਉਹ ਲਿਖਿਆ ਹੋਇਆ ਹੈ। ਬਹੁਤ ਸੋਹਣੀ ਵੀਡੀਓ ਬਣਾਈ ਹੋਈ ਹੈ। ਸੋ ਪਿੰਡਰ ਨਾਲ ਗੱਲਬਾਤ ਕਰਦੇ। ਪਿੰਡਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ ਵੀ। ਸੋ ਜਿਗਰਾ ਤੋਂ ਮੈਂ ਸ਼ੁਰੂਆਤ ਕਰਨਾ ਚਾਹੂੰਗੀ। ਜਿਗਰਾ ਬਣਾਉਣ ਦੇ ਲਈ ਕਿੰਨਾ ਕੁ ਜਿਗਰਾ ਲੱਗਿਆ ਉਹ ਟੌਪਿਕ ਨੂੰ ਲੈਣ ਲਈ, ਕਿਉਂਕਿ ਗਾਣੇ ਦੇ ਬੋਲ ਇੱਦਾਂ ਦੇ ਕਿ ਤੁਸੀਂ ਕੁਝ ਵੀ ਉੱਤੇ ਹੋਰ ਟੌਪਿਕ ਦੀ ਵੀਡੀਓ ਬਣਾ ਸਕਦੇ ਸੀ, ਬਟ ਤੁਹਾਨੂੰ ਕੀ ਲੱਗਿਆ ਕਿ ਇਸ 'ਤੇ ਜਿਹੜੀ ਡਰੱਗਸ ਦੀ ਜਿਹੜੀ ਕਹਾਣੀ ਹੈ ਜਾਂ ਐਡਿਕਸ਼ਨ ਦੀ ਕਹਾਣੀ ਹੈ, ਉਹ ਕਿਉਂ ਲੱਗਿਆ ਕਿ ਇਹ ਵੀਡੀਓ ਹੋਣੀ ਚਾਹੀਦੀ ਹੈ? ਅਸਲ 'ਚ ਜਿਹੜਾ ਉਹ ਟੌਪਿਕ ਸੀਗਾ ਨਾ, ਹੋ ਸਕਦਾ ਮੇਰੀ ਗੱਲ ਤੋਂ ਥੋੜਾ ਕ੍ਰਿਮੀਨਲ ਮਾਈਂਡਡ ਲੱਗਾ, ਪਰ ਇਹ ਮੇਰੀ ਜ਼ਿੰਦਗੀ ਨਾਲ ਬਹੁਤ ਟਾਈਮ ਤੋਂ ਜੁੜਿਆ ਹੋਇਆ ਟੌਪਿਕ ਸੀਗਾ, ਪਰਸਨਲੀ ਤੁਹਾਡੀ ਲਾਈਫ ਨਾਲ। ਹਾਂਜੀ, ਜਦੋਂ ਅਸੀਂ ਪੜ੍ਹਦੇ ਸੀਗੇ, ਜਦੋਂ ਬਿਲਕੁਲੋਂ ਇੱਕ ਉਮਰ ਦਾ ਸਟਾਰਟ ਹੁੰਦਾ ਨਾ, ਤੇ ਉਦੋਂ ਤੁਹਾਡੀਆਂ ਐਨਰਜੀਜ਼ ਬਹੁਤ ਸਟਰੋਂਗ ਹੁੰਦੀਆਂ। ਉਹਨਾਂ ਨੂੰ ਚਾਹੇ ਤੁਸੀਂ ਬੈਡ ਵੇ 'ਚ ਕਨਵਿੰਸ ਕਰ ਲਓ, ਚਾਹੇ ਪੋਜ਼ੀਟਿਵ ਕਰ ਲਓ। ਜਦੋਂ ਨਵੇਂ ਕਾਲਜ ਸੀਗੇ ਉਦੋਂ ਨਸ਼ਾ ਬਹੁਤ ਦੇਖਿਆ, ਇੱਕਦਮ ਦੇਖਿਆ, ਤੇ ਉਦੋਂ ਦਾ ਇੱਕ ਥੋਟ ਸੀਗਾ ਜ਼ਿੰਦਗੀ 'ਚ ਜੁੜਿਆ, ਤੇ ਉਦੋਂ ਤਾਂ ਹੋਰ ਤਰੀਕੇ ਨਾਲ ਜੁੜਿਆ ਸੀਗਾ। ਤੇ ਉਦੋਂ ਐਂ ਲੱਗਦਾ ਸੀਗਾ ਕਿ ਕੁਛ ਨਹੀਂ ਹੋ ਪਾ ਰਿਹਾ ਨਸ਼ੇ 'ਤੇ ਅਸੀਂ ਨਵੇਂ ਉਸ ਜ਼ਿੰਦਗੀ ਨੂੰ ਦੇਖਿਆ ਕਿ ਰੌਲਾ ਰੱਪਾ ਕਾਲਜ ਸਾਰਾ ਹੀ ਸਮਝਦੇ ਤੁਸੀਂ ਨਾ। ਤੇ ਉਦੋਂ ਇੱਕ ਸਿਰਫ ਇਹ ਥੋਟ ਸੀਗਾ ਕਿ ਕੁਛ ਐਵੇਂ ਦਾ ਕਰੀਏ ਕਿ ਜਿਹਦੇ ਨਾਲ ਅਸੀਂ ਪਰਸਨਲ ਲੈਵਲ ਤੇ ਥੋੜ੍ਹੇ ਲੋਕ ਵੀ ਇਸ ਚੀਜ਼ ਨੂੰ ਰੋਕ ਸਕਣ। ਹਾਂ, ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਬਹੁਤ ਜ਼ਿਆਦਾ ਸੀਗਾ। ਤੇ ਇਹ ਉਦੋਂ ਤੋਂ ਕਹਾਣੀ, ਉਦੋਂ ਤਾਂ ਕਹਿ ਲਓ ਕਿ ਉਦੋਂ ਜ਼ਿੰਦਗੀ 'ਚ ਸੀਗੀ ਇਹ ਵਿਚਾਰ, ਤੇ ਮੈਂ ਬੜਾ ਚਿਰ ਸੋਚਦਾ ਰਿਹਾ। ਪਰ ਕਹਿ ਲਓ ਕਿ ਤੁਸੀਂ ਆਮ ਘਰਾਂ ਦੇ ਬੱਚੇ ਹੋ, ਤੁਸੀਂ ਹਰ ਚੀਜ਼ ਇੱਕ ਹੱਦ ਤੱਕ ਜਾ ਸਕਦੇ ਹੋ। ਸੋ ਮਾਂ ਪਿਓ ਵਾਲਾ ਦੇਖਦੇ ਆ, ਇਹ ਉਹ ਕਰਦੇ ਚੀਜ਼ਾਂ, ਇਹਨਾਂ 'ਤੇ ਕੋਈ ਚਲੋ ਉਦੋਂ ਕੋਈ ਐਫਰਟ ਨਹੀਂ ਕਰ ਪਾਏ। ਮਤਲਬ ਉਹ ਫਿਲਮ ਦਾ ਡਾਇਲੌਗ ਸੀ ਨਾ, ਕਹਿੰਦਾ ਕਿ ਕਤਲ ਸੋਚ ਹੁੰਦਾ ਆ ਕਰਨ ਤੋਂ ਪਹਿਲਾਂ। ਤੇ ਇਸ ਚੀਜ਼ 'ਤੇ ਮੈਂ ਸੋਚਿਆ ਬਹੁਤ, ਪਰ ਮੈਂ ਖੈਰ ਕਰ ਨਹੀਂ ਪਾਇਆ। ਤੇ ਫਿਰ ਇਹਦੇ 'ਤੇ ਜਦੋਂ ਮੈਂ ਐਜ਼ ਐਨ ਆਰਟਿਸਟ ਕੰਮ ਕਰਨਾ ਸ਼ੁਰੂ ਕਰਤਾ, ਫਿਰ ਮੈਨੂੰ ਹੋ ਗਿਆ ਕਿ ਮੈਂ ਇੱਥੇ ਇੱਕ ਅਸਲ 'ਚ ਪੂਰੀ ਕਹਾਣੀ ਸੀ ਮੇਰੇ ਕੋਲ ਲਿਖੀ ਹੋਈ ਕਿ ਇਹਦੀ ਮੈਂ ਵੈਬ ਸੀਰੀਜ਼ ਜਾਂ ਫਿਲਮ ਬਣਾਵਾਂ। ਅੱਛਾ, ਇਹ ਕਹਾਣੀ ਸੀ ਪੂਰੀ ਲਿਖੀ ਹੋਈ ਵੈਸੇ, ਪਰ ਅਜੇ ਮੈਂ ਫਿਲਮਾਂ ਐਜ਼ ਅ ਮੇਕਰ ਅਜੇ ਕੁਛ ਜ਼ਿਆਦਾ ਧਿਆਨ ਨਹੀਂ ਦੇ ਪਾ ਰਿਹਾ। ਤੇ ਇਹਦੀ ਡਿਟੇਲ ਬਹੁਤ ਆ ਵੈਸੇ।
ਫਿਰ ਮੈਨੂੰ ਐਂ ਲੱਗਿਆ ਕਿ ਕੋਈ ਸੂਟੇਬਲ ਗਾਣਾ ਜਿਸ ਦਿਨ ਮੈਨੂੰ ਲੱਗੂਗਾ ਮੈਂ ਉਹਦੇ 'ਤੇ ਇਹਨੂੰ ਇੰਪਲੀਮੈਂਟ ਕਰਾਂ। ਜਦੋਂ ਇਹਨਾਂ ਮੈਮ ਹੋਣਾ ਨੇ ਮੈਨੂੰ ਕਿਹਾ, ਪਹਿਲਾਂ ਤਾਂ ਉਹਨਾਂ ਨੇ ਕਾਫੀ ਟਾਈਮ ਤੋਂ ਮਤਲਬ ਕਿਹਾ ਨਹੀਂ ਕਿ ਸ਼ਾਇਦ ਚੀਜ਼ਾਂ ਮੈਨੇਜ ਨਹੀਂ ਹੋਣਗੀਆਂ, ਬਜਟ ਜੇ ਉਹ, ਪਰ ਜਦੋਂ ਮੈਨੂੰ ਮਿਲੇ ਉਹਨਾਂ ਦੇ ਮੈਮ ਦੇ ਬੇਟੇ ਦਾ ਫੋਨ ਆਇਆ ਸੀਗਾ, ਜਸਵਿੰਦਰ ਬਰਾੜ। ਹਾਂਜੀ, ਤੇ ਮੈਂ ਖੁਦ ਕਿਹਾ, ਮੈਂ ਕਿਹਾ ਕਿ ਜਿਵੇਂ ਤੁਸੀਂ ਕਹੋਗੇ ਕਿ ਜ਼ਿੰਦਗੀ 'ਚ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਕਿੰਨੇ ਡੈਕੇਡਸ ਦੇ ਆਰਟਿਸਟ ਨਾਲ ਕੰਮ ਕਰ ਚੁੱਕੇ ਹੋ, ਉਹ ਬਹੁਤ ਵੱਡੀ ਗੱਲ ਆ। ਕਿ ਮੈਂ 90s ਕਿਹੜੇ ਆਰਟਿਸਟ ਨਾਲ ਕੰਮ ਕੀਤਾ, ਮਤਲਬ ਸਾਰੇ ਮੇਰੀ ਇੱਕ ਅਚੀਵਮੈਂਟ ਹੈ ਕਿ ਕੋਈ ਵੀ ਬਜਟ ਹੋਊਗਾ, ਕੋਈ ਵੀ ਜੋ ਵੀ ਲੈਵਲ ਹੋਊਗਾ, ਆਪਾਂ ਉੱਤੇ ਕੰਮ ਕਰਾਂਗੇ, ਕਿਵੇਂ ਵੀ ਕਰਾਂਗੇ। ਤੇ ਜਦੋਂ ਮੈਨੂੰ ਗਾਣਾ ਸੁਣਾਇਆ ਤੇ ਮੇਰੇ ਇੱਕਦਮ ਇਹ ਚੀਜ਼ ਮਾਈਂਡ 'ਚ ਸਟਕ ਹੋਈ ਹਾਂ ਨਾ ਕਿ ਕਰਦੇ ਆ। ਤੇ ਮੈਂ ਇੱਕ ਵਾਰੀ ਉਹਨਾਂ ਨਾਲ ਡਿਸਕਸ ਕੀਤਾ ਤੇ ਮੈਮ ਹੁਣੀ ਮਿਲਣ ਆਏ, ਉਹ ਕਹਿੰਦੇ ਕਿ ਬੇਟਾ ਜਿਵੇਂ ਤੈਨੂੰ ਠੀਕ ਲੱਗਦਾ ਕਰ ਲਾ। ਫਿਰ ਮੈਂ ਉਹਨਾਂ ਨੂੰ ਸੁਣਾਇਆ ਤੇ ਉਹਨਾਂ ਨੂੰ ਐਂ ਲੱਗਿਆ ਕਿ ਤੇ ਇਹਦੇ 'ਤੇ ਕੋਈ ਉਂਗਲੀ ਤਾਂ ਨਹੀਂ ਚੱਕੂਗਾ ਜਾਂ ਕੁਛ। ਮੈਂ ਕਿਹਾ ਕਿ ਇਹ ਸਾਰੇ ਪੱਖ ਨੇ, ਕਿ ਆਪਾਂ ਨਾ ਪ੍ਰਸ਼ਾਸਨ ਨੂੰ ਗਲਤ ਕਹਿ ਰਹੇ, ਨਾ ਸਰਕਾਰ ਨੂੰ, ਨਾ ਕਿਸੇ ਇੱਕ ਵਰਗ ਨੂੰ। ਆਪਣਾ ਤਰੀਕਾ ਕੀ ਹੈ ਕਹਿਣ ਦਾ, ਹੈ ਨਾ, ਆਪਾਂ ਉਸ ਤਰੀਕੇ ਨਾਲ ਇਹਨੂੰ ਆਪਾਂ ਕਨਵੇ ਕਰਾਂਗੇ। ਤੇ ਜਦੋਂ ਇਹ ਡਿਸਕਸ਼ਨ ਹੋਈ ਫਿਰ ਉਹਨੂੰ ਲੱਗਿਆ ਠੀਕ ਆ। ਫਿਰ ਮੈਂ ਇਹ ਗੱਲ ਨੂੰ ਸੋਚ ਕੇ ਕਹਿ ਤਾਂ ਬੈਠਾ, ਪਰ ਇੱਕ ਔਖੀ ਗੱਲ ਨੂੰ ਕਹਿਣਾ ਜਾਂ ਸੋਚਣਾ ਜਾਂ ਉਹਨੂੰ ਬਣਾਉਣਾ, ਉਹ ਫਿਰ ਮੈਨੂੰ ਉੱਤੇ 1.5-2 ਮਹੀਨੇ ਲੱਗੇ। ਹਾਂਜੀ, ਹਾਂ। ਤੇ ਬਾਅਦ ਜਦੋਂ ਹੋਇਆ ਚੀਜ਼ਾਂ ਠੀਕ ਤਰੀਕੇ ਨਾਲ ਹੋ ਗਈਆਂ। ਜਦੋਂ ਇਸ ਕਨਸੈਪਟ ਦੀ ਗੱਲ ਆਉਂਦੀ ਹੈ ਨਾ, ਖਾਸ ਕਰ ਨਸ਼ੇ ਦੀ ਗੱਲ ਆਉਂਦੀ ਹੈ, ਅਸੀਂ ਦੇਖਦੇ ਹਾਂ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਵੇਲੇ, ਹੈ ਨਾ। ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਕਹਿ ਸਕਦੇ ਕਿ ਅੱਖਾਂ ਨਹੀਂ ਬੰਦ ਕਰ ਸਕਦੇ ਕਿ ਨਹੀਂ ਪ੍ਰੋਬਲਮ ਹੈ। ਇਹ ਵੱਡੀ ਮੇਜਰ ਪ੍ਰੋਬਲਮ ਹੈ ਪੰਜਾਬ ਦੀ, ਕਿ ਅੱਜ ਦੀ ਜਿਹੜੇ ਯੂਥ ਹੈ ਉਹ ਨਸ਼ੇ 'ਚ ਡੁੱਬ ਰਹੀ ਹੈ ਤੇ ਉਹਨਾਂ ਨੂੰ ਕੱਢਣ ਵਾਲੇ ਨਹੀਂ ਹੈ। ਜਦ ਮਤਲਬ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀ NGOs ਹੈ ਕੰਮ ਕਰ ਰਹੀਆਂ ਨੇ, ਬਟ ਫਿਰ ਵੀ ਬਹੁਤ ਸਾਰੇ ਇੱਦਾਂ ਦੇ ਲੋਕ ਹੈ ਜਿਹੜੇ ਨੌਜਵਾਨ, ਜਿਹੜੇ ਮੁੰਡੇ ਹੈ ਜਾਂ ਕੁੜੀਆਂ ਵੀ ਈਵਨ ਹੈ, ਉਹਨਾਂ ਨੂੰ ਬਿਲਕੁਲ ਇਹਦੇ ਵਿੱਚ ਇੰਡਲਜ ਕਰ ਰਹੇ ਆ, ਬਿਲਕੁਲ ਉਸ ਜਿਹੜੇ ਦਲਦਲ ਹੈ ਉਹਦੇ ਵਿੱਚ ਦੱਸ ਰਹੇ ਹਨ। ਪਰ ਬਹੁਤ ਸਾਰੇ ਸਵਾਲ ਇਹ ਵੀ ਆਉਂਦੇ, ਜਦੋਂ ਤੁਸੀਂ ਕਿਹਾ ਕਿ ਏਰੀਆ ਇੱਕ ਮੇਰਾ ਸੀਗਾ ਕਿ ਬਾਰਡਰ ਏਰੀਆ ਪੈਂਦਾ ਹੀ, ਆਪਣੀ ਟੀਨੇਜ ਦੀ ਤੁਸੀਂ ਗੱਲ ਕੀਤੀ ਆ, ਇੱਥੇ ਇਹ ਸਵਾਲ ਵੀ ਆਉਂਦੇ ਕਿ ਕਦੀ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਟਰਾਈ ਕਰੋ, ਕਦੀ ਤੁਸੀਂ ਸੋਚਿਆ ਕਿ ਹਾਂ ਲੈਟਸ ਟਰਾਈ ਟੂ ਵਾਂਸ, ਕਿ ਇੱਕ ਵਾਰ ਤਾਂ ਚਲੋ ਜ਼ਿੰਦਗੀ 'ਚ ਆਇਆ ਤਾਂ ਹਰ ਕਹਿੰਦੇ ਕੰਮ ਕਰਨਾ ਚਾਹੀਦਾ, ਇਹ ਵੀ ਕਰਕੇ ਵੇਖੀਏ? ਥੈਂਕ ਗੋਡ ਕਿ ਕੁਛ ਚੀਜ਼ਾਂ ਨਾ ਜ਼ਿੰਦਗੀ 'ਚ ਆਪਣੇ ਪ੍ਰਿੰਸੀਪਲ ਜੇ ਬਣਾ ਲਏ ਸੀਗੇ। ਜ਼ਿੰਦਗੀ 'ਚ ਕੀਤਾ ਤਾਂ ਬਹੁਤ ਕੁਝ, ਪਰ ਕੁਛ ਨਾ ਲਿਮਿਟਸ ਬਣਾ ਲਈਆਂ ਕਿ ਆਹ ਲਾਈਨ ਆ, ਜਿੱਦਣ ਇਹ ਟੱਚ ਹੋ ਗਈ ਤੁਸੀਂ ਗਏ, ਕਿ ਲਾਈਨ ਨਾ ਟੱਚ ਕਰੋ। ਸੋ ਹੋਰ ਬਹੁਤ ਕੁਛ ਕੀਤਾ, ਪਰ ਜਦੋਂ ਉਹ ਇਹ ਸੀਗੀ ਨਾ, ਜਦੋਂ ਤੁਸੀਂ ਇੱਕਦਮ ਕਿਸੇ ਬੈਡ ਜਾਂ ਠੀਕ ਇਨਫਲੂਐਂਸ ਚਲੇ ਜਾਂਦੇ ਹੋ, ਉਦੋਂ ਲਾਈਨਸ ਬਣਾ ਲਈਆਂ ਕਿ ਨਸ਼ਾ ਨਹੀਂ ਕਰਨਾ, ਕਿ ਹੋਰ ਜੋ ਵੀ ਤੁਹਾਡੇ ਤੋਂ ਹੋ ਰਿਹਾ ਇਹ ਚੀਜ਼ਾਂ ਰਿਕਵਰ ਹੋ ਜਾਣਗੀਆਂ, ਪਰ ਜਿਹੜੀ ਚੀਜ਼ ਇਹਦੇ ਅੰਦਰ ਚਲ ਗਈ ਉਹ ਸਰੀਰ ਤੇ ਆਤਮਾ ਚਲ ਗਈ, ਉਹਨੇ ਵਾਪਸ ਨਿਕਲਣਾ ਨਹੀਂ। ਤੁਹਾਡੇ ਨਾਲ ਦੇ ਜਿਹੜੇ ਦੋਸਤ ਸੀ ਜਾਂ ਤੁਹਾਡੀ ਗਰੁੱਪ ਵਿੱਚ ਕੁਝ ਲੋਕ ਸੀ ਜਿਹੜੇ ਕਰਦੇ? ਜਿਹੜਾ ਐਕਚੁਅਲ 'ਚ ਸਾਡਾ ਗਰੁੱਪ ਸੀ 5-7 ਜਣੇ ਦਾ, ਅਸੀਂ ਨਹੀਂ ਸੀ ਕੁਛ ਇਹੋ ਜਿਹਾ ਕਰਦੇ, ਪਰ ਉਵੇਂ ਜਿਹੜਾ ਕਹਿ ਲਓ ਕਾਈਂਡ ਆਫ ਸਰਕਲ ਹੁੰਦਾ ਵਾ, ਜਦੋਂ ਤੁਸੀਂ ਪੜ੍ਹਦੇ ਹੋ ਤੁਹਾਨੂੰ 100 ਮੁੰਡੇ ਜਾਣਦੇ ਆ, ਉਵੇਂ ਬਹੁਤ ਸੀਗਾ ਕਿ ਵੇਂਦਾ ਕੋਈ ਪੜ੍ਹਦਾ, ਪਤਾ ਲੱਗਿਆ ਯਾਰ 2 ਮਹੀਨੇ ਬਾਅਦ ਕਿ ਉਹ ਲੱਗ ਗਿਆ। ਨਾਲ ਖੇਡਦੇ ਮੁੰਡੇ ਸੀ ਗਰਾਊਂਡਾਂ ਜਿਹੜੇ, ਉਹਨਾਂ 'ਚ ਪਤਾ ਲੱਗੇ ਕਿ ਉਹ ਨਸ਼ੇ ਕਰਨ ਲੱਗ ਗਿਆ। ਮਤਲਬ ਉਵੇਂ ਕਹਿ ਲਓ ਕਿ ਹਰ ਮਹੀਨੇ ਹੀ ਕੋਈ ਨਾ ਕੋਈ ਨਵਾਂ ਉਹ ਮਿਲਦਾ ਸੀਗਾ ਸਰਪ੍ਰਾਈਜ਼, ਕਿ ਉਹ ਵੀ ਲੱਗ ਗਿਆ, ਆ ਵੀ ਲੱਗ ਗਿਆ, ਉਹ ਬਹੁਤ ਸੀਗਾ। ਜਿਸ ਏਰੀਆ ਤੋਂ ਤੁਸੀਂ ਹੋ, ਜਾਂ ਹੁਣ ਮੈਂ ਕਹਿ ਸਕਦੀ ਮੈਂ ਵੀ ਹਾਂ, ਕਿਉਂਕਿ ਉਸ ਏਰੀਆ ਤੋਂ ਸੁਣਿਆ ਬਹੁਤ ਹੈ, ਹਰ ਦਿਨ ਨਵੇਂ ਕੇਸ ਉਹਨਾਂ ਨੂੰ ਮਿਲਦੇ ਆ। ਪਰ ਤੁਹਾਨੂੰ ਕੀ ਲੱਗਦਾ, ਨਸ਼ਾ ਕਰਨ ਵਾਲਿਆਂ ਤੋਂ ਵੱਧ ਕਿ ਉੱਥੇ ਨਸ਼ਾ ਵੇਚਣ ਵਾਲੇ ਆ? ਦੋਵੇਂ ਨਹੀਂ ਜੀ। ਹਾਂ, ਜੇ ਕਰਨ ਵਾਲੇ ਆ ਤੇ ਵੇਚਣ ਵਾਲੇ ਆ। ਜੇ ਕਰਨ ਵਾਲੇ ਨਹੀਂ ਹੈਗੇ ਤੇ ਵੇਚਣ ਵਾਲੇ, ਉਹ ਕਰਨ ਵਾਲੇ ਪੈਦਾ ਕਰ ਲੈਂਦੇ ਨੇ, ਹੈ ਨਾ। ਜਿਹਨੂੰ ਜਿਹੜੀ ਚੀਜ਼ ਦੀ ਸਪਲਾਈ ਆ ਉਹਨੇ ਉਹ ਡਿਮਾਂਡ ਵੀ ਪੈਦਾ ਕਰ ਲੈਣੀ ਹੈ, ਬਿਲਕੁਲ। ਜਦੋਂ ਇੱਕ ਨਾ ਏਜ ਹੁੰਦੀ, ਜਿੰਨਾ ਕਿ ਮੇਰੀ ਉਮਰ ਦਾ ਤਜਰਬਾ ਮੈਂ ਸਮਝਾਂ, ਇੱਕ ਜਿਹੜੀ ਜਦੋਂ ਤੁਹਾਡੀ ਯੰਗ ਏਜ ਸਟਾਰਟ ਹੁੰਦੀ ਨਾ, ਤੁਹਾਡੀ ਜਿੰਨਾ એનર્ਜੀ ਸਟਰੋਂਗ ਹੁੰਦੀਆਂ, ਤੁਸੀਂ ਕੁਛ ਐਸਾ ਕਰ ਦੇਣਾ ਚਾਹੁੰਦੇ ਕਿ ਤੁਹਾਨੂੰ ਦੁਨੀਆ ਜਾਣੇ, ਤੁਹਾਨੂੰ ਲੋਕ ਜਾਣਨ ਤੁਹਾਨੂੰ ਚੰਗੇ ਤਰੀਕੇ ਨਾਲ। ਉਹ ਜਿਹਨੂੰ ਕੋਈ ਵਧੀਆ ਵਿਜ਼ਨ ਨਹੀਂ ਮਿਲਦਾ, ਉਹ ਗਲਤ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਕਰ ਲੈਂਦਾ। ਜਿਹਨੂੰ ਕੋਈ ਰਾਹ ਸਮਝ ਆ ਜਾਂਦਾ, ਉਹਨੂੰ ਉੱਧਰ ਨੂੰ ਮੋਲਡ ਕਰ ਲੈਂਦਾ। ਸੋ ਜਦੋਂ ਇੱਕ ਤੁਸੀਂ ਪੰਜਾਬ ਦੀ ਯੂਥ ਐਵੇਂ ਤਾਂ ਨਾ, ਜਦੋਂ 17-18 ਸਾਲ 'ਚ ਹੁੰਦੇ, ਮੈਨੂੰ ਲੱਗਦਾ ਕੋਈ ਵਿਰਲਾ ਹੁੰਦਾ ਜਿਹਦੀ ਲੜਾਈ ਨਹੀਂ ਹੁੰਦੀ, ਜਿਹਦਾ ਕੋਈ ਰੌਲਾ ਨਹੀਂ ਪੈਂਦਾ, ਜਿਹੜਾ ਕਾਲਜ 'ਚ ਕਹਿੰਦਾ ਸਿਰ ਪਾੜਦਾ, ਲੜਦਾ ਨਹੀਂ, ਕੁਛ ਕਰਦਾ ਨਹੀਂ, ਮੋਸਟਲੀ ਹੁੰਦਾ ਆ। ਤੇ ਜਦੋਂ ਉਹੋ ਜਿਹੀਆਂ ਚੀਜ਼ਾਂ ਕਿਸੇ ਦਾ ਕੋਈ ਘਾਟਾ ਹੋ ਜਾਂਦਾ ਜ਼ਿਆਦਾ, ਤੇ ਉਸ ਚੀਜ਼ ਨੂੰ ਸਰਵਾਈਵ ਕਰਨ ਦੇ ਚੱਕਰ 'ਚ ਨਾ ਉਹ ਕੁਛ ਇਹੋ ਜਿਹੀ ਚੀਜ਼ ਦਾ ਸਪੋਰਟ ਲੈਂਦਾ ਕਿ ਉਹਨੂੰ ਲੱਗੇ ਕਿ ਮੈਨੂੰ ਇਹਦੇ 'ਚੋਂ ਮਤਲਬ ਕਹਿ ਲਓ ਕਿ ਮੈਨੂੰ ਸੌਖਾ ਲੱਗ ਰਿਹਾ। ਤੇ ਉਹਨਾਂ ਚੱਕਰਾਂ 'ਚ ਮੈਨੂੰ ਲੱਗਦਾ ਥੋੜ੍ਹਾ ਜਿਹਾ ਮੁੰਡੇ ਇਸ ਚੀਜ਼ ਨੂੰ ਪਹਿਲ ਦੇ ਜਾਂਦੇ ਆ, ਜਾਂ ਦੇਖੋ ਦੇਖੀ। ਹੁਣ ਮੈਨੂੰ ਲੱਗਦਾ ਕਿ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਹੁਣ ਉਹ ਬਹੁਤ ਘੱਟ ਲੱਗ ਰਹੀ ਆ, ਕਿਉਂਕਿ ਇਸ ਨਸ਼ੇ ਦੇ ਚੱਕਰ 'ਚ ਕਿਸੇ ਦਾ ਚਾਚਾ ਮਰ ਗਿਆ, ਕਿਸੇ ਦਾ ਪਿਓ ਮਰ ਗਿਆ, ਕਿਸੇ ਦਾ ਭਰਾ ਮਰ ਗਿਆ, ਕਿਸੇ ਦਾ ਮਾਮਾ। ਸ਼ਾਇਦ ਜਦੋਂ ਤੁਸੀਂ ਅੱਖੀਂ ਵੇਖ ਲੈਂਦੇ ਹੋ ਬਹੁਤ ਕੁਝ, ਉਸ ਤੋਂ ਬਾਅਦ ਥੋੜ੍ਹਾ ਜਿਹਾ ਲੋਕ ਡਰਦੇ ਨੇ। ਤੇ ਹੁਣ ਅੱਜ ਦੀ ਜਨਰੇਸ਼ਨ ਨਸ਼ੇ ਦੇ ਪਹਿਲੋਂ ਨਾਲੋਂ ਸ਼ਾਇਦ ਘੱਟ ਲੱਗ ਰਹੀ ਆ, ਜਿੰਨਾ ਕਿ ਮੇਰਾ ਤਜਰਬਾ। ਮੈਂ ਆਪਣੇ ਪਿੰਡ ਪੁੱਛਦਾ ਰਹਿੰਦਾ ਕਿ ਹੁਣ ਨਵਿਆਂ 'ਚੋਂ ਠੀਕ ਨੇ, ਤੇ ਮੈਂ ਇੱਕ ਦਿਨ ਆਪਣੇ ਕਜ਼ਨ ਨੂੰ ਪੁੱਛਿਆ, ਉਹ ਕਹਿੰਦਾ ਕਿ ਉਵੇਂ ਦੇ ਭਾਗ ਹੀ ਸਾਰਾ ਕੁਝ, ਮਤਲਬ ਨਵੇਂ ਤਾਂ ਬਚੇ ਨੇ,
ਪਰ ਹੁਣ ਨਵੇਂ ਰਹਿ ਹੀ ਨਹੀਂ ਗਏ ਪਿੰਡ 'ਚ ਕਹਿੰਦਾ, ਸਾਰੇ ਬਾਹਰ ਸਾਰੇ ਬਾਹਰ ਨੇ। ਹੁਣ ਸਾਡੇ ਪਿੰਡ 'ਚ ਵਾਲੀਬਾਲ ਦੇ 4 ਟੂਰਨਾਮੈਂਟ ਹੁੰਦੇ ਨੇ ਸਾਲ 'ਚ ਨਾ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਤੇ ਵਧੀਆ ਗਰਾਊਂਡਾਂ ਬਣੀਆਂ ਹੋਈਆਂ, ਸਾਰਾ ਕੁਛ ਆ। ਪਰ ਉੱਥੇ ਕਿ ਉਹ ਦੱਸਦਾ, ਹੁਣ ਉੱਥੇ ਉਹ ਵਾਲੀਬਾਲ ਖੇਡਣ ਲਈ 12 ਜਾਣੇ ਘੱਟੋ ਘੱਟ ਚਾਹੀਦੇ ਆ, ਕਹਿੰਦਾ ਕਿ 12 ਮੁੰਡੇ ਖੇਡਣ ਲਈ ਨਹੀਂ ਹੁੰਦੇ ਸਾਡੇ ਕੋਲ, ਇਕੱਠੇ ਕਰਨੇ ਔਖੇ ਹੋ ਗਏ। ਹਾਂ, ਤੇ ਕਹਿੰਦਾ ਉਹ ਗੇਮ ਹੀ ਨਹੀਂ ਲੱਗਦੀ, ਜਦ ਕਿ ਉਹ ਪਿੰਡ ਦਾ ਇਤਿਹਾਸ ਆ, ਬੜੇ ਚਿਰ ਤੋਂ ਵਾਲੀਬਾਲ ਦੀਆਂ ਵੱਡੀਆਂ ਟੀਮਾਂ ਰਹੀਆਂ ਉੱਥੋਂ ਦੀਆਂ। ਤੇ ਉਹ ਇੱਕ ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਹੈ ਕਿ ਨਸ਼ੇ ਦਾ ਇੱਕ ਵੱਖਰਾ ਕਨਸੈਪਟ ਆ, ਪਰ ਨਸ਼ਾ ਕਰਨ ਵਾਲੀ ਨਹੀਂ ਹੈਗੇ, ਤੇ ਫਿਰ ਉੱਥੇ ਤਾਂ ਗੱਲ ਸੇਮ ਹੀ ਆ ਗਈ। ਤੁਹਾਨੂੰ ਕੀ ਲੱਗਦਾ ਹੈ ਵਧੀਆ ਗੱਲ ਹੈ ਕਿ ਨਹੀਂ ਰਹੇ ਇੱਥੇ ਨਸ਼ਾ ਕਰਨ ਲਈ? ਕੀ ਲੱਗਦਾ ਹੈ ਕਿ ਨਹੀਂ, ਪੰਜਾਬ ਦੀ ਜਿਹੜੀ ਯੂਥ ਹੈ ਇੱਥੇ ਰਹਿਣੀ ਚਾਹੀਦੀ ਸੀ ਤਾਂ ਕਿ ਡਿਵੈਲਪਮੈਂਟ, ਕਿਉਂਕਿ ਸਾਡੇ ਦੇਸ਼ ਨੂੰ ਜਾਂ ਸਾਡੇ ਸੂਬੇ ਨੂੰ ਵੀ ਲੋੜ ਹੈਗੀ ਆ? ਮਤਲਬ ਦੋਵੇਂ ਪੱਖੀ ਆ ਜੀ। ਹੁਣ ਜਿਹੜੇ ਉੱਥੇ ਜਾ ਰਹੇ ਨੇ ਉਹ ਵੀ ਇੱਥੇ ਡਿਵੈਲਪਮੈਂਟ ਦਾ ਸੋਚਦੇ ਹੀ ਨੇ। ਹੁਣ ਜਿਹੜਾ ਇੱਕ ਉਹ ਹੋ ਗਿਆ ਨਾ ਕਿ ਇੱਕ ਘਰ 'ਚ 4 ਜੀ ਤੇ 4 ਹੀ ਚਲ ਗਏ, ਕਿਤੇ ਨਾ ਕਿਤੇ ਉਹ ਟਫ ਗੱਲ ਆ ਕਿ ਚਲੋ ਕਿਸੇ ਦੇ 5 ਏਕੜ ਜ਼ਮੀਨ ਆ, ਉਹਨੇ ਇੱਕ ਬੱਚਾ ਭੇਜਤਾ, ਉਹਨਾਂ ਨੇ ਇੱਥੇ ਗਰੋਥ ਕਰ ਲਈ, ਉਹ ਤਾਂ ਸੋਹਣੀ ਗੱਲ ਆ। ਪਰ ਜਦੋਂ ਦੋਵੇਂ ਚਲ ਗਏ ਹੈ ਨਾ, ਕੁਛ ਕਈ ਮਾਂ ਪਿਓ ਇੱਥੇ ਰਹਿ ਗਏ ਆ, ਕਈ ਉੱਥੇ ਵੀ ਚਲ ਗਏ, ਉਹ ਘਰਾਂ 'ਚ, ਉਹ ਥੋੜ੍ਹਾ ਮੈਨੂੰ ਲੱਗਦਾ ਔਖੀ ਗੱਲ ਆ। ਪਰ ਠੀਕ ਆ, ਅਸਲ 'ਚ ਇਨਸਾਨ ਦਾ ਕੁਦਰਤ ਆ, ਤੇ ਕੁਦਰਤ ਦੀ ਕੋਈ ਇੱਕ ਨੁੱਕਰ ਮਨਾਰ ਹੈ ਨਹੀਂ। ਜਿਹੜੀ ਇੱਕ ਭਾਸ਼ਾ ਹੈ ਜਾਂ ਇੱਕ ਧਰਮ ਆ ਜਾਂ ਇੱਕ ਸੱਭਿਅਤਾ ਜਿਹੜੀ ਵੀ, ਉਹ ਲੈ ਕੇ ਉੱਥੇ ਚਲ ਗਏ ਨੇ ਲੋਕ, ਹੈ ਨਾ। ਤੇ ਜੇ ਅੱਜ ਉੱਥੇ ਸਟਰੀਟਾਂ ਨਾਲ ਪੰਜਾਬ ਰੱਖ ਰਹੇ ਨੇ ਤੇ ਉਹ ਵੀ ਪੰਜਾਬ ਹੀ ਆ। ਜੇ ਇੱਥੋਂ ਦੇ ਲੋਕ ਉੱਥੇ ਜਾ ਕੇ ਮਤਲਬ ਪਤਾ ਨਹੀਂ ਉਹ ਸਕਰੀਨ 'ਤੇ ਆ ਜਾਂ ਰੀਅਲ ਲਾਈਫ 'ਚ ਜੇ ਪੰਜਾਬ ਨੂੰ ਨਹੀਂ ਭੁੱਲ ਰਹੇ ਤਾਂ ਨਹੀਂ ਭੁੱਲ ਰਿਹਾ, ਮਤਲਬ ਦੋਵੇਂ ਪੱਖ ਨੇ। ਪਰ ਆਪਣਾ ਪੰਜਾਬ ਤਾਂ ਖਾਲੀ ਹੋ ਰਿਹਾ ਇਸ ਚੱਕਰ ਦੇ ਵਿੱਚ, ਤੁਹਾਨੂੰ ਲੱਗਦਾ? ਇਹਦੇ ਪਿੱਛੇ ਵੱਡੇ ਰੀਜ਼ਨ ਨੇ, ਸ਼ਾਇਦ ਉਹ ਓਡੇ ਵੱਡੇ ਪੱਖ ਤੇ ਮੈਂ ਗੱਲ ਨਹੀਂ ਕਰ ਸਕਦਾ। ਇਹਦੇ ਪਿੱਛੇ ਮਤਲਬ ਇਹ ਅੱਜ ਦੀ ਪਲੈਨਿੰਗ ਨਹੀਂ ਹੋ ਸਕਦਾ, 50 ਸਾਲ ਪੁਰਾਣੀ ਪਲੈਨਿੰਗ ਹੋਵੇ, 30 ਸਾਲ ਪੁਰਾਣੀ ਪਲੈਨਿੰਗਸ ਹੋਵੇ। ਇਹਦੇ ਪਿੱਛੇ ਬਹੁਤ ਵੱਡੇ ਲੋਕ ਨੇ ਜਿਨ੍ਹਾਂ ਦੇ ਟੈਕਟ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਕਰਨ ਦੇ। ਪਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਸ਼ਾ ਵੀ ਰੀਜ਼ਨ ਹੈ ਕਿ ਘਰ ਦੇ ਸੋਚਦੇ ਆ ਕਿ ਸਾਡੇ ਬੱਚੇ ਇੱਥੇ ਰਹਿ ਕੇ ਵਿਗੜ ਨਾ ਜਾਣ ਜਾਂ ਇਸ ਚੀਜ਼ ਦੇ ਵਿੱਚ ਜਿਹੜੇ ਫਸ ਨਾ ਜਾਣ ਤੇ ਅਸੀਂ ਬਾਹਰ ਭੇਜ ਦਈਏ? ਹਾਂ, ਘਰ ਦੇ ਤਾਂ ਆਪਣੀ ਸੋਚ ਦੇ ਮੁਤਾਬਕ ਸੋਚਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉੱਥੇ ਨਸ਼ਾ ਕਿੰਨਾ। ਉੱਥੇ ਲੀਗਲ ਵੀ ਹੈ ਕੁਝ ਚੀਜ਼ਾਂ ਤੇ, ਲੀਗਲ ਵੀ ਆ। ਹੁਣ ਤਾਂ ਕੈਨੇਡਾ ਦੇ BC 'ਚ ਤਾਂ ਹਾਰਡ ਡਰੱਗਸ ਵੀ ਲੀਗਲ ਕਰਤੀਆਂ। ਹਾਂ, ਤੇ ਉੱਥੇ ਮੈਨੂੰ ਲੱਗਦਾ ਕਿ ਉੱਥੇ ਹੀ ਕਰ ਰਹੇ ਨੇ ਮੁੰਡੇ, ਜਦ ਕਿ ਆਪਾਂ ਰੋਜ਼ ਦੇਖਦੇ ਹਾਂ ਫਲਾਣੇ ਨੂੰ ਦਿਲ ਦੇ ਦੌਰੇ ਨਾਲ ਜਾਂ ਕੁਛ ਰੋਜ਼ ਹੀ ਸੁਣਦੇ ਆ, ਹੈ ਨਾ। ਤੇ ਉਹ ਹੁਣ ਉਹਦੇ ਇੱਥੇ 7 ਸਮੁੰਦਰ ਪਾਰ ਤੇ ਚਲੋ ਕਹਿਣਾ ਨਹੀਂ ਚਾਹੀਦਾ, ਪਰ ਉਹ ਕਿਤੇ ਨਾ ਕਿਤੇ ਉਹ ਦਿਲ ਦਾ ਦੌਰੇ ਰਹਿ ਜਾਣਾ। ਤੇ ਹੋ ਤਾਂ ਉੱਥੇ ਵੀ ਬਹੁਤ ਕੁਛ ਰਿਹਾ, ਪਰ ਉਹ ਕੰਦੋਲੇ ਪ੍ਰਦੇਸ਼ ਹੈ ਜੀ, ਉੱਥੇ ਇਸ ਤੋਂ ਵੀ ਹਾਰਡ ਨੇ ਚੀਜ਼ਾਂ। ਤੇ ਪਿੱਛੇ ਜੇ ਇੱਕ ਵਾਕਫ ਵੀ ਸੀਗੇ, ਉਹਨਾਂ ਦੇ ਇੱਦਾਂ ਹੀ ਮੁੰਡੇ ਦੀ ਡੈਥ ਹੋਈ, ਤੇ ਰੀਜ਼ਨ ਆਲਮੋਸਟ ਸੀਗਾ ਨਸ਼ੇ ਹੀ। ਤੇ ਉਹ ਤੀਜੇ ਦਿਨ ਉਹਦਾ ਪਤਾ ਲੱਗਾ ਇਕੱਲਾ ਘਰੇ ਪਿਆ ਰਿਹਾ। ਹਾਂ, ਤੇ ਇਹ ਗੱਲ ਤਾਂ ਹੈ ਕਿ ਕੰਦੋਲੇ ਪ੍ਰਦੇਸ਼ ਆ। ਇੱਥੇ ਥੋੜ੍ਹੇ ਦਿਨ ਪਹਿਲਾਂ ਇੱਕ ਇੱਦਾਂ ਹੀ ਮੈਨੂੰ ਥੋੜ੍ਹੀ ਹੈਰਾਨ ਕਰਦੀ ਗੱਲ ਆ, ਆਊਟ ਆਫ ਟੋਪਿਕ ਆ। ਉਹ ਸਾਡੇ ਇੱਦਾਂ ਹੀ ਨੌਨ 'ਚੋਂ ਬੱਚੀਆਂ ਸੀ, ਉਹ ਮੈਨੂੰ ਲੱਗਦਾ ਕੁੜੀਆਂ ਨਾ, ਤੇ ਉਹ ਘਰੇ ਆਏ ਜਿੱਦਾਂ ਸਾਰੇ ਫੈਮਿਲੀ 'ਚ ਹੁੰਦਾ ਕਿ ਕਿਤੇ ਪਾਠ ਤੋਂ ਆਏ ਸਾਰੇ ਇਕੱਠੇ ਆ ਕੇ ਇੱਕ ਜਗ੍ਹਾ ਚਾਹ ਪੀਣ ਬਹਿ ਜਾਂਦੇ ਘਰ ਇੱਕ 'ਚ ਨਾ। ਤੇ ਉਹ ਮੈਨੂੰ ਮਾਤਾ ਕਹਿੰਦੇ ਕਿ ਇਹਨੇ ਅੱਗੇ ਸਟੱਡੀ ਕਰਨੀ ਆ ਤੇ ਕੀ ਕਰੇ। ਤੇ ਮੈਂ ਇਹਨੇ ਕੀ ਕੀਤਾ, ਕਹਿੰਦੀ ਮੈਂ 3 ਰਿਆਲਸ ਕੀਤਾ। ਤੇ ਕਹਿੰਦੀ ਵੀਰੇ ਮੇਰੇ ਬੈਂਡ ਨਹੀਂ ਆਉਂਦੇ। ਤੇ ਮੈਂ ਕਿਹਾ ਤੂੰ ਕੀ ਲੈਣੇ ਕਿ ਤੇਰੇ ਨਹੀਂ ਆਉਣੇ, ਤੇਰੇ ਤੋਂ ਨਹੀਂ ਲੱਗਦਾ ਕਿ ਤੈਨੂੰ ਇੰਗਲਿਸ਼ ਵਧੀਆ ਆਉਂਦੀ। ਉਹ ਤੇ ਹੁਣ ਮੈਂ ਗ੍ਰੈਜੂਏਸ਼ਨ ਕਰਨੀ ਆ। ਮੈਂ ਕਿਹਾ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਕਾਹਦੇ ਤੇ ਕਰਨੀ ਆ, ਤੂੰ ਕਿਸੇ ਦੀ ਸਲਾਹ ਤੇ ਥੋੜ੍ਹੀ ਕਰਨੀ ਆ ਕਿ ਤੇਰੀ ਉੱਤੇ ਕੀ ਰਿਸਰਚ ਆ ਤੂੰ ਦੇਖ। ਜੇ ਮੈਂ ਕਿਹਾ ਬਾਹਰ ਕਿਉਂ ਜਾਣਾ, ਕਹਿੰਦੀ ਵੀਰੇ ਇੱਥੇ ਫਰੀਡਮ ਹੈ ਨਹੀਂ। ਹੁਣ ਤੁਸੀਂ ਉਹ ਫਰੀਡਮ ਨੂੰ ਕਿਵੇਂ ਡਿਸਕ੍ਰਾਈਬ ਕਰਦੇ ਹੋ? ਮੈਂ ਕਿਹਾ ਦੇਖ 3 ਵੱਜ ਗਏ ਨੇ ਦਿਹਾੜੀ ਦੇ, ਮੈਂ ਕਿਹਾ ਤੂੰ ਸਵੇਰੇ ਤਿਆਰ ਹੋ ਕੇ ਨਿਕਲੇਗੀ, ਪਾਠ ਦੇ ਗਏਗੀ, ਪਨੀਰ ਛਕਿਆ ਹੋਊਗਾ, ਜਲੇਬ ਛਕੇ ਹੋਣਗੇ, 3 ਵਜੇ ਜਾ ਕੇ ਚਾਹ ਪੀ ਰਹੀ ਹੈ, ਰਿਲੈਕਸ, ਤੈਨੂੰ ਕੋਈ ਚਿੰਤਾ ਨਹੀਂ, ਕੋਈ ਲੈਣਾ ਨਹੀਂ ਦੇਣਾ। ਮੈਂ ਕਿਹਾ ਇਹੀ ਫਰੀਡਮ ਆ। ਇੱਕ ਓਲੇ ਹੋ ਗਏ ਆਪਣੀ ਜ਼ਿੰਦਗੀ ਨੂੰ ਔਖੇ ਸੌਖੇ ਤਰੀਕੇ ਨਾਲ ਜਿਨ੍ਹਾਂ ਉਹ ਫਰੀਡਮ ਨਹੀਂ ਹੈਗੀ, ਪਰ ਉਹ ਆਪਣੇ ਲੋਕਾਂ ਨੇ ਪਰਿਭਾਸ਼ਾ ਹੋਰ ਬਣਾ ਲਈ। ਫਰੀਡਮ ਕਿਹਨੂੰ ਸਮਝਦੇ ਆ ਇਹ ਪਤਾ ਹੀ ਨਹੀਂ ਲੱਗ ਰਿਹਾ। ਮੈਨੂੰ ਲੱਗਦਾ ਸਿਰਫ ਲਾਣ ਪਾਣ ਨੂੰ ਜਾਂ ਫਿਰ ਹਰ ਚੀਜ਼ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਾ ਹੋਵੇ। ਮੈਨੂੰ ਲੱਗਦਾ ਕਿ ਅੱਜ ਦੇ ਯੂਥ ਦੀ ਇਹ ਫਰੀਡਮ ਹੈਗਾ, ਇੱਕ ਬਣਾਇਆ ਹੋਇਆ ਕਿ ਕਿਸੇ ਸ਼ਾਇਦ ਇਹੀ ਫਰੀਡਮ ਹੈ। ਆਪਣੇ ਲੋਕਾਂ ਦੀ ਫਰੀਡਮ ਇਹ ਆ ਕਿ ਸਾਨੂੰ ਕੋਈ ਕਮਾਂਡ ਨਾ ਕਰੇ, ਐਟਲੀਸਟ ਸਾਡਾ ਮਾਂ ਪਿਓ ਨਾ ਕਮਾਂਡ ਕਰੇ, ਜਦ ਕਿ ਦੁਨੀਆ ਸਾਰੀ ਕਰ ਲੇ। ਜਦੋਂ ਅਸੀਂ ਘਰੋਂ ਨਿਕਲਦੇ ਨਾ ਸਾਨੂੰ ਹਰ ਨੁੱਕਰ ਤੇ ਕਮਾਂਡ ਆ, ਇੱਦਾਂ ਨਹੀਂ ਕਰਨਾ, ਉੱਦਾਂ ਨਹੀਂ ਕਰਨਾ, ਆਹ ਕਰੋ ਉਹ ਕਰੋ। ਉਹਨੂੰ ਸ਼ਾਇਦ ਅਸੀਂ ਸਮਝ ਲੈਂਦੇ ਸਾਡੀ ਸਟਰਗਲ ਹੈ ਜਾਂ ਹੱਸਲ ਆ, ਉਹ ਆਪਾਂ ਅਪਣਾਓ ਆ। ਜਦ ਕਿ ਜਿਹੜੀ ਮਾਂ ਪਿਓ ਦੀ ਕਮਾਂਡ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਠੀਕ ਹੋ ਸਕਦੀ ਆ। ਮਤਲਬ ਜਿਹੜਾ ਮੈਂ ਕਹਿੰਦਾ ਕਿ ਜਿਹੜਾ ਕਾਬਲ ਆ ਇੱਥੋਂ ਜਾਵੇ, ਜਾ ਕੇ ਵੱਡੇ ਕੋਰਸ ਕਰੇ, ਨਾਸਾ 'ਚ ਕੰਮ ਕਰੇ, ਜਿੱਥੇ ਵੀ ਜੋ ਵੀ ਹੋ ਸਕਦਾ ਕਰੇ, ਹੈ ਨਾ, ਵੱਡੀਆਂ ਅਚੀਵਮੈਂਟਸ ਕਰੇ। ਪਰ ਜਿਹੜਾ ਕਾਬਲ ਨਹੀਂ, ਉਹਨੇ ਜੇ ਕਿਤੇ ਵੀ ਚਲੋ ਕੁਛ ਵੀ ਛੋਟੀ ਮੋਟੀ ਜੋਬ ਕਰਕੇ ਉਹਨੇ ਧੱਕੇ ਹੀ ਖਾਣੇ ਨੇ, ਉਹਦੇ ਲਈ ਉਹ ਫਰੀਡਮ ਨਹੀਂ, ਉਹਦੇ ਲਈ ਤਾਂ ਉਹ ਜਾਲ ਆ, ਉਹਨੇ ਬੁਣ ਲਿਆ। ਐਂਡ ਬੇਸਿਕਲੀ ਚੀਜ਼ ਇਹ ਵੀ ਹੈ ਇੱਕ ਗੱਲ ਕਿ ਉੱਥੇ ਜਾ ਕੇ ਵੀ ਉਹ ਲੇਬਰ ਹੀ ਕਰ ਰਹੇ ਨੇ। ਗੱਲ ਤੇ ਉਹੀ ਹੈ ਨਾ। ਹੁਣ ਕਹਿ ਰਹੇ ਕਿ ਜੌਬਸ ਬਹੁਤ ਘੱਟ ਨੇ, ਆਪਾਂ ਇਹ ਆਪਣੀ ਵੀਡੀਓ ਤੋਂ ਕਿਤੇ ਹੋਰ ਟੌਪਿਕ ਤੇ ਜਾ ਰਹੇ, ਪਰ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਇਸ ਗੱਲ ਤੇ, ਹੈ ਨਾ। ਹੁਣ ਉੱਥੇ ਜਾ ਕੇ ਵੀ ਧੱਕੇ ਖਾ ਰਹੇ ਨੇ, ਬਹੁਤ ਦਿਨ ਜਿਹੜੀ ਲਾਈਨਸ ਦੇ ਵਿੱਚ ਖੜੇ ਰਹਿੰਦੇ ਕਿ ਜੌਬਸ ਨਹੀਂ ਮਿਲ ਰਹੀਆਂ, ਬਟ ਗੱਲ ਇਹ ਕਿ ਉੱਥੇ ਜਾ ਕੇ ਉਹ ਸਿਰਫ ਲੇਬਰ ਕਰ ਰਹੇ ਨੇ।
ਕੋਈ ਸਕਿੱਲ ਜੌਬ ਹੋਵੇਗੀ ਤੇ ਉਹ ਵੀ ਤਿਆਰ ਨੇ ਬਿਲਕੁਲ ਦੇਣ ਨੂੰ, ਬਟ ਗੱਲ ਇਹ ਹੈ ਕਿ ਸਿਰਫ ਲੇਬਰ ਹੈ, ਇੱਥੋਂ ਪੜ੍ਹ ਕੇ ਅਗਰ ਪੜ੍ਹ ਕੇ ਵੀ ਜਾਣ ਮੈਨੂੰ ਲੱਗਦਾ ਤਾਂ ਵੀ ਵਧੀਆ ਹੈ ਕਿ ਇੱਥੇ ਐਟਲੀਸਟ ਗ੍ਰੈਜੂਏਸ਼ਨ ਤਾਂ ਕਰਕੇ ਜਾਣ, ਕੁਝ ਕਰਨ ਜੋਗੇ ਹੋਣ ਉੱਥੇ। ਇਹ ਨਾ ਅਸਲ 'ਚ ਮਸਲਾ ਕੀ ਹੈ ਕਿ ਉੱਥੇ ਤੁਸੀਂ 14 ਘੰਟੇ ਕੰਮ ਕਰ ਰਹੇ ਹੋ ਨਾ ਤੇ ਤੁਹਾਡੇ ਕੋਲ ਪੈਸੇ ਆ ਰਹੇ ਆ, ਤੁਸੀਂ ਇੱਥੇ ਵੀ 14 ਘੰਟੇ ਕੰਮ ਕਰ ਲਓ, ਤੁਹਾਨੂੰ ਇੱਥੇ ਵੀ ਪੈਸੇ ਆ ਜਾਣਗੇ। ਹਾਂ ਮਤਲਬ ਮੇਰਾ ਇੱਕ ਕਜ਼ਨ ਹੀ, ਅਸੀਂ ਕੱਲ੍ਹ ਹੀ ਗੱਲ ਕਰ ਰਹੇ ਸੀ, ਉਹਨੇ ਨਾ 5-6 ਸਾਲ ਦੁਬਈ ਲਾਏ ਤੇ ਹੁਣ ਉਹ ਕਿਤੇ ਹੋਰ ਜਾਣਾ ਚਾਹੁੰਦਾ, ਕਹਿੰਦਾ ਮੈਂ 7-8 ਮਹੀਨੇ ਤੋਂ ਵਾਪਸ ਨਹੀਂ ਗਿਆ। ਤੇ ਮੈਂ ਕਿਹਾ ਇੱਥੇ ਕੁਝ ਕਰ ਲਾ, ਕਹਿੰਦਾ ਯਾਰ ਇੱਥੇ ਕੁਝ ਕਰਨ ਨੂੰ ਲੱਭਦਾ ਨਹੀਂ। ਮੈਂ ਕਿਹਾ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਆ ਕਿ ਜਿੰਨੀ ਰਿਕੁਆਇਰਮੈਂਟ ਆਉਂਦੀਆਂ ਉਹਦੀਆਂ ਡਿਮਾਂਡਸ ਨੇ, ਤੁਸੀਂ ਸੋਚੋ ਤਾਂ ਸਹੀ। ਅਸਲ 'ਚ ਅਸੀਂ ਉੱਥੇ 2016 'ਚ ਅਸੀਂ ਇਕੱਠੇ ਸੀ ਦੁਬਈ ਤੁਸੀਂ। ਹਾਂ ਤੁਸੀਂ ਉੱਥੇ, ਮੇਰੀ ਜੌਬ ਹੋਰ ਸੀ, ਉਹ ਟਰੱਕ ਡਰਾਈਵਿੰਗ 'ਚ ਸੀਗਾ। ਤੇ ਮੈਂ ਉਹ ਕਹਿੰਦਾ ਯਾਰ ਤੂੰ ਆ ਕੇ ਤੇਰਾ ਤੇ ਸੈੱਟ ਆ ਗਿਆ। ਮੈਂ ਕਿਹਾ ਮੈਂ ਇਕੱਲਾ ਕਲਾਕਾਰ ਸੋਚ ਕੇ ਨਹੀਂ ਆਇਆ ਸੀਗਾ, ਮੈਂ 4 ਆਪਸ਼ਨਸ ਹੋਰ ਸੋਚ ਕੇ ਆਇਆ ਸੀਗਾ, ਜੇ ਆ ਨਹੀਂ ਤੇ ਮੈਂ ਆ ਤਾਂ ਕਰ ਲੂੰਗਾ। ਮੈਂ ਕਿਹਾ ਤੁਸੀਂ ਸੋਚਦੇ ਨਹੀਂ ਹੋ ਕਿ ਸੋਚੋ ਤਾਂ ਸਹੀ ਕਿ ਇੱਥੇ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ, ਪਰ ਆਪਣਾ ਹੀ ਉਹੀ ਸੋਚ ਉੱਥੇ 6 ਦਿਨ 14 ਘੰਟੇ ਕੰਮ ਕਰ ਸਕਦੇ ਨੇ, ਜਦ ਕਿ ਇੱਥੇ ਵੀ ਕਰੀਏ ਤੇ ਹੋ ਜਾਂਦਾ। ਪਰ ਇੱਥੇ ਕਿਸੇ ਦਾ ਵਿਆਹ ਗਿਆ, ਕਿਸੇ ਦਾ ਪਾਠ ਆ ਗਿਆ, ਕਿਸੇ ਦਾ ਮੇਲਾ ਆ ਗਿਆ, ਕਿ ਮੱਸਿਆ ਆ ਗਈ, ਉਹ ਹਫਤੇ 'ਚ 4 ਦਿਨ ਤੇ ਸਾਡੇ ਪਲੈਨਿੰਗ ਨੇ। ਹੁਣ ਕਈ ਮੈਂ ਪਿੰਡਾਂ 'ਚ ਹੈਰਾਨ ਹੁੰਦਾ ਆਪਣੇ ਦੇਖ ਕੇ ਕਿ ਮੁੰਡੇ ਨਾ ਅਕਤੂਬਰ ਤੋਂ ਫਰਵਰੀ ਤੱਕ ਪੈਕ ਕਰ ਲੈਂਦੇ ਯਾਰ ਇੰਨੇ ਵਿਆਹ ਫਲਾਨੇ ਵਿਆਹ, ਉਹ ਮਤਲਬ ਉਹ 6 ਮਹੀਨੇ ਤਾਂ ਉੱਚੀ ਪਲੈਨਿੰਗ ਹੁੰਦੀ ਕਿ ਸਾਡੇ ਵਿਆਹ ਨੇ ਫਲਾਨੇ ਦੇ ਚਾਚੇ ਦੇ, ਉਹਦੇ ਗਾਂ ਦੀ ਗਾਂ, ਦੋਸਤ ਦੇ ਚਾਚੇ ਦੇ ਗਾਂ। ਮਤਲਬ ਉਹ ਤੁਸੀਂ ਜਦੋਂ ਇੰਨੇ ਉੱਥੇ ਬੈਠੇ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ 4 ਮਹੀਨੇ ਵਿਆਹ ਵੇਖੋਗੇ, ਇੱਕ ਵਿਆਹ ਹੀ ਆਓਗੇ ਵੀ ਕਿ ਬੜੇ ਖਾਸ ਦਾ ਜੇ ਤੁਹਾਨੂੰ ਲੱਗਾ ਕਿ ਮੈਨੇਜ ਹੋ। ਉਹ ਵੀ ਬਹੁਤ 2 ਸਾਲਾਂ ਬਾਅਦ ਘੱਟੋ ਘੱਟ 1 ਸਾਲ ਬਾਅਦ। ਇੱਥੇ ਦੇ ਬੰਦੇ ਜੰਮਣ ਮਰਨ 'ਚ ਬੜੇ ਬਿਜ਼ੀ ਨੇ, ਤਾਂ ਕਰਕੇ ਨਹੀਂ ਹੋ ਪਾ ਰਿਹਾ। ਜੇ ਲੋਕ ਆਪਣੀ, ਹੁਣ ਮੈਂ ਉੱਥੇ ਇੰਗਲੈਂਡ ਦੇਖਿਆ ਕਿ 16 ਸਾਲਾਂ ਤੋਂ ਜੌਬ ਕਰਨੀ ਸ਼ੁਰੂ ਕਰ ਦਿੰਦੇ ਨੇ, ਜੌਬ ਵੀ ਸਟੱਡੀ ਵੀ, ਪੇਰੈਂਟਸ ਆਪ ਹੀ ਭੇਜ ਦਿੰਦੇ ਘਰ। ਹਾਂਜੀ ਉਹ ਪਲਾਨਡ ਨੇ ਕਿ ਅਸੀਂ ਨਾਲ ਚੀਜ਼ਾਂ ਕਰਨੀਆਂ। ਤੇ ਲੱਗੇ ਵੀ ਬਰਗਰ ਕਿੰਗ ਸਬਵੇ ਤੇ ਹੁੰਦੇ ਨਾ, ਉਹਨਾਂ ਨੂੰ ਵੇਖ ਕੇ ਉਹ ਲਾਚਾਰ ਨਹੀਂ ਲੱਗਦੇ, ਉਹ ਮਜਬੂਰ ਨਹੀਂ ਲੱਗਦੇ, ਉਹਨੂੰ ਪਤਾ ਲੱਗ ਜਾਂਦਾ ਕਿ ਸਾਡੀ ਲਾਈਫ ਦੀ ਹਸਲ ਸਟਾਰਟ ਵੀ ਅਸੀਂ ਕਰਨੀ ਆ। ਇਹ ਆਪਣੇ ਬੰਦੇ ਪਹਿਲਾਂ ਕੁਝ ਕਰਦੇ ਨਹੀਂ, 26 ਸਾਲ 'ਚ ਸੋਚੀ ਜਾਂਦੇ ਇੱਥੇ ਮੌਕੇ ਹੈ ਨਹੀਂ ਗੇ, ਇੱਥੇ ਆ ਨਹੀਂ ਹੈਗਾ, ਉਹ ਸਾਡੇ ਤੇ ਹੀ ਹੈ ਸਾਰਾ ਕੁਝ। ਤੁਹਾਨੂੰ ਲੱਗਦਾ ਇਹ ਫੈਮਿਲੀ, ਇੰਡੀਅਨ ਫੈਮਿਲੀਜ਼ ਜਿਹੜੀ ਆ ਉਹ ਪੈਂਪਰ ਵੀ ਬਹੁਤ ਕਰਕੇ ਰੱਖਦੀ ਆ ਆਪਣੇ ਬੱਚਿਆਂ ਨੂੰ? ਮੇਰੀ ਗੱਲ ਸੁਣੋ, ਜੇ ਕਿਸੇ ਨੂੰ ਸੁੱਖ ਮਿਲ ਰਿਹਾ ਤੇ ਕੋਈ ਪਾਪ ਥੋੜੀ ਆ, ਹੈ ਨਾ। ਪਰ ਇੱਕ ਮੈਨੂੰ ਲੱਗਦਾ ਇਹ ਪੇਰੈਂਟਸ ਦੀ ਵੀ ਡਿਊਟੀ ਹੁੰਦੀ ਹੈ ਕਿ ਜਦੋਂ 16-17 ਸਾਲ ਦੇ ਹੁੰਦੇ ਉਹਨਾਂ ਨੂੰ ਪ੍ਰਿਪੇਅਰ ਕਰਨਾ ਚਾਹੀਦਾ ਕਿ ਤੁਸੀਂ ਅੱਗੇ ਕੰਮ ਕਰਨਾ ਹੈ, ਤੁਸੀਂ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਹੈ। ਹੁਣ ਅਗਰ ਤੁਹਾਡੀ ਪਿੰਡਰ ਇਹ ਸੋਚ ਰੱਖਦੇ ਤਾਂ ਪਿੰਡਰ ਤੁਸੀਂ ਹੁਣ ਇਸ ਏਜ 'ਚ ਆ ਕੇ ਤਾਂ ਨਹੀਂ ਸੋਚ ਰੱਖ ਰਹੇ ਹੋਗੇ, ਪਹਿਲੇ ਤਾਂ ਹੋਏਗੀ ਸੋਚ, ਹੈ ਨਾ। ਮਤਲਬ ਜਿਹੜਾ ਮੈਨੂੰ ਲੱਗਦਾ ਕਿ 90s ਵਾਲੇ ਸੀ ਸਾਡੀ ਜਨਰੇਸ਼ਨ, ਉਦੋਂ ਪ੍ਰੈਸ਼ਰ ਬਹੁਤ ਸੀ ਬੱਚਿਆਂ ਦੇ। ਹੁਣ ਜੈਨਜ਼ੀ ਵਾਲੇ ਨਹੀਂ ਹੈ ਇੰਨੇ ਪ੍ਰੈਸ਼ਰਾਈਜ਼ਰ ਜੀ, ਜੈਡ ਜਨਰੇਸ਼ਨ ਲਈ ਥੋੜਾ ਜਿਹਾ ਸੌਖਾ ਆ। ਮੈਂ ਨਾ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 3 ਇਡੀਅਟ ਵਰਗੀਆਂ ਫਿਲਮਾਂ ਦਾ ਬਹੁਤ ਇਨਫਲੂਐਂਸ ਆ, ਤੇ ਉਹਨਾਂ ਨੇ ਮੇਰੇ ਤੇ ਬਹੁਤ ਚੀਜ਼ਾਂ ਚੇਂਜ ਕੀਤੀਆਂ। ਹਾਂਜੀ, ਤੇ ਹੁਣ ਵਾਲਿਆਂ ਨੂੰ ਥੋੜਾ ਜਿਹਾ ਹੋ ਗਿਆ ਕਿ ਬੱਚੇ ਨੂੰ ਮਾਰੋ ਨਾ, ਇਹ ਨਾ ਕਰੋ। ਮੇ ਵੀ ਆਉਣ ਵਾਲੀਆਂ ਜਨਰੇਸ਼ਨ ਸਮਝ ਲੈਣ, ਪਰ ਉਦੋਂ ਨਹੀਂ ਸੀਗਾ। ਤੇ ਉਦੋਂ ਨਹੀਂ ਹੋਣ ਦੇ ਬਾਵਜੂਦ ਵੀ ਤੁਸੀਂ ਟਾਈਮ ਲਈ ਸਮਝ ਲੈਂਦੇ ਤੇ ਉਸ ਤੋਂ ਵੱਡਾ ਕੁਝ ਨਹੀਂ ਹੈਗਾ। ਕਿਉਂਕਿ ਮੈਂ ਤੇ ਇਸ ਚੀਜ਼ 'ਚ ਹੈਰਾਨ ਹੁੰਦਾ ਕਿ ਸਾਡੇ ਆਮ ਘਰਾਂ ਦੇ ਪਰਿਵਾਰਾਂ 'ਚ ਮਾਂ ਪਿਓ ਪਤਾ ਕੀ ਸੋਚਦੇ ਆ, ਪੁੱਤ ਕਿਤੇ ਪੁਲਿਸ ਫੌਜ 'ਚ ਭਰਤੀ ਹੋ ਜਾਂਦਾ ਤੇ 25,000 ਵੱਜ ਜੇ ਤੇ ਬੜਾ ਨਜ਼ਾਰਾ ਹੋ ਜੇ। ਉਹ ਸਾਡਾ ਕਸੂਰ ਨਹੀਂ, ਜਦੋਂ ਸਾਡਾ ਮਾਂ ਪਿਓ ਇੰਨਾ ਸੋਚ ਪਾ ਰਿਹਾ ਸਾਡੇ ਲਈ, ਜਿਹੜਾ ਸਾਡੇ ਲਈ ਸਾਰਾ ਕੁਝ ਆ, ਜਦੋਂ ਉਹਦੀ ਸੋਚ ਹੀ ਸਾਨੂੰ ਲੈ ਕੇ ਇੰਨੀ ਆ ਤੇ ਅਸੀਂ ਵੱਡਾ ਕਿੱਦਾਂ ਸੋਚ ਲਈਏ। ਉਹਦੇ ਕੋਈ ਕਰਮ ਵਾਲਾ ਵਾ, ਹਿੰਮਤ ਮਾਰ ਕੇ ਉਸ ਜਿਹੜੇ ਉਹ ਤਾਰ ਤੋਂ ਅੱਗੇ ਨਿਕਲ ਆਇਆ। ਜਦੋਂ ਆਪਾਂ ਇਕਨੋਮਿਕਸ ਪੜ੍ਹਦੇ ਹਾਂ ਉਹਦੇ ਵਿੱਚ ਦੱਸਦੇ ਕਿ ਕਿਸ ਤਰ੍ਹਾਂ ਇਹ ਸਰਕਲ ਚੱਲਦਾ ਹੈ ਨਾ, ਜਿਹੜੀ ਫੈਮਿਲੀ ਮਿਡਲ ਕਲਾਸ ਹੈ ਜਾਂ ਪੂਅਰ ਫੈਮਿਲੀਜ਼ ਹੈਗੀਆਂ ਹੈ ਨਾ, ਉਹ ਅਗਰ ਇਸੇ ਸੋਚ ਨੂੰ ਲੈ ਕੇ ਜਦੋਂ ਘੁੰਮਦੀਆਂ ਰਹਿੰਦੀਆਂ ਤੇ ਉੱਥੇ ਹੀ ਫਸ ਕੇ ਜਿਹੜਾ ਰਹਿ ਜਾਂਦੀ ਹੈ, ਉਹ ਸਰਕਲ ਉਸੇ ਤਰ੍ਹਾਂ ਚੱਲਦਾ ਰਹਿੰਦਾ। ਇਹਨੂੰ ਤੋੜਨਾ ਬੜਾ ਜ਼ਰੂਰੀ ਹੈ ਨਾ, ਉਹ ਸੋਚ ਰੱਖਣੀ ਬਹੁਤ ਜ਼ਰੂਰੀ ਹੈ, ਇੱਕ ਹਿੰਮਤ ਮਾਰਨੀ ਬਹੁਤ ਜ਼ਰੂਰੀ ਹੈ। ਉਹ ਮੈਨੂੰ ਲੱਗਦਾ ਹਿੰਮਤ ਮਾਰਨੀ ਹਰ ਇੱਕ ਚੀਜ਼ 'ਚ ਬਹੁਤ ਜ਼ਰੂਰੀ ਹੈ। ਹੁਣ ਜਦੋਂ ਤੁਹਾਡੇ ਗੀਤ ਦੀ ਜਿਗਰੇ ਦੀ ਗੱਲ ਕਰੀਏ, ਉਹ 'ਚ ਜਿਹੜਾ ਕਨਸੈਪਟ ਹੈ ਵੀਡੀਓ ਦਾ ਕਿ ਨਸ਼ੇ ਕਰ ਰਹੇ ਆ, ਇਹ ਨਸ਼ਾ ਕੌਣ ਛੁਡਾ ਸਕਦਾ ਹੈ? ਆਪਣਾ ਆਪ। ਜੇ ਤੁਸੀਂ ਸੋਚੋ ਕਿ ਮੈਂ ਇਹ ਛੱਡਣਾ ਹੈ, ਜੇ ਆਪਣੀ ਫੈਮਿਲੀ ਦਾ ਹਾਲ ਦੇਖੋ, ਅਸੀਂ ਦੇਖਦੇ ਹਾਂ ਕਿ ਇੱਕ ਮਾਂ ਆਉਂਦੀ ਹੈ ਨਾ, ਸਟਾਰਟਿੰਗ ਇੱਥੋਂ ਹੁੰਦੀ ਹੈ ਵੀਡੀਓ ਦੀ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਆਪਣੇ ਆਪ 'ਤੇ ਬਹੁਤ ਡਿਪੈਂਡ ਕਰਦੀ ਹੈ ਕਿ ਸਰਕਲ ਕਿਵੇਂ ਤੋੜਨਾ ਇੱਕ ਚੀਜ਼ ਦਾ। ਉਹ ਗੋਲਾ ਤੋੜਨਾ ਬਹੁਤ ਜ਼ਰੂਰੀ ਹੁੰਦਾ, ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਇਹੀ ਮੈਨੂੰ ਲੱਗਦਾ ਕਿ ਅੱਛੀ ਚੀਜ਼ ਵੀ ਹੈਗੀ ਆ ਔਰ ਜ਼ਰੂਰੀ ਵੀ ਆ ਅੱਜ ਕੱਲ੍ਹ ਦੇ। ਮਤਲਬ ਇੱਕ ਨਾ ਬੜੀ ਸਿੱਧੀ ਗੱਲ ਆ, ਚਾਹੇ ਆਪਾਂ ਹੀ 4 ਜਣਿਆਂ ਰੂਮ 'ਚ ਬੈਠੇ ਆ ਤੇ ਆਪਾਂ ਆਲਮੋਸਟ ਸਾਰੇ ਅਨਫਿਟ ਹੁੰਦੇ ਅੱਜ ਦੇ ਟਾਈਮ 'ਚ। ਅਸੀਂ ਜੰਕ ਫੂਡ ਨਹੀਂ ਛੱਡ ਪਾਉਂਦੇ, ਅਸੀਂ ਟਿੱਕੀਆਂ ਨੂਡਲ ਨਹੀਂ ਛੱਡ ਪਾਉਂਦੇ, ਹੈ ਨਾ, ਅਸੀਂ 6 ਰੋਟੀਆਂ ਦੇ 4 ਨਹੀਂ ਕਰ ਪਾਉਂਦੇ। ਤੇ ਜਿਹਦੇ ਅੰਦਰ ਕੈਮੀਕਲ ਚਲ ਗਏ ਨੇ, ਅਸੀਂ ਉਹ ਤੋਂ ਕੀ ਹੋਪ ਕਰਦੇ ਹਾਂ ਕਿ ਉਹ ਨਸ਼ਾ ਛੱਡ ਪਾਵੇ। ਨਸ਼ਾ ਬਿਲਕੁਲ, ਮਤਲਬ ਤਾਂ ਜੰਕ ਫੂਡ ਵੀ ਇੱਕ ਨਸ਼ਾ ਹੀ ਜਿਹੜਾ ਨਹੀਂ ਛੱਡ ਪਾਉਂਦੇ। ਮਤਲਬ ਇੱਕ ਛੋਟੀ ਜਿਹੀ ਚੀਜ਼ ਨਹੀਂ ਛੱਡ ਪਾ ਰਹੇ, ਤੇ ਜਿਹਨੇ ਆਪਣੇ ਮਾਨਸਿਕਤਾ ਨੂੰ ਇੰਨਾ ਘੁੱਟ ਕੇ ਨਸ਼ੇ ਤੇ ਲੱਗ ਗਿਆ, ਉਹ ਵਿਚਾਰਾ ਕਿਵੇਂ ਛੱਡ ਪਾਊਗਾ?
ਪਰ ਉੱਥੇ ਹੁਣ ਉਹ ਸਾਰੀ ਉੱਥੇ ਤੁਹਾਨੂੰ ਉੱਥੇ ਪੁਸ਼ ਮਾਰਨਾ ਪਊਗਾ ਉਹਨੂੰ ਵੀ ਤੇ ਉਹਦੀ ਪਰਿਵਾਰ ਨੂੰ ਵੀ। ਤੁਸੀਂ ਆਪਣੀ ਅਸਲ ਜ਼ਿੰਦਗੀ ਦੇ ਵਿੱਚ, ਮੈਂ ਜਦੋਂ ਤੁਹਾਨੂੰ ਪੁੱਛਿਆ ਕਿ ਤੁਹਾਡੇ ਗਰੁੱਪ ਦੇ ਵਿੱਚ ਤਾਂ ਨਹੀਂ ਸੀ ਕੋਈ, ਤਾਂ ਤੁਸੀਂ ਕਿਹਾ ਨਹੀਂ, ਬਟ ਇਦਾਂ ਦਾ ਕੋਈ ਇਨਸਾਨ ਦੇਖਿਆ ਹੈ ਕਿ ਜਿੰਨੇ ਹਿੰਮਤ ਮਾਰੀ ਹੈ, ਬਹੁਤ ਪਹਿਲੇ ਫਸਿਆ ਹੋਵੇ ਇਸ ਚੀਜ਼ ਦੇ ਵਿੱਚ, ਹਿੰਮਤ ਮਾਰ ਕੇ ਬਟ ਨਿਕਲਿਆ ਵੀ ਹੈ? ਮੈਂ ਉਹ ਵੀ ਬਹੁਤ ਵੇਖੇ ਨੇ ਜਿਹਨਾਂ ਨੂੰ ਮੈਂ 10-10 ਸਾਲ ਤੋਂ ਦੇਖ ਰਿਹਾ, ਕਰੀ ਜਾ ਰਹੇ ਨੇ, ਬਹੁਤ ਨੇ। ਤੇ ਇੱਕ ਮੁੰਡਾ ਨਾ, ਉਹ ਵੱਡੀ ਐਗਜ਼ਾਮਪਲ ਹੈ ਪੰਜਾਬ 'ਚ, ਸੁੱਖ ਜੌਲ। ਉਹਦੀ ਜੋ ਕਹਾਣੀ ਸੁਣੀ ਕਿ ਉਹ 4 ਭੈਣਾਂ ਦਾ ਇਕੱਲਾ ਭਰਾ ਆ, ਹੁਣ ਬੜਾ ਫੇਮਸ ਹੈ ਇਸ ਵੇਲੇ ਉਹ। ਤੇ ਇਹਨੇ ਬਹੁਤ ਨਸ਼ੇ ਕਰਦਾ ਸੀ, ਉਹਨੇ ਆਪ ਦੱਸਿਆ। ਤੇ ਉਹਨੇ ਬਾਅਦ 'ਚੋਂ ਉਹਦੇ ਕੀ ਮਨ ਮਿਹਰ ਪਈ, ਉਹਨੇ ਆਪਣੇ ਭੈਣਾਂ ਦਾ, ਮਾਂ ਪਿਓ ਦਾ ਦੁੱਖ ਦੇਖਿਆ ਤੇ ਉਹਨੇ ਛੱਡਤਾ ਸਾਰਾ ਕੁਝ। ਤੇ ਮੈਂ ਉਹਨੂੰ ਉਦੋਂ 3-4 ਹਜ਼ਾਰ ਫਾਲੋਅਰ ਸੀ ਲੋਕਡਾਊਨ 'ਚ, ਜਦੋਂ ਉਹਨੇ ਉਹ ਕ੍ਰੋਸਫਿਟ ਦੀਆਂ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ। ਉਹ ਇਸ ਵੇਲੇ 12-13 ਲੱਖ ਉਹਦਾ ਫਾਲੋਅਰ ਆ, ਹਰ ਮੇਲੇ ਤੇ ਹਰ ਉਹਨੂੰ ਫੰਕਸ਼ਨ ਤੇ ਸਨਮਾਨ ਕੀਤਾ ਜਾਂਦਾ, ਵਧੀਆ ਗਰੋ ਕਰ ਗਿਆ। ਤੇ ਉਹ ਕਹਿੰਦਾ ਕਿ ਮੈਂ 4 ਸਾਲ ਤੋਂ ਜਿਮਿੰਗ 'ਚ, ਮੈਂ ਇੱਕ ਦਿਨ ਜਿਮ ਨਹੀਂ ਮਿਸ ਕੀਤਾ, ਆਪਣੀ ਐਕਸਰਸਾਈਜ਼ ਮਿਸ ਨਹੀਂ ਕੀਤੀ। ਤੇ ਉਹ ਇੱਕ ਆਪਣੇ 'ਚ ਇੱਕ ਵੱਡੀ ਐਗਜ਼ਾਮਪਲ ਹੈ, ਜਿਹੜਾ ਮੁੰਡਾ ਉੱਥੋਂ ਨਿਕਲ ਗਿਆ ਆ। ਤੇ ਉਹਦੇ ਹਜ਼ਾਰਾਂ ਹੀ ਨੇ ਮੇਰੀ ਜ਼ਿੰਦਗੀ 'ਚ ਦੇਖਣ ਨੂੰ, ਮੇਰੇ ਜਿਨ੍ਹਾਂ ਨੂੰ ਬੜਾ ਮੱਥਾ ਖਪਾਈ ਕਰੀਦੀ ਆ ਕਿ ਛੱਡ ਦੋ, ਨਹੀਂ ਇਹ ਉਹ। ਪਰ ਮੈਂ ਲੈ ਦੇ ਕੇ ਉਹ ਗੱਲ ਸੋਚਦਾ ਹੁੰਦਾ ਕਿ ਅਸੀਂ 6 ਰੋਟੀਆਂ ਨੂੰ 4 ਨਹੀਂ ਕਰ ਪਾ ਰਹੇ ਆਪਣਿਆਂ ਨੂੰ ਫਿੱਟ ਹੋਣ ਲਈ, ਤੇ ਇੱਕ ਬੰਦਾ ਜਿਹੜਾ ਸਨਿਫ ਕਰ ਰਿਹਾ ਵਾ ਡਰੱਗ, ਉਹਦੇ ਲਈ ਤੇ ਬੜੀ ਔਖੀ ਗੱਲ ਆ। ਸੋ ਇਹ ਤਾਂ ਆਪ ਹੀ ਹਿੰਮਤ ਮਾਰ ਲੈਣ, ਮਹਾਰਾਜ ਉਹਨਾਂ ਦੇ ਅਕਾਲ ਪੁਰਖ ਮਿਹਰ ਕਰੇ। ਜਦੋਂ ਤੁਸੀਂ ਟੀਨੇਜ ਦੇ ਵਿੱਚ ਸੀਗੇ, ਓਬਵੀਅਸਲੀ ਹਰ ਇੱਕ ਬੱਚੇ ਦਾ ਪੇਰੈਂਟ ਬਹੁਤ ਪਰੇਸ਼ਾਨ ਹੁੰਦਾ ਉਸ ਏਜ ਦੇ ਵਿੱਚ, ਕਿ ਟੈਨਸ਼ਨ ਇਹ ਹੁੰਦੀ ਹੈ ਕਿ ਬੱਚਾ ਕਿਤੇ ਗਲਤ ਰਾਹ 'ਤੇ ਨਾ ਪੈ ਜਾਵੇ, ਹੈ ਨਾ। ਤੁਹਾਡੇ ਘਰਦਿਆਂ ਨੇ ਤੁਹਾਨੂੰ ਕੀ ਨਸੀਹਤ ਹੁੰਦੀ ਹੈ, ਇੱਕ ਹੈ ਨਾ ਦੇਣੀ ਹੁੰਦੀ ਹੈ, ਕਿ ਸਮਝਾਉਂਦੇ ਹੁੰਦੇ, ਤੁਹਾਨੂੰ ਕੀ ਸਮਝਾਉਂਦੇ ਹੁੰਦੇ ਸੀ? ਮੈਨੂੰ ਨਾ, ਜਦੋਂ ਮੈਂ 10ਵੀਂ ਤੋਂ ਬਾਅਦ 10th ਤੋਂ ਬਾਅਦ ਘਰੋਂ ਨਿਕਲ ਗਿਆ, ਮੈਂ ਆਪਣੇ ਮਾਪਿਆਂ ਨੂੰ ਇੱਕ ਗੱਲ ਕਹੀ ਕਿ ਜਦੋਂ ਤੱਕ ਤੁਹਾਨੂੰ ਮੇਰੇ ਬਾਰੇ ਕੋਈ ਗਲਤ ਖਬਰ ਜਾਂ ਕੋਈ ਲਾਮਾ ਨਹੀਂ ਆਉਂਦਾ, ਤੁਸੀਂ ਸ਼ੱਕ ਨਹੀਂ ਕਰਨਾ ਮੇਰੇ ਤੇ ਨਾ ਹੀ ਕੋਈ ਮੇਰੇ ਪਿੱਛੇ ਤੁਹਾਨੂੰ ਜਾ ਕੇ ਪੁੱਛਣ ਦੀ ਲੋੜ ਆ। ਤੇ ਉਹਨਾਂ ਨੇ ਇਸ ਗੱਲ 'ਚ ਯਕੀਨ ਰੱਖਿਆ, ਤੇ ਉਸੇ ਚੀਜ਼ ਤੇ ਆਪਾਂ ਰਹੇ ਕਿ ਠੀਕ ਆ, ਮਤਲਬ ਆਪਣਿਆਂ ਨੂੰ ਪੱਕਿਆਂ ਕਰ ਲਿਆ ਕਿ ਜੋ ਕਰ ਸਕਦੇ ਹੋ ਕਰੋ, ਪਰ ਇੱਕ ਲਿਮਿਟ ਹੋਣੀ ਚਾਹੀਦੀ ਆ। ਬਾਅਦ ਚਲੋ 1-2 ਲਾਮੇ ਆਏ ਵੀ, ਪਰ ਉਹ ਖਤਰਨਾਕ ਨਹੀਂ ਸੀਗੇ ਕਿ ਜਿਹੜਿਆਂ ਤੇ ਤੁਸੀਂ ਆਪਣੀ ਜ਼ਿੰਦਗੀ ਦਾ ਤੇ ਲਾ ਬੈਠੇ ਹੋ। ਤੇ ਮੈਂ ਬੜੇ ਰੰਗ ਦੇਖੇ, ਪਰ ਚਲੋ ਜ਼ਿੰਦਗੀ 'ਚ 1-2 ਕੋਈ ਸੀਨੀਅਰ ਉਹ ਸੀਗੇ ਜਿਨ੍ਹਾਂ ਨੇ ਗਲਤ ਕਰਦੇ ਨੂੰ ਗੁੱਟ ਤੋਂ ਫੜ ਕੇ ਮੋੜ ਲਿਆ, ਜਾਂ ਕੁਛ ਇਹੋ ਜਿਹੀ ਚੀਜ਼ਾਂ ਜਿਨ੍ਹਾਂ ਤੇ ਕਰਕੇ ਨੁਕਸਾਨ ਝੱਲ ਕੇ ਫਿਰ ਵਾਪਸ ਆ ਗਏ। ਮਤਲਬ ਮੈਂ ਆਪਣੀ ਜ਼ਿੰਦਗੀ ਦੇ ਪਿਛਲੇ 6 ਮਹੀਨੇ ਹਮੇਸ਼ਾ ਸ਼ੀਸ਼ੇ 'ਚ ਦੇਖ ਕੇ ਅਗਲੇ ਡਿਸੀਜਨ ਲੈਂਦਾ ਹੁੰਦਾ ਕਿ ਆਹ ਕੀ ਸੀ ਤੇ ਕਿਵੇਂ ਹੋਇਆ ਤੇ ਕਿਉਂ ਹੋਊਗਾ। ਤੇ ਜਾਂ ਜਿਹੜੇ ਅੱਗੇ ਕਰ ਰਹੇ ਨੇ ਉਹਨਾਂ ਨੇ ਗਲਤ ਕੀ ਕੀਤਾ ਆ ਤੇ ਉਹਨਾਂ ਨੇ ਸਹੀ ਕੀ ਕੀਤਾ ਆ। ਉਹਨਾਂ ਜੋ ਗਲਤ ਕੀਤਾ ਆ ਉਹਨੂੰ ਆਪਾਂ ਕੱਟ ਆਫ ਕਰ ਦਈਦਾ, ਜੋ ਸਹੀ ਕੀਤਾ ਉਹਨੂੰ ਫੋਲੋ ਕਰ ਲਈਦਾ। ਅੱਛਾ, ਤੁਸੀਂ ਗੱਲ ਕਹੀ ਕਿ ਤੁਸੀਂ ਆਪਣੇ ਘਰਦਿਆਂ ਨੇ ਕਿਹਾ ਕਿ ਮੈਂ ਨਹੀਂ, ਹੈ ਨਾ, ਕੁਛ ਆਪਣੀ ਲਿਮਿਟ ਕ੍ਰਾਸ ਨਹੀਂ ਕਰੂੰਗਾ। ਉਹਨਾਂ ਨੇ ਤੁਹਾਨੂੰ ਸਮਝਾਇਆ ਕਿ ਲਿਮਿਟ 'ਚ ਰਹਿਣਾ ਹੈ। ਭਰੋਸਾ ਇੱਥੇ ਆਉਂਦਾ ਹੈ। ਭਰੋਸਾ ਰੱਖਣਾ ਔਰ ਭਰੋਸਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਨਾ। ਇੱਕ ਭਰੋਸਾ ਦਿਵਾਉਣਾ ਬਹੁਤ ਸਭ ਤੋਂ ਔਖੀ ਚੀਜ਼ ਮੈਨੂੰ ਲੱਗਦਾ ਕਿ ਭਰੋਸਾ ਦਿਵਾਉਣਾ ਹੈ, ਤੇ ਅਗਲਿਆਂ ਦਾ ਕਰਨਾ ਵੀ ਬੜੀ ਔਖੀ ਚੀਜ਼ ਹੈ। ਜ਼ਿੰਦਗੀ 'ਚ ਘਰਦਿਆਂ ਦੀ, ਚਲੋ ਘਰਦੇ ਤਾਂ ਹਮੇਸ਼ਾ ਭਰੋਸਾ ਰੱਖਦੇ ਹੀ ਹੁੰਦੇ ਆ ਆਪਣੇ ਬੱਚੇ ਤੇ, ਹੈ ਨਾ, ਬਟ ਲਾਈਫ ਜਦੋਂ ਅੱਗੇ ਵੱਧਦੀ ਹੈ ਜਾਂ ਤੁਸੀਂ ਆਪਣੇ ਕੰਮ ਦੇ ਵਿੱਚ ਪੈਂਦੇ ਹੋ, ਉੱਥੇ ਕਿੱਦਾਂ ਦੇ ਲੋਕ ਹਮੇਸ਼ਾ ਤੁਹਾਨੂੰ ਮਿਲੇ ਹੈ? ਭਰੋਸਾ ਰੱਖਣ ਵਾਲੇ ਜ਼ਿਆਦਾ ਮਿਲੇ ਹੈ ਜਾਂ ਭਰੋਸਾ ਤੋੜਨ ਵਾਲੇ ਜ਼ਿਆਦਾ ਮਿਲੇ? ਇਹ ਨਾ, ਇਹਦੇ ਤੇ ਮੇਰੀ ਆਪਣੀ ਛੋਟੀ ਜਿਹੀ ਥਿਊਰੀ ਆ, ਕਿਉਂਕਿ ਮੈਂ ਨਾ ਜਦੋਂ ਮੈਂ ਆਪਣੀ ਸ਼ਾਇਰੀ ਦੀ ਕਿਤਾਬ ਲਿਖਣੀ ਸ਼ੁਰੂ ਕੀਤੀ, ਉਹਦੀ ਟੈਗਲਾਈਨ ਲਿਖੀ ਸੀ, ਤੇਰਾ ਸ਼ਾਇਰ ਇੱਕ ਕਿਤਾਬ ਗੁੜੇ। ਤੇ ਮੈਂ ਹਮੇਸ਼ਾ ਆਪਣੀਆਂ ਥਿਊਰੀਆਂ ਆਪ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਚਲੋ ਜੇ ਤੁਸੀਂ ਬਹੁਤ ਜ਼ਿਆਦਾ ਗਿਆਨ ਸਿੱਖਦੇ ਤਾਂ ਉਹਦਾ ਤੋੜ ਹੀ ਨਹੀਂ, ਪਰ ਜੇ ਤੁਸੀਂ ਨਹੀਂ ਪੜ੍ਹ ਪਾ ਰਹੇ ਹੋ ਲੋਕਾਂ ਨੂੰ, ਤੇ ਤੁਸੀਂ ਆਪਣੇ ਆਪ ਨਾਲ ਤਜਰਬਿਆਂ ਨਾਲ ਜੋ ਸਿੱਖ ਰਹੇ ਹੋ ਉਹ ਵੀ ਵੱਡਾ। ਕਈ ਕਹਿਣਗੇ ਕਿ ਯਾਰ ਮੈਂ ਆਹ ਕਰਨਾ ਚਾਹੁੰਦਾ, ਮੇਰੇ ਘਰ ਦੇ ਨਹੀਂ ਮੰਨਦੇ। ਮੈਂ ਉਹਨਾਂ ਨੂੰ ਕਹੂੰਗਾ ਕਿ ਜ਼ਿੰਦਗੀ ਪ੍ਰੈਜੈਂਟੇਸ਼ਨ ਆ, ਕਨਵਿੰਸ ਤੇ ਆ ਸਾਰੀ। ਜੇ ਤੁਸੀਂ ਆਪਣੇ ਜੰਮਣ ਵਾਲਿਆਂ ਨੂੰ ਹੀ, ਆਪਣੇ 2 ਮਾਂ ਪਿਓ ਨੂੰ ਨਹੀਂ ਕਨਵਿੰਸ ਕਰ ਪਾ ਰਹੇ ਨਾ, ਦੁਨੀਆ ਨੂੰ ਕੀ ਕਰੋਗੇ? ਜੇ ਤੁਸੀਂ ਉਹਨਾਂ ਨੂੰ ਨਹੀਂ ਜਿੱਤ ਪਾ ਰਹੇ ਕਿ ਹਾਂ ਤੂੰ ਠੀਕ ਕਰੇਗਾ, ਤੇ ਅੱਗੇ ਤਾਂ ਔਖੀ ਹੋ ਗਈ ਗੱਲ। ਸੋ ਉੱਥੇ ਹੀ ਗੱਲ ਸ਼ੁਰੂ ਹੋ ਜਾਂਦੀ ਆ। ਜੇ ਤੁਸੀਂ ਆਪਣਾ ਮਾਂ ਪਿਓ ਜਿੱਤ ਲਿਆ, ਆਪਣਾ ਮਨ ਜਿੱਤ ਲਿਆ, ਤੇ ਅਗਲੀ ਦੁਨੀਆ ਦਾ ਫਿਰ ਤੁਹਾਡੇ ਨਾਲ ਹੀ ਤੁਰ ਪੈਣੀ ਹੈ। ਕਿਉਂਕਿ ਜੇ ਮਾਂ ਪਿਓ ਨਾਲ ਤੁਰ ਪਏ ਤੇ ਤੁਹਾਡਾ ਮਹਾਰਾਜ ਤੁਰ ਪਿਆ, ਜੇ ਅਕਾਲ ਪੁਰਖ ਤੁਰ ਪਿਆ ਤੇ ਫਿਰ ਅਗਲੀ ਗੱਲ ਤਾਂ ਮਸਲਾ ਹੀ ਕੋਈ ਨਹੀਂ। ਜਦੋਂ ਨਵੇਂ ਆਏ ਸੀ ਤੇ ਇੱਕੋ ਹੀ ਅਰਦਾਸ ਕਰਕੇ ਤੁਰਿਆ ਹਾਂ ਕਿ ਵਾਹਿਗੁਰੂ, ਜਦੋਂ ਭਾਵੇਂ ਲੇਟ ਹੋਵੇ ਜੋ ਹੋਵੇ, ਭਾਵੇਂ ਘੱਟ ਹੋਵੇ ਜੋ ਹੋਵੇ, ਪਰ ਮਾੜੇ ਵਾਹ ਨਾ ਪਾਈ, ਕਿ ਕਿਸੇ ਮਾੜੇ ਚੱਕਰ 'ਚ ਨਾ, ਕਿਸੇ ਮਾੜੇ ਇਨਸਾਨ ਨਾਲ ਕੋਈ ਕੰਮ ਦੇ ਪ੍ਰਤੀ ਰਿਲੇਸ਼ਨ ਨਾ ਬਣਾਈ। ਤੇ ਉਹ ਅਕਾਲ ਪੁਰਖ ਦੀ ਮਿਹਰ ਹੈ ਜੀ। ਜਿੱਥੇ ਲੱਗੇ ਕਿ ਇਹਦੇ 'ਚ ਕਮੀ ਜਾਂ ਖੁਦ 'ਚ ਕਮੀ ਆ, ਉੱਥੇ 2 ਪੈਰ ਪਿਛਾਂਹ ਖੜ ਜਾਈਦਾ ਆ। ਜਿੱਥੇ ਲੱਗੇ ਕਿ ਇਹ ਕਿਰਪਾਲਾ ਹੈ, ਮਹਾਰਾਜ ਦੀ ਮਿਹਰ ਹੈ, ਤੇ ਉਹਦੇ ਨਾਲ ਹੋ ਜਾਈਦਾ। ਤੁਸੀਂ ਜਦੋਂ ਜਸਵਿੰਦਰ ਬਰਾੜ ਹੋਣਾ ਨਾਲ, ਮਤਲਬ ਉਹਨਾਂ ਦੇ ਬੇਟੇ ਨੇ ਤੁਹਾਨੂੰ ਅਪਰੋਚ ਕੀਤੀ ਇਸ ਗਾਣੇ ਦੇ ਲਈ, ਜਦੋਂ ਟੌਪਿਕ ਡਿਸਕਸ ਕੀਤਾ, ਉਹਨਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਕਿ ਚਲੋ ਠੀਕ ਹੈ, ਤੁਸੀਂ ਜੋ ਕਰਨਾ ਤੁਸੀਂ ਕਰੋ, ਆਪਾਂ ਦੇਖਾਂਗੇ ਆਊਟਪੁੱਟ ਜਿਹੜੀ ਹੈਗੀ ਆ। ਪਰ ਜਦੋਂ ਆਫਰ ਹੋਇਆ, ਜਸਵਿੰਦਰ ਬਰਾੜ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਹੈ, ਤੇ ਉਦੋਂ ਕਿੰਨੀ ਖੁਸ਼ੀ ਹੋਈ ਕਿ ਇੱਕ
ਕਿੰਨੇ ਡੈਕੇਡਸ ਪਹਿਲੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਤੇ ਅੱਜ ਉਹਨਾਂ ਦਾ ਇੰਨਾ ਨਾਮ ਹੈ, ਲੋਕੀ ਨਾ ਮੰਨਦੇ ਆ ਹਮੇਸ਼ਾ ਤੋਂ ਉਹਨਾਂ ਨੂੰ। ਕਿੰਨੀ ਖੁਸ਼ੀ ਹੋਈ ਸੀ ਉਸ ਚੀਜ਼ ਦੇ ਲਈ? ਇਹ ਆਪਣੇ ਆਪ 'ਚ ਹੀ ਸਾਰੀ ਮਤਲਬ ਓਬਵੀਅਸ ਜੀ ਖੁਸ਼ੀ ਦੀ ਗੱਲ ਹੈ ਨਾ। ਤੇ ਜਦੋਂ ਇੰਨੇ ਸੀਨੀਅਰ ਆਰਟਿਸਟ ਵੀ ਚਾਹੁੰਦੇ ਨੇ ਕਿ ਇਕੱਠੇ ਕੰਮ ਕੀਤਾ ਜਾਵੇ ਜਾਂ ਇਹ ਕੁਝ ਵਧੀਆ ਕਰ ਸਕਦੇ ਆ, ਤੇ ਉਹ ਆਪਣੇ ਆਪ 'ਚ ਹੀ ਤਸੱਲੀਦਾਇਕ ਆ ਕਿ ਆਪਣੇ ਮਨ ਨੂੰ ਤਸੱਲੀ ਹੁੰਦੀ ਕਿ ਜੋ ਤੁਸੀਂ ਕਰ ਰਹੇ ਹੋ ਕਿਤੇ ਨਾ ਕਿਤੇ ਉਹ ਠੀਕ ਜਾ ਰਿਹਾ। ਤਾਂ ਹੀ ਲੋਕੀ ਤੁਹਾਡੇ ਕੋਲ ਆ ਰਹੇ ਨੇ। ਬਿਲਕੁਲ। ਹਾਂ, ਤੇ ਉਹ ਜਦੋਂ ਅਸੀਂ ਮਿਲੇ ਤੇ ਉਹਨਾਂ ਦੇ ਮਤਲਬ ਲੱਗਦਾ ਸੀ ਕਿ ਮਤਲਬ ਕਿ ਇੱਕ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ, ਤੇ ਮੈਂ ਵੀ ਉਸ ਚੀਜ਼ ਤੇ ਫੁੱਲ ਚੜਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਤੁਸੀਂ ਜਸਵਿੰਦਰ ਬਰਾੜ ਉਹਨਾਂ ਦਾ ਕਿਹੜਾ ਗੀਤ ਸੁਣਿਆ ਸੀ ਜਦੋਂ ਆਪਣੀ ਛੋਟੇ ਸੀਗੇ, ਟੀਨੇਜ ਦੇ ਵਿੱਚ ਸੀਗੇ? ਉਵੇਂ ਦਾ ਮਤਲਬ ਬਥੇਰਾ ਸੁਣਿਆ ਨਾ ਮਿਊਜ਼ਿਕ, ਪਰ ਉਹ ਜਿਹੜਾ ਮੇਨ ਉਹਦਾ ਸੈਡ ਸੌਂਗ ਆ, ਤੈਨੂੰ ਰੱਜ ਕੇ ਰੋਵਾਂ ਜੇ ਕਿਤੇ ਟੱਕਰੇ ਤੋਂ ਕੱਲਾ। ਹਾਂ, ਤੇ ਹੁਣ ਵੀ ਮੈਂ ਉਹਨਾਂ ਨੂੰ ਅਸੀਂ ਲੱਭ ਰਹੇ ਹਾਂ ਕੋਈ ਉਵੇਂ ਦਾ ਗੀਤ ਉਹਨਾਂ ਵਾਸਤੇ ਕਿ ਜਿਹੜਾ ਉਵੇਂ ਦਾ ਗੀਤ ਫੇਰ ਹੋਵੇ ਤੇ ਉਹਨੂੰ ਵਧੀਆ ਤਰੀਕੇ ਨਾਲ ਹੀ ਕਰ ਸਕੀਏ। ਪਰ ਤੁਹਾਨੂੰ ਲੱਗਦਾ ਹੈ ਕਿ ਟਾਈਮ ਦੇ ਨਾਲ ਹਰ ਚੀਜ਼ ਦਾ ਟੇਸਟ ਜਿਹੜਾ ਬਦਲ ਜਾਂਦਾ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਪੁਰਾਣੀ ਚੀਜ਼ਾਂ ਨੂੰ ਲੋਕੀ ਪਸੰਦ ਕਰਦੇ ਨੇ? ਕੁਝ ਨਹੀਂ ਬਦਲਦਾ ਜੀ, ਜੇ ਕੁਝ ਨਹੀਂ ਬਦਲਦਾ। ਹਾਂ, ਜੇ ਅੱਜ ਟਰੈਪ ਹਿਪ ਹੌਪ ਚੱਲ ਰਿਹਾ ਵਾ ਤੇ ਬਾਕੀ ਚੀਜ਼ਾਂ ਦੀ ਉਨੀ ਜਗ੍ਹਾ ਹੈ। ਜੇ ਅੱਜ ਦੇ ਟਾਈਮ 'ਚ ਸਤਿੰਦਰ ਵਰਗੇ ਆਰਟਿਸਟ ਦਾ ਹੱਸਦੇ ਹੀ ਰਹਿੰਦੇ ਆ, ਸੁਪਰ ਡੁਪਰ ਹਿੱਟ ਆ, ਤੇ ਕੁਝ ਨਹੀਂ ਬਦਲਦਾ। ਜੇ ਭਾਜੀ ਸਰਤਾਜ ਦੇ ਗਾਣੇ ਅੱਜ ਵੀ ਉਸੇ ਫਲੋ 'ਚ ਨੇ, ਉਸੇ ਹੀ ਰਿਸਪੈਕਟ ਨਾਲ ਨੇ, ਜਾਂ ਜੇ ਪੁਰਾਣੇ ਵੀ ਆਪਾਂ ਸੁਣਦੇ ਤੇ ਉਹ ਆਪੋ ਆਪਣੀ ਸਪੇਸ ਆ। ਮਤਲਬ ਸਿੱਧਾ ਹਿਸਾਬ ਹੈ ਕਿ ਜੇ ਅੱਜ ਸਾਡਾ ਘਰ 2 ਕਮਰਿਆਂ ਦਾ ਵਾ ਤੇ ਅੱਜ 6 ਦਾ ਹੋ ਗਿਆ ਵਾ, ਤੇ ਵਧੀਆ ਹੀ ਆ। ਪਹਿਲੋਂ ਸਾਨੂੰ ਹਿਪ ਹੌਪ ਟਰੈਪ ਬਾਰੇ ਨਹੀਂ ਪਤਾ ਸੀਗਾ ਤੇ ਸਹੀ ਨਹੀਂ ਸੁਣਦੇ ਸੀ, ਨਹੀਂ ਬਣਾਉਂਦੇ ਸੀਗੇ, ਉਹ ਐਡ ਹੋ ਗਿਆ, ਪਰ ਪਿਛਲਾ ਐਲੀਮੀਨੇਟ ਨਹੀਂ ਹੋਇਆ, ਉਹ ਵੀ ਨਾਲ ਹੀ ਆ। ਉਹ ਚਮਕੀਲਾ ਵੀ ਉਨਾ ਹੀ ਸੁਣਿਆ ਜਾ ਰਿਹਾ ਵਾ। ਹਰ ਕਿਸੇ ਦੀ ਆਪੋ ਆਪਣੀ ਸਪੇਸ ਆ, ਹਰ ਕਿਸੇ ਦਾ ਮਤਲਬ ਦਾਇਰਾ ਉਨਾ ਹੀ ਆ। ਕੁਛ ਚੀਜ਼ਾਂ ਵਧੀਆ ਨੇ, ਕੁਛ ਘਟਿਆ ਨਹੀਂ ਹੋਇਆ। ਮਤਲਬ ਓਵਰਕਮ ਨਹੀਂ ਕੀਤਾ ਹੈ ਨਾ ਇਸ ਚੀਜ਼ ਨੇ ਕਿ कैसे तो पुराने में अपने ਜਿਹੜੇ ਸਟਾਈਲ ਸੀ ਜਾਂ ਫਿਰ ਜਿਹੜੇ ਗੀਤ ਸੀਗੇ ਉਹਨਾਂ ਨੂੰ ਓਵਰਕਮ ਨਹੀਂ ਕੀਤਾ, ਬਟ ਇਹ ਹੈ ਕਿ ਹਾਂ ਇੱਕ ਨਵੀਂ ਚੀਜ਼ ਐਡ ਆਨ ਜ਼ਰੂਰ ਹੋ, ਨਵੀਂ ਚੀਜ਼ ਐਡ ਹੋਈ ਹੈ ਜੀ। ਜੇ ਕਿ ਇਹਦੇ ਘਰੇ ਸਾਈਕਲ ਹੈ ਤੇ ਉਹਦੇ ਘਰੇ ਮੋਟਰਸਾਈਕਲ ਆ ਗਿਆ ਤਾਂ ਖੁਸ਼ੀ ਦੀ ਗੱਲ ਹੈ। ਉਹਨੇ ਸਾਈਕਲ ਕਿਤੇ ਜਾਣਾ ਨਹੀਂ ਉਹਦਾ, ਹਨਾ। ਸਾਈਕਲ ਵੀ ਨਾਲ ਹੀ ਰੱਖਣਾ ਹੈ ਕਿ ਮੇਰੀ ਪਹਿਲੀ ਕਮਾਈ ਦਾ ਜਾਂ ਮੈਂ ਰੱਖਣਾ ਹੈ ਇਹਨੂੰ। ਸੋ ਜਿਹੜੀਆਂ ਚੀਜ਼ਾਂ ਨਾਲ ਹੀ ਜੋ ਲੋਕੀ ਵੱਧ ਰਹੇ ਨੇ ਹੁਣ, ਜੇ ਸਾਡੇ ਲੋਕ ਕੈਨੇਡਾ 'ਚੋਂ ਡਾਲਰ ਲੈ ਰਹੇ ਤੇ ਉੱਥੋਂ ਦੀ ਸੋਚ ਵੀ ਲੈ ਰਹੇ, ਚੰਗੀ ਵੀ ਲੈ ਰਹੇ, ਮਾੜੀ ਵੀ ਲੈ ਰਹੇ ਆ। ਜਿਹੜੇ ਉੱਥੇ ਜਾ ਕੇ ਬੈਠੇ ਨੇ ਤੇ ਉਹਨਾਂ ਨੇ ਉੱਥੋਂ ਦੇ ਮਿਊਜ਼ਿਕ ਤੋਂ ਇਨਫਲੂਐਂਸ ਹੋ ਕੇ ਉੱਧਰ ਦੀਆਂ ਚੀਜ਼ਾਂ ਬਣਾਈਆਂ, ਤੇ ਉਹਨੂੰ ਜੇ ਮੰਨ ਲਓ AP ਵਰਗੇ ਆਰਟਿਸਟ ਨੇ ਤੇ ਉਹ ਗੱਲ ਤਾਂ ਅੱਜ ਨਾਲ ਇਹਦੀ ਕਰਦੇ ਨੇ ਨਾ, ਹੈਨਾ। ਚਾਹੇ ਉਹਨਾਂ ਨੇ ਸਟਾਈਲ ਉੱਥੋਂ ਦਾ ਐਡ ਕਰ ਲਿਆ, ਗੱਲ ਤਾਂ ਆਪਣੇ ਪਿੰਡਾਂ ਦੀ ਕਰਦੇ ਨੇ, ਬਿਲਕੁਲ। ਤੇ ਉਹ ਕੋਈ ਮਾੜੀ ਗੱਲ ਨਹੀਂ, ਬਹੁਤ ਵਧੀਆ ਹੈ। ਅੱਛਾ, ਬਹੁਤ ਚੇਂਜ ਅਸੀਂ ਦੇਖਿਆ ਨਾ, ਮੈਨੂੰ ਲੱਗਦਾ 5-6 ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਚੇਂਜ ਆ ਚੁੱਕਿਆ ਹੈ ਇੰਡਸਟਰੀ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ, ਹੈ ਨਾ। ਸੋ ਜਦੋਂ ਇੰਡਸਟਰੀ ਨੂੰ ਤੁਸੀਂ ਦੇਖਦੇ ਹੋ, ਜਦੋਂ ਤੁਸੀਂ ਸੋਚ ਕੇ ਆਉਂਦੇ ਹੋ ਕਿ ਮੈਂ ਚਲੋ ਇਹ ਮੇਰੇ ਕੋਲ ਇਹ ਵੀ ਆਪਸ਼ਨ ਹੈ ਕਿ ਮੈਂ ਇੱਕ ਆਰਟਿਸਟ ਬਣਨਾ ਹੈ ਨਾ, ਤੁਸੀਂ ਮੈਨੂੰ ਲੱਗਦਾ ਸਭ ਕੁਝ ਸੋਚਿਆ ਹੋਇਆ ਸੀ ਕਿ ਮੈਂ ਕਦੋਂ ਗਾਣਾ ਗਾਣਾ ਹੈ ਨਾ, ਕਿ ਮੈਂ ਕੀ ਚੀਜ਼ਾਂ ਕਰਨੀਆਂ, ਮੇਰਾ ਮੇਨ ਫੋਕਸ ਕਿਸ ਚੀਜ਼ ਤੇ ਰਹੂਗਾ। ਹੁਣ ਤੁਸੀਂ ਗਾਣੇ ਵੀ ਕਿਉਂਕਿ ਗਾਉਂਦੇ ਹੋ, ਪੰਜਾਬ ਬੜਾ ਵਧੀਆ ਗੀਤ ਹੈ, ਮੈਂ ਉਹਦੇ 2 ਲਾਈਨਾਂ ਵੀ ਜ਼ਰੂਰ ਸੁਣੂਗੀ, ਬਟ ਫਿਲਹਾਲ ਮੈਂ ਗਾਣੇ ਨਹੀਂ ਲਾਈਵ ਨਹੀਂ ਗਾਉਂਗੀ ਜੀ। ਕਈ ਵਾਰ ਸੌਰੀ ਤੁਹਾਡੀ ਗੱਲ ਕੱਟਤੀ ਮੈਂ। ਮਤਲਬ ਮੈਨੂੰ ਨਾ ਇੱਕ ਛੋਟੀ ਜਿਹੀ ਗੱਲ, ਇੱਕ ਜ਼ਿੰਦਗੀ ਸਮਝ ਆ ਗਈ ਸੀਗੀ ਕਿ ਕੁਛ ਵੀ ਹੋਵੇ ਤੁਹਾਡੇ ਨਾਲ ਕੋਈ ਪਛਤਾਵਾ ਨਹੀਂ ਜਾਣਾ ਚਾਹੀਦਾ। ਹਾਂ, ਅਸਲ 'ਚ ਪਰਮਾਤਮਾ ਕਹਿੰਦਾ ਕਿ ਇੱਥੋਂ ਦਾ ਪੱਥਰ ਮਨਾਰੇ ਜਾਣਾ ਹੀ ਨਹੀਂ ਕੁਛ ਨਾਲ, ਹੈ ਨਾ। ਇਹ ਆਤਮਾ ਨੇ ਜਾਣਾ ਵੇ ਨੇ ਫਿਰ ਵਾਪਸ ਆ ਜਾਣਾ ਵਾ, ਸਰੀਰ ਹੈ ਤੇ ਕਿਰਾਏ ਦੇ ਘਰ ਇਹਨੇ ਰਹਿ ਜਾਣਾ, ਹੈ ਨਾ। ਇਹ ਪਹਿਲੋਂ ਹੀ ਸਮਝ ਆ ਗਈ ਗੱਲ। ਤੇ ਮੈਨੂੰ ਸਿਰਫ ਜਦੋਂ ਮੈਂ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਤਰੀਕੇ ਨਾਲ ਸਮਝਿਆ ਤੇ ਮੈਨੂੰ ਐਂ ਲੱਗਾ ਕਿ ਮੈਂ ਕੋਈ ਪਛਤਾਵਾ ਨਹੀਂ ਲੈ ਕੇ ਜਾਣਾ। ਤੇ ਸਿੰਗਿੰਗ ਵਾਲਾ ਕੋਈ ਮੇਰਾ ਐਂਗਲ ਹੀ ਨਹੀਂ ਸੀਗਾ, ਪਰ ਹਰ ਕੋਈ ਚਾਹੁੰਦਾ ਹੈ ਕਿ ਮੈਂ ਕੁਛ, ਹੈ ਨਾ। ਤੇ ਮੈਂ ਉਹਦੇ 'ਤੇ ਮਤਲਬ 1.5 ਸਾਲ ਤੋਂ ਲੱਗਿਆ ਹੋਇਆ। ਉਹ ਵੀ ਮਤਲਬ ਪਰਮੀਸ਼ ਵੀਰ ਦੇ ਕਹਿਣ ਤੇ ਉਹਨੇ ਮੈਨੂੰ ਬੜਾ ਇਨਫਲੂਐਂਸ ਕੀਤਾ। ਉਹਨੇ ਬਿਠਾ ਕੇ ਕਿ ਤੂੰ ਕਰ, ਹੋ ਸਕਦਾ ਵਾ। ਉਹ ਅਸਲ 'ਚ ਵੀਰੇ ਨੇ ਮੇਰੀਆਂ ਪੁਰਾਣੀਆਂ ਬਣੀਆਂ ਡੰਮੀ ਸੁਣੀਆਂ ਸੀਗੀਆਂ ਮੇਰੇ ਆਪਣੇ ਲਿਖੇ ਗਾਣਿਆਂ ਦੀਆਂ, ਤੇ ਉਹਨੂੰ ਉਹਦੀ ਜੱਜਮੈਂਟ ਸੀਗੀ ਕਿ ਸ਼ਾਇਦ ਕਰ ਸਕਦਾ। ਪਹਿਲਾਂ ਮੈਂ ਬੜੀ ਨਾ ਨੁੱਕਰ ਕੀਤੀ ਕਿ ਮੈਂ ਨਹੀਂ ਕਰਨਾ, ਕਿ ਮੈਂ ਆਪੋ ਆਪਣਾ ਸਟਾਈਲ ਹੁੰਦਾ। ਮੈਂ ਇੱਕ ਟਾਈਮ 'ਤੇ 4 ਚੀਜ਼ਾਂ ਨਹੀਂ ਕਰ ਸਕਦਾ, ਕਿ ਮੈਂ ਆਪਣੇ ਡਾਇਰੈਕਸ਼ਨ 'ਚ ਬੜਾ ਸੀਰੀਅਸ ਹਾਂ। ਮੈਂ ਇਹਦੇ 'ਤੇ ਲੱਗ ਕੇ ਅੱਗੇ ਇਹਦੇ ਬਿਹਾਫ 'ਤੇ ਐਜ਼ ਐਨ ਐਕਟਰ ਕੰਮ ਕਰਨਾ ਚਾਹੁੰਦਾ ਹਾਂ। ਤੇ ਪਰ ਉਹਨੇ ਮੈਨੂੰ ਕਨਵੇ ਕਰ ਲਿਆ ਹੌਲੀ, ਤੇ ਉਹਦੇ 'ਚ ਮੈਂ ਠੀਕ ਹੈ, ਵਧੀਆ। ਅਸੀਂ ਇੱਕ ਦੂਜੇ ਦੀ ਸਪੋਰਟ ਵੀ ਕਰਦੇ ਹਾਂ। ਜਿੱਥੇ ਵੀਰ ਨੂੰ ਲੋੜ ਹੁੰਦੀ ਅਸੀਂ ਕਦੇ ਨਾ ਨਹੀਂ ਕਰਦੇ, ਜਿੱਥੇ ਸਾਨੂੰ ਲੋੜ ਵੀ ਨਾ ਕਰਦਾ। ਤੇ ਉੱਥੋਂ ਉਹ ਚੀਜ਼ ਐਡ ਹੋ ਗਈ ਕਿ ਕਰਦੇ ਹਾਂ, ਕਰਕੇ ਦੇਖਦੇ ਹਾਂ ਕਿ ਜੇ ਇਹਦਾ ਦਿਲ ਹੈਗਾ ਵਾ। ਜੇ ਮੈਂ ਡੰਮੀਜ਼ ਕਰਾਂ, ਇਟ ਮੀਨਸ ਮੈਂ ਕਿਤੇ ਨਾ ਕਿਤੇ ਚਾਹੁੰਦਾ ਹਾਂ, ਤੇ ਜੇ ਮੈਂ ਚਾਹੁੰਦਾ ਤਾਂ ਮੈਂ ਕਰਾਂ। ਫਿਰ ਉਹ 'ਤੇ ਮੈਂ ਜਿੰਨੀ ਕੁ ਮਿਹਨਤ ਕਰ ਸਕਦਾ ਵਾਂ ਸਿੱਖਣਾ, ਜਾਂ ਜਿੰਨਾ ਕੁ ਵੀ ਸਿੱਖ ਸਕਦਾ ਵਾਂ, ਜਿੰਨੀ ਕੁ ਪ੍ਰੈਕਟਿਸ ਐਡ ਕਰ ਸਕਦਾ ਮੈਂ ਕਰ ਰਿਹਾ, ਮੈਂ ਕੀਤੀ ਆ। ਤੇ ਹੁਣ ਅੱਗੇ ਵੀ ਮਤਲਬ ਮੈਂ ਸ਼ੌਂਕੀਆ ਕਰਦਾ ਇਸ ਚੀਜ਼ ਨੂੰ ਕਿ 5-6 ਮਹੀਨੇ ਬਾਅਦ ਇੱਕ ਅੱਧਾ ਗਾਣਾ ਰਿਲੀਜ਼ ਕਰ ਲਿਆ, ਜਿਵੇਂ ਦਾ ਉਹਦਾ ਆਊਟਪੁੱਟ ਹੈ ਉਹਨੂੰ ਓਕੇ ਸੈਟਿਸਫਾਈ ਆ। ਤੇ ਅੱਗੇ ਐਫਰਟਸ ਚੱਲ ਰਹੇ ਹੁਣ, ਤੇ ਡੇ ਬਾਏ ਡੇ ਜਦੋਂ ਚੀਜ਼ਾਂ ਹੋਣਗੀਆਂ
ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਅੱਛਾ ਪਰਮੇਸ਼ ਉਹਨਾਂ ਦੀ ਇੱਥੇ ਗੱਲ ਹੋਈ ਹੈ, ਪਰਮੇਸ਼ ਨਾਲ ਤੁਹਾਡਾ ਖਾਸਾ ਪਿਆਰ ਦੇਖਣ ਨੂੰ ਜਿਹੜਾ ਮਿਲਦਾ, ਇਹ ਕਿਵੇਂ ਤੁਸੀਂ ਮਿਲੇ ਹੋ, ਕਿਵੇਂ ਕੰਮ ਕਰਨ ਦਾ ਅੱਗੇ ਸਬਬ ਜਿਹੜਾ ਬਣਿਆ, ਜਾਂ ਕੰਮ ਦੇ ਥਰੂ ਪਹਿਲਾ ਕੰਮ ਜਿੱਦਾਂ ਕੀਤਾ ਹੋਏਗਾ ਓਬਵੀਅਸਲੀ ਹੈ ਨਾ, ਉਦੋਂ ਮਿਲੇ ਹੋਗੇ, ਬਟ ਇਹ ਕਿੱਦਾਂ ਇੰਨਾ ਗੂੜਾ ਜਿਹੜਾ ਇੱਕ ਬੌਂਡ ਬਣ ਚੁੱਕਿਆ ਹੁਣ? ਇਹ ਜੀ ਅਸਲ 'ਚ ਤਾਂ ਜਿੱਦਾਂ ਮੇਰੇ ਲਿਖੇ ਗਾਣੇ ਆਏ ਸੀਗੇ, ਉਹ ਵੀਰੇ ਹੁਣ ਪਹਿਲਾਂ ਸੁਣੇ ਹੋਣਗੇ, ਸਿਰਾ ਸਿਰਾ ਜੱਟ ਜਾਂ ਲੋੜ ਜੱਟ, ਤੇ ਇੱਕ ਕਿਤੇ ਲਾਕਡਾਊਨ ਤੋਂ ਪਹਿਲਾਂ ਕਿਸੇ ਫਿਲਮ ਲਈ ਲਿਰਿਕਸ ਚਾਹੀਦੇ ਸੀਗੇ, ਤੇ ਉਦੋਂ ਮਿਊਜ਼ਿਕ ਪ੍ਰੋਡਿਊਸਰ ਆ ਵੀਰਾ ਇੰਦਰ ਧੰਮੂ, ਉਹਨਾਂ ਦਾ ਕਾਲ ਆਇਆ ਕਿ ਸਟੂਡੀਓ ਆਇਓ, ਇੱਦਾਂ ਪਰਮੇਸ਼ ਵੀਰ ਹੋਣੀ ਆਏ ਤੇ ਲਿਰਿਕਸ ਚਾਹੀਦੇ ਆ। ਤੇ ਉਹ ਮੈਂ ਜਾਂਦਾ ਜਾਂਦਾ ਕੁਛ ਚੀਜ਼ਾਂ ਲੱਭ ਰਹੀਆਂ ਨੇ ਮੇਰੇ ਕੋਲ ਪਈਆਂ ਸੀ, ਮੈਂ ਲਿਖ ਲਈਆਂ ਨਾ, ਤੇ ਉਹ ਉਦੋਂ ਵੀਰੇ ਨੇ ਮੇਰੇ ਹੋਰ ਬਣੇ ਹੋਏ ਗਾਣੇ ਸੁਣੇ ਸੀਗੇ। ਤੇ ਜਦੋਂ ਮੰਨ ਲਓ ਉਦੋਂ ਅਸੀਂ ਮਿਲੇ, ਉਸ ਤੋਂ ਬਾਅਦ ਜਲਦੀ ਲਾਕਡਾਊਨ ਹੋ ਗਿਆ, ਸਾਲ ਮਿਲੇ ਨਹੀਂ। ਉਸ ਤੋਂ ਬਾਅਦ ਜਦੋਂ ਹੀ ਮਤਲਬ ਹੁਣ ਮੋਹਾਲੀ ਸਾਰੇ ਰਹਿੰਦੇ ਆ, ਲੰਘਦੇ ਹੁੰਦੇ ਗੱਡੀ ਨਾਲ ਗੱਡੀ ਆ ਗਏ, 2-3 ਵਾਰੀ ਐਵੇਂ ਹੋਇਆ ਕਿ ਲਾਈਟਾਂ 'ਤੇ ਖੜੇ ਆ, ਵੀਰਾ ਸ਼ੀਸ਼ਾ ਡਾਊਨ ਕਰਕੇ ਕਹਿ ਰਿਹਾ ਤੇਰਾ ਗਾਣਾ ਕਦੋਂ ਆਉਣਾ ਆ, ਮਤਲਬ ਅਸੀਂ ਜਾਣਦੇ ਨਹੀਂ ਸੀ, ਇੱਕ ਵਾਰੀ ਮਿਲੇ ਸੀਗੇ, ਕਦੇ ਗੱਲ ਨਹੀਂ ਸੀਗੀ, ਕਿਉਂਕਿ ਮੈਂ ਮਤਲਬ ਆਪਣਾ ਨਾ ਉਹੀ ਰਿਹਾ ਲਿਮਿਟਡ ਜਿਹਾ ਕਿ ਜ਼ਿਆਦਾ ਭੱਜਿਆ ਨਹੀਂ ਕਿਸੇ ਦੇ ਪਿੱਛੇ ਜਾਂ ਕਿਸੇ ਚੀਜ਼ ਲਈ। ਮੈਂ ਕਹਿਣਾ ਯਾਰ ਕਿ ਮਤਲਬ ਇਹ ਮਤਲਬ ਪਰਮੇਸ਼ ਵੀਰ ਐਂ ਕਿਉਂ ਸੋਚਦਾ ਕਿ ਮੈਂ ਗਾਣਾ ਕਰੂੰਗਾ, ਮੈਂ ਸੋਚਣਾ ਕਿ ਯਾਰ ਇਹ ਕਿਉਂ ਪੁੱਛਦਾ ਕਿ ਗਾਣਾ ਕਦੋਂ ਆਉਣਾ, ਕਿ ਜਦ ਕਿ ਮੇਰੀ ਕੋਈ ਪਲੈਨਿੰਗ ਨਹੀਂ ਗਾਣਿਆਂ ਦੀ। ਮੈਂ ਕਹਿਣਾ ਵੀਰੇ ਕਰਦੇ ਜੀ ਹੋ ਜਾਣਾ, ਹੁਣ ਲਾਈਟ ਤੇ 30 ਸੈਕਿੰਡ ਦੀ ਹੋਈ ਖਤਮ ਹੋ ਗਈ, ਗੱਲ ਖਤਮ ਹੋ ਗਈ। ਫਿਰ ਮਹੀਨੇ 2 ਮਹੀਨੇ ਬਾਅਦ ਬਾਈ ਚਾਂਸ ਅਸੀਂ ਕਿਤੇ ਮਿਲਣਾ, ਇਹੀ ਸਵਾਲ ਕਰ ਲਾ ਯਾਰ ਗਾਣਾ ਤੂੰ ਵਧੀਆ ਹੋ ਜਾਣਾ ਵਾ। ਮੈਂ ਠੀਕ ਹੈ, ਮੈਂ ਉਸ ਚੀਜ਼ 'ਤੇ ਲੱਗਿਆ ਹੀ ਨਹੀਂ ਜ਼ਿਆਦਾ ਕਿਤੇ। ਫਿਰ ਪਤਾ ਨਹੀਂ ਮੈਂ ਬਾਈ ਚਾਂਸ ਅੰਮ੍ਰਿਤਸਰ ਸੀਗਾ, ਮੈਨੂੰ ਰੈਂਡਮ ਕਾਲ ਆ ਗਿਆ ਕਿ ਮੈਨੂੰ ਵੀਰਾ 20-25 ਮਿੰਟ ਲੱਗਾ ਰਿਹਾ ਸਮਝਾਉਣ 'ਤੇ। ਮੈਂ ਛੱਡਤਾ ਸੀ ਉਹ, ਮੈਂ ਕਿ ਨਹੀਂ ਕਰਨੇ ਗਾਣੇ, ਕਿਉਂਕਿ ਤੁਸੀਂ ਗਾਇਕ ਨਹੀਂ ਹੋ। ਪੰਜਾਬ ਦੀ ਇੰਡਸਟਰੀ ਬਹੁਤ ਵੱਡੀ ਆ ਸਿੰਗਰਾਂ ਦੀ ਹੈ ਨਾ, ਅਤੇ ਬਹੁਤ ਵਾਈਡ ਆ, ਅਤੇ ਸੱਚੀ 'ਚ ਬਹੁਤ ਸੋਹਣੇ ਤਰੀਕੇ ਨਾਲ ਆ। ਤੁਸੀਂ ਐਡੇ ਵੱਡੇ ਮੁਕਾਬਲੇ 'ਚ ਤੁਸੀਂ ਜੇ ਨਹੀਂ ਹੈਗੇ ਹੋ ਤਾਂ ਤੁਹਾਨੂੰ ਬਹੁਤ ਮਿਹਨਤ ਕਰਨੀ ਪਊਗੀ, ਜਾਂ ਤੁਸੀਂ ਨਹੀਂ ਸੋਚਦੇ ਹੋ। ਜੇ ਮੈਂ ਆਪਣੀ ਡਾਇਰੈਕਸ਼ਨ 'ਚ ਮਿਹਨਤ ਕੀਤੀ ਆ, ਅਤੇ ਮੈਨੂੰ ਪਤਾ ਹੈ ਕਿ ਮੈਂ ਉਹ ਸੋਚਿਆ ਸੀ ਅਤੇ ਮੈਂ ਕਰ ਲਈ, ਅਤੇ ਮੈਂ ਉਹ 'ਚ ਰਿਜ਼ਲਟ ਵੀ ਲੈ ਲਏ। ਮੇਰਾ 20-25 ਮਿੰਟ ਲੱਗਾ ਰਿਹਾ, ਉਹਦਾ ਕੋਈ ਚਲੋ ਉਹਦਾ ਕੋਈ ਨਫਾ ਨੁਕਸਾਨ ਨਹੀਂ ਉਹਦੇ 'ਚ ਹੈ ਨਾ, ਉਹਦਾ ਇੱਕ ਐਨਰਜੀ ਹੁੰਦੀ ਹੈ, ਇੱਕ ਫਲੋ ਹੁੰਦਾ ਵਾ, ਉਹ ਮੇਰੇ ਨਾਲ ਲੱਗ ਜਾਂਦਾ ਸੀਗਾ। ਫਿਰ ਮੈਂ 20 ਮਿੰਟ ਇਕੱਲਾ ਬੈਠਾ ਸੋਚਦਾ ਰਿਹਾ ਕਿ ਇਹਨੂੰ ਮੇਰੇ ਤੋਂ ਕੋਈ ਨਫਾ ਨੁਕਸਾਨ ਨਹੀਂ ਆ, ਇਹ ਬੰਦਾ ਇੰਨਾ ਕਿਉਂ ਮੈਨੂੰ ਉਹ ਕਰਦਾ ਆ। ਮੈਨੂੰ ਲੱਗਿਆ ਕਿ ਉਹ ਵਧੀਆ ਐਨਰਜੀ ਵਾਲਾ ਇਨਸਾਨ ਹੈ, ਕਿ ਉਹਨੇ ਜ਼ਿੰਦਗੀ ਜੋ ਕਿਹਾ ਉਹਨੇ ਕੀਤਾ ਅਤੇ ਪਾਇਆ। ਜਦੋਂ ਕੋਈ ਬਲੀਵ ਹੈਗਾ ਤਾਂ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ। ਫਿਰ ਅੱਗੇ ਮੇਰੀ ਜ਼ਿੰਦਗੀ ਨਾਲ ਇਤਫਾਕ ਬਹੁਤ ਹੁੰਦੇ ਨੇ। ਦੂਜੇ ਤੀਜੇ ਦਿਨ ਮੈਂ ਮੋਸਟਲੀ ਇਕੱਲਾ ਹੁੰਦਾ ਆਪਣੀ ਗੱਡੀ 'ਚ ਬਹੁਤ ਟਾਈਮ, ਅਤੇ ਮੈਂ ਕਿਤੇ ਰਾਤ ਸੀਗਾ, ਫਿਰ ਫੋਨ ਲੋ ਸੀਗਾ, ਮੈਂ ਘੁੰਮਦਾ ਸੀ, ਅਤੇ ਬਾਈ ਚਾਂਸ ਮੇਰਾ ਨੈੱਟ ਆਫ ਸੀ। ਮੇਰੇ ਕੋਲ ਅਨਰਿਲੀਜ਼ਡ ਗਾਣੇ ਜਿਹੜੇ ਕੋਈ ਪਏ ਸੀ ਜਾਰਡਨ ਦੇ ਜਾਂ ਭਾਈ ਸਰਤਾਜ ਦੇ, ਉਹ ਰੈਂਡਮ ਜਿੱਦਾਂ ਆਏ ਹੁੰਦੇ ਆ ਅਨਰਿਲੀਜ਼ਡ ਗੇ ਵੀਡੀਓ ਕਰਨੇ ਜਾਂ ਕੁਛ, ਮੈਂ ਉਹ ਸੁਣਦਾ ਘੁੰਮ ਰਿਹਾ, ਅਤੇ ਇੱਕ ਗਾਣਾ ਮੇਰਾ ਆਪਣਾ ਚੱਲ ਪਿਆ ਵਿੱਚ। ਮੈਂ ਥੋੜ੍ਹਾ ਜਿਹਾ ਠੀਕ ਮੂਡ 'ਚ ਸੀਗਾ, ਮੈਂ ਉਹਨੂੰ 20 ਹੀ ਸੁਣਿਆ। ਮੈਂ ਕਿਹਾ ਯਾਰ ਬੜਾ ਮਜ਼ਾ ਆ ਰਿਹਾ ਆਪਣੇ, ਉਹ 2 ਸਾਲ ਪੁਰਾਣਾ ਬਣਿਆ ਸੀ ਇੱਕਦਮ। ਮੈਨੂੰ ਉਹਨੇ ਲੱਗਿਆ ਕਿ ਯਾਰ ਮਜ਼ਾ ਆ ਰਿਹਾ ਮੈਨੂੰ ਇਸ ਚੀਜ਼ 'ਚ, ਸ਼ਾਇਦ ਮੇਰੀ ਗੱਲ ਲੰਮੀ ਹੋ ਗਈ, ਅਤੇ ਮੈਨੂੰ ਐਂ ਲੱਗਿਆ ਕਿ ਯਾਰ ਮੈਨੂੰ ਕਰਨਾ ਚਾਹੀਦਾ ਨਾ। ਉਸ ਤੋਂ ਬਾਅਦ 1-2 ਇਤਫਾਕ ਹੋਰ ਵੀ ਹੋਏ, ਅਤੇ ਚਲੋ ਹਰ ਚੀਜ਼ ਨੂੰ ਸ਼ਾਇਦ ਉਹ ਵੱਡੀ ਲੱਗਦੀ ਹੈ ਕਿ ਮੈਂ ਸਪਿਰਿਚੁਅਲਿਟੀ ਥੋੜ੍ਹਾ ਜਿਹਾ ਰੱਖਦਾ ਬਲੀਵ, ਅਤੇ ਉਹ 1-2 ਇਤਫਾਕ ਹੋਰ ਹੋਏ, ਅਤੇ ਫਿਰ ਮੈਂ ਮਰੇ ਦਾ ਨਾਂ ਲੈ ਕੇ ਮੈਂ ਕਿਹਾ ਚੱਲ ਦੇਖੀ ਹੋਊਗੀ, ਕਿ ਮੈਂ ਇਹਦੇ 'ਚ ਜਿੱਤ ਹਾਰ ਨਹੀਂ ਲੱਭੀ ਕਿਤੇ। ਬਸ ਮੈਨੂੰ ਲੱਗਿਆ ਕਿ ਜੇ ਲੱਗਦਾ ਕਰਨਾ ਚਾਹੀਦਾ ਤਾਂ ਫਿਰ ਕਰਨਾ ਚਾਹੀਦਾ। ਇਨਸਟਿੰਕਟ ਆ ਰਹੀ ਸੀ ਜੀ ਹਾਂ, ਅਤੇ ਉਹਦੇ 'ਤੇ ਲੱਗਿਆ ਹੋਇਆ। ਮੈਂ ਹੁਣ ਮੋਸਟਲੀ ਗਾਣੇ ਵੀ ਆਪਣੇ ਲਿਖਿਆਂ 'ਤੇ ਧਿਆਨ ਦੇ ਰਿਹਾ, ਕਿ ਮੈਂ ਬਣਾ ਲੈਂਦਾ ਸ਼ੌਂਕ ਨਾਲ, ਜਦੋਂ 2-4 ਦਿਨ ਬਾਅਦ ਦਿਲ ਕਰੇ ਕੁਛ ਨਾ ਕੁਛ ਨਵਾਂ ਬਣਾ ਲੈਂਦਾ ਆ, ਜਦੋਂ ਲੱਗੂਗਾ ਉਹਨਾਂ ਨੂੰ ਔਨ ਏਅਰ ਕਰਦੇ ਰਹਾਂਗੇ। ਹਾਂਜੀ, ਬਾਕੀ ਜਿਹੜਾ ਆਪਣਾ ਮਤਲਬ ਕੰਮ ਹੀ ਕਰਨਾ ਉਹ 'ਤੇ ਲੱਗਾ ਹੋਇਆ, ਜਦੋਂ ਦਿਲ ਕਰੇ। ਹਾਂਜੀ, ਡਾਇਰੈਕਸ਼ਨ ਕਰਨ 'ਤੇ ਕੁਛ ਅੱਗੇ ਐਜ਼ ਐਨ ਐਕਟਰ ਵੀ ਚੀਜ਼ਾਂ 'ਤੇ ਕੰਮ ਕਰ ਰਿਹਾ ਵਾਂ, ਉਹ ਟਾਈਮਲੀ ਚੀਜ਼ਾਂ ਆ ਹੀ ਜਾਣਗੀਆਂ ਅੱਗੇ। ਤੁਸੀਂ ਮੈਂ ਸਪਿਰਿਚੁਅਲੀ ਬਹੁਤ ਮਤਲਬ ਸਪਿਰਿਚੁਅਲ ਇੱਕ ਇਨਸਾਨ ਹੈਗਾ, ਹੈ ਨਾ, ਕਹਿ ਸਕਦੇ ਹਾਂ ਜੀ। ਇਹ ਸਟਾਰਟਿੰਗ ਤੋਂ ਇੱਦਾਂ ਦੇ ਸੀਗੇ, ਜਾਂ ਫਿਰ ਇੱਕ ਹੁੰਦਾ ਨਾ ਕਿ ਇੱਕ ਏਜ ਇੱਦਾਂ ਦੀ ਆਉਂਦੀ ਹੈ ਲਾਈਫ ਦੇ ਵਿੱਚ, ਜਾਂ ਇੱਕ ਟਾਈਮ ਇੱਕ ਫੇਜ਼ ਇੱਦਾਂ ਦਾ ਆਉਂਦਾ ਕਿ ਬੰਦਾ ਬਹੁਤ ਜ਼ਿਆਦਾ ਜੁੜ ਜਾਂਦਾ ਹੈ ਰੱਬ ਦੇ ਨਾਲ? ਮਤਲਬ ਇਹਦੇ ਬਾਰੇ ਮੈਂ ਕੁਛ ਜ਼ਿਆਦਾ ਸਟਰੋਂਗ ਨਹੀਂ ਕਹਿ ਸਕਦਾ, ਕਿਉਂਕਿ ਅਸਲ 'ਚ ਮੇਰਾ ਮੰਨਣਾ ਇਹ ਆ ਕਿ ਅਸਲ 'ਚ ਜਿਹੜੀ ਸੱਚ ਹੈ ਉਹ ਆਤਮਾ ਹੈ, ਸਰੀਰ ਝੂਠ ਆ। ਹੁਣ ਮੈਨੂੰ ਪਤਾ ਨਹੀਂ ਮੇਰੀ ਆਤਮਾ ਪਿੱਛੋਂ ਕਿੱਥੋਂ ਆਈ ਆ, ਮੈਂ ਮਾੜਾ ਸੀ ਚੰਗਾ ਸੀ, ਕਿੱਥੋਂ ਇਨਫਲੂਐਂਸ ਕੰਮ ਕੀਤੇ। ਹਾਂਜੀ, ਅਤੇ ਮੈਨੂੰ ਐਂ ਲੱਗਦਾ ਕਿ ਮੈਂ ਸ਼ੁਰੂ ਤੋਂ ਹੀ ਥੋੜ੍ਹਾ ਬਹੁਤਾ ਪਰਮਾਤਮਾ ਨਾਲ ਜੁੜਿਆ ਕਿਤੇ ਨਾ ਕਿਤੇ ਹੋਦਾ ਨਾ। ਪਰ ਇਹ ਕੋਈ ਐਂ ਨਹੀਂ ਕਿ ਸਾਧੂ ਆ, ਮਾੜੇ ਚੰਗੇ ਕੰਮ ਸਾਰੇ ਹੀ ਹੁੰਦੇ ਨੇ ਜ਼ਿੰਦਗੀ 'ਚ, ਮੈਂ ਕਿਸੇ ਚੀਜ਼ ਤੋਂ ਭੱਜਦਾ ਨਹੀਂ ਆ। ਪਰ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਕਿ ਮੇਰਾ ਮਹਾਰਾਜ ਦਾ ਨੇੜਤਾ ਹੈਗੀ, ਕਿਉਂਕਿ ਜਦੋਂ ਤੁਸੀਂ ਅਰਦਾਸ ਹੀ ਉਹੀ ਕਰਦੇ ਹੋ ਕਿ ਆਪਣੇ ਚਰਨਾਂ 'ਚ ਥਾਂ ਰੱਖ, ਅਤੇ ਫਿਰ ਇਟ ਮੀਨਸ ਕਿਤੇ ਨਾ ਕਿਤੇ ਤੋਂ ਤੁਸੀਂ ਮੰਗਦੇ ਹੋ। ਜਦੋਂ ਹੋਰ ਸਾਰੀਆਂ ਮੰਗਾਂ ਤੋਂ ਪਹਿਲਾਂ ਤੁਹਾਡੀ ਇਹ ਮੰਗ ਹੈ ਕਿ ਤੇਰੇ ਨੇੜੇ ਰਹਿਣੇ ਚਾਹੀਦੇ ਆ, ਅਤੇ ਇਟ ਮੀਨਸ ਕੁਛ ਨਾ ਕੁਛ ਤਾਂ ਹੋਊਗਾ। ਤੁਹਾਨੂੰ ਲੱਗਦਾ ਕਿ ਜਿਹੜੀ ਚੀਜ਼ਾਂ ਸੋਚੀਆਂ ਹੁਣ ਤੱਕ ਪਿੰਡਰ ਨੇ, ਉਹ ਪੂਰੀਆਂ ਵੀ ਹੋ ਰਹੀਆਂ ਨੇ? ਬਿਹਤਰ ਹੀ ਹੋ ਰਹੀਆਂ ਨੇ, ਬਿਹਤਰ ਹੋ ਰਹੀਆਂ। ਹਾਂਜੀ, ਅਤੇ ਜਿੰਨਾ ਵੀ ਹੋਣਗੀਆਂ, ਆਪਣੀ ਅਰਦਾਸ ਇਹੀ ਹੁੰਦੀ ਆ ਕਿ 2 ਪੈਰ ਗਾਂਹ ਲੈ ਜੀ, ਪਛਾਣ ਲੈ ਜੀ, ਪਰ ਹੋਈਏ ਤੇਰੇ ਉਹਦੇ 'ਚ ਕੀ ਓਕੇ ਗੁੱਡ, ਤੂੰ ਜੋ ਕਰਦਾ ਬਹੁਤ ਵਧੀਆ ਕਰਦਾ।
ਚਾਹੇ ਉਹ ਬਹੁਤ ਮਾੜਾ ਹੋ ਜੇ ਤਾਂ ਵੀ ਕਹੀ ਕਿ ਬਹੁਤ ਵਧੀਆ ਹੋ ਗਿਆ। ਇਹ ਮੰਨਣ ਦੀ ਤਾਕਤ ਦੇ ਦੇ ਬਸ। ਇਹ ਚੜ੍ਹਦੀ ਕਲਾ ਵਾਲੀ ਜਿਹੜੀ ਥਿੰਕਿੰਗ ਹੈ, ਇਹ ਹਮੇਸ਼ਾ ਰਹਿੰਦੀ ਹੈ ਕਿ ਤੁਸੀਂ ਵੀ ਕਦੀ ਕਦੀ ਹੋ ਜਾਂਦਾ ਹੈ ਕਿ ਹਾਂ ਲੋ ਫੀਲ ਕਰਦੇ ਹੋ? ਨਹੀਂ, ਹੋਣਾ ਹੀ ਚਾਹੀਦਾ ਜੀ। ਹਾਂ, ਕੋਈ ਇਨਸਾਨ ਨੇ ਇੱਕ ਰੋਬਟ ਵਾਲਾ ਫੀਲ ਨਹੀਂ ਹੈਗਾ। ਪ੍ਰਟੈਂਡ ਕਰੀ ਜਾਓ ਤੇ ਲੈਦਾ ਗੱਲ ਆ, ਪਰ ਕਈ ਵਾਰੀ ਤਾਂ ਐ ਹੋ ਜਾਂਦਾ ਕਿ ਸਾਰਾ ਕੁਝ ਤਬਾਹ ਹੋ ਗਿਆ, ਖਤਮ ਹੋ ਗਈ ਦੁਨੀਆ। ਉਹ ਨਹੀਂ ਹੈ। ਹਾਂ, ਤੇ ਪਰ ਉਹ ਕਾਲ ਪੁਰਖ ਦੀ ਮਿਹਰ ਆ, ਜੇ ਉਹਦੇ 10 ਮਿੰਟ ਲਾ ਲਈਏ ਤੇ ਉਹ ਆਪੇ ਤੋੜ ਦਿੰਦਾ। ਹਾਂ, ਅਸਲ 'ਚ ਆਪਣੇ ਕੋਲ ਨਾ ਉਹ ਰੱਬ ਕਰਨ ਦਾ ਉਨਾ ਸੋਹਣਾ ਟਾਈਮ ਹੀ ਹੈ ਨਹੀਂਗਾ। ਅੱਜ ਦੇ ਟਾਈਮ 'ਚ ਅਸੀਂ ਇੰਨੇ ਘਿਰ ਗਏ, ਜਾਂ ਆਪਾਂ ਕੁਛ ਜੀਆਂ 'ਚ ਘਿਰੇ ਹੁੰਦੇ ਹਾਂ, ਜਾਂ ਆਪਣੇ ਫੋਨ ਦੇ ਨਾਲ ਘਿਰੇ ਹੁੰਦੇ ਹਾਂ। ਅਸੀਂ ਉਸ ਵੇ ਨਾਲ ਸੋਚ ਹੀ ਨਹੀਂ ਪਾਉਂਦੇ, ਤੇ ਜੇ ਉਹਨੂੰ ਸੋਚੀਏ ਤੇ ਉਹ ਬੜਾ ਸੌਖਿਆ ਕਰ ਦਿੰਦਾ। ਕਈ ਦਿਨ ਤੁਹਾਡੇ ਇੱਕ ਹੀ 5 ਮਿੰਟ ਨਾਲ ਨਿਕਲ ਜਾਂਦੇ ਕਿ ਬੜਾ ਵਧੀਆ ਹੋ ਗਿਆ। ਤੇ ਹੈ ਅਸਲ 'ਚ ਸੱਚ ਇਹ ਆ ਕਿ ਹੈ ਕੁਛ ਵੀ ਨਹੀਂ ਹੈ, ਰੇਸ ਆ। ਚਾਹੇ ਤੁਸੀਂ ਸੁਪਰਸਟਾਰ ਬਣਨਾ ਚਾਹੁੰਦੇ ਹੋ, ਚਾਹੇ ਤੁਸੀਂ ਬਿਲੀਅਨਰ ਬਣਨਾ ਚਾਹੁੰਦੇ ਹੋ, ਚਾਹੇ ਤੁਸੀਂ ਕੋਈ CM PM ਬਣਨਾ ਚਾਹੁੰਦੇ, ਹੈ ਰੇਸ ਹੀ ਆ, ਹੈ ਕੁਛ ਵੀ ਨਹੀਂ। ਜਾਣਾ ਨੇ ਸਾਰਿਆਂ ਨੇ ਇੱਕੋ ਥਾਂ ਹੈ। ਸਾਡੇ ਨਾ ਕੱਲ ਇੱਕ ਰਿਸ਼ਤੇਦਾਰ ਨੇ, ਉਹ ਦੁਨੀਆ ਤੇ ਨਹੀਂ ਰਹੇ, ਤੇ ਉਹ ਮੈਨੂੰ ਉਹ ਕਹਿੰਦੇ ਕਿ ਆਹ ਗੱਲ ਹੋ ਗਈ। ਮੈਨੂੰ ਨਾ ਥੋਟ ਆਇਆ, ਮੈਂ ਕਿਹਾ ਉਹ ਯਾਰ ਉਹ ਵਧੀਆ ਬੰਦੇ ਨੇ, ਬਹੁਤ ਮਿਹਨਤ ਕੀਤੀ ਲਾਈਫ 'ਚ, ਬਹੁਤ ਮਿਹਨਤ ਕੀਤੀ, ਪਰ ਉਹ ਨਾ ਕਦੇ 2 ਪੈਸੇ ਵੀ ਨਹੀਂ ਉਹਨੇ ਕਿਸੇ ਨੂੰ ਛੱਡੇ ਆਪਣੇ, ਹੈ ਨਾ। ਮਤਲਬ ਹੈ ਨਾ, ਛੋਟੀਆਂ ਛੋਟੀਆਂ ਚੀਜ਼ਾਂ ਤੇ ਅੜ ਕੇ ਕਿ ਐਂ ਹੀ ਹੋਊਗਾ। ਮੈਂ ਸੋਚਿਆ, ਮੈਂ ਕਿਹਾ ਯਾਰ ਬੰਦੇ ਨੇ ਇੰਨੀ ਮਿਹਨਤ ਕੀਤੀ, ਆਪਣੇ ਪੈਸੇ ਲਈ ਇੰਨਾ ਲੜਿਆ ਵੀ, ਹੈ ਨਾ, ਤੇ ਕੁਛ ਚੀਜ਼ਾਂ ਤੇ ਓਵਰ ਹੀ ਰਿਐਕਟ ਕੀਤਾ ਉਹਨੇ, ਤੇ ਗਿਆ ਤੇ ਕੁਛ ਵੀ ਨਹੀਂ ਨਾਲ, ਸਭ ਇੱਥੇ ਰਹਿ ਕੁਛ ਨਹੀਂ ਜਾਣਾ। ਹਾਂ, ਤੇ ਉਹ ਫਿਰ ਦੌੜ ਕਾਹਦੀ ਆ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਰੇਸ ਹੈ ਕਦੋਂ ਤੱਕ ਆ। ਜਦੋਂ ਰੇਸ ਦਾ ਹੀ ਕੋਈ ਪਤਾ ਹੀ ਨਹੀਂ ਹੈਗਾ, ਤੇ ਫਿਰ ਜਦੋਂ 500-700 ਸਾਲ ਲਿਖੇ ਹੋਣਗੇ, ਤੂੰ 500-700 ਸਾਲ ਰੇਸ ਲਾਏਗਾ, ਕੁਛ ਹੈ ਹੀ ਨਹੀਂ ਮੇਰਾ, ਘੜੀ ਦਾ ਹੀ ਨਹੀਂ ਪਤਾ। ਔਰ ਅੱਜ ਕੱਲ੍ਹ ਤੇ ਵੈਸੇ ਵੀ ਪਤਾ ਨਹੀਂ, ਕਿਉਂਕਿ ਏਜ ਬਹੁਤ ਮੈਨੂੰ ਲੱਗਦਾ ਲੋਕਾਂ ਦੀ ਘਟ ਚੁੱਕੀ ਹੈ ਨਾ। ਖਾਣ ਪੀਣ ਦਾ ਵੀ ਓਬਵੀਅਸਲੀ ਉਹੀ ਚੀਜ਼ਾਂ ਆ ਗਈ, ਉਹੀ ਚੀਜ਼ਾਂ ਅਗੇਨ ਆ ਗਈਆਂ ਇੱਥੇ, ਹੈ ਨਾ। ਅੱਛਾ, ਵੀਡੀਓ ਦੀ ਜੇ ਮੈਂ ਗੱਲ ਕਰਾਂ ਦੁਬਾਰਾ, ਕਨਸੈਪਟ ਦੀ ਜੇ ਗੱਲ ਕਰੀਏ, ਕਨਸੈਪਟ ਦੇ ਵਿੱਚ ਤੁਸੀਂ ਸੋਲਿਊਸ਼ਨ ਕਹਿ ਰਹੀਏ, ਜਾਂ ਫਿਰ ਤੁਸੀਂ ਦੱਸਿਆ ਕਿ ਹਾਂ ਕਿੱਦਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਕਿੱਦਾਂ ਖਤਮ ਕੀਤਾ ਜਾ ਸਕਦਾ ਹੈ। ਬਟ ਰੀਅਲ ਔਰ ਰੀਅਲ ਲਾਈਫ ਬੜੀ ਅੱਡ ਹੈ, ਬੜੀ ਜ਼ਿਆਦਾ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇੱਕ ਆਸਮਾਨ ਔਰ ਜ਼ਮੀਨ ਦਾ ਫਰਕ ਹੈ ਇਹਦੇ ਵਿੱਚ। ਬਟ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਇੰਪਲੀਮੈਂਟ ਵਾਕਈ ਕੀਤੀਆਂ ਜਾ ਸਕਦੀਆਂ, ਕਿ ਕੰਟਰੋਲ ਕਰਨੀਆਂ ਚੀਜ਼ਾਂ? ਰੀਅਲ ਤੇ ਰੀਅਲ 'ਚ ਜ਼ਮੀਨ ਅਸਮਾਨ ਦਾ ਫਰਕ ਤਾਂ ਬਿਲਕੁਲ ਹੈਗਾ ਆ, ਪਰ ਹੈ ਇੱਕ ਦੂਜੇ ਤੋਂ ਇਨਫਲੂਐਂਸਡ ਹੀ ਨੇ। ਜੋ ਫਿਲਮ 'ਚ ਹੋ ਰਿਹਾ ਉਹ ਕਿਤੇ ਰੀਅਲ ਲਾਈਫ 'ਚ ਹੀ ਆਇਆ, ਜੋ ਰੀਅਲ ਲਾਈਫ 'ਚ ਹੋ ਰਿਹਾ ਕਿਤੇ ਨਾ ਕਿਤੇ ਫਿਲਮ ਤੋਂ ਤਾਂ ਕਿਤੇ ਨਾ ਕਿਤੇ, ਦੋਵਾਂ ਚੀਜ਼ਾਂ ਦਾ ਇੱਕ ਦੂਜੇ ਨਾਲ ਤਾਰ ਜੁੜਦੀ ਆ। ਮੰਨ ਲਓ ਮੈਂ ਅਮਰੀਕਾ 'ਚ ਇੱਕ ਗੱਲ ਦੇਖੀ, ਉਹ ਮੈਂ ਪੰਜਾਬ ਦੀ ਫਿਲਮ 'ਚ ਪਾ ਤੀ, ਉਹ ਪੰਜਾਬ 'ਚ ਆ ਗਈ। ਕੋਈ ਪੰਜਾਬ 'ਚ ਗੱਲ ਦੇਖੀ, ਉਹ ਅਮਰੀਕਾ ਵਾਲੇ ਨੇ ਦੇਖ ਕੇ ਉੱਧਰ ਇਨਫਲੂਐਂਸ ਹੋ ਗਈ, ਹੈ ਨਾ। ਇਹ ਜੁੜਦੀਆਂ ਨੇ। ਪਰ ਜਿਹੜਾ ਇਹ ਕਨਸੈਪਟ ਆ, ਕਹਿ ਲਓ ਕਿ ਮੈਂ ਸ਼ਾਇਦ ਥੋੜ੍ਹਾ ਅਗਰੈਸਿਵਲੀ ਚੀਜ਼ਾਂ ਨੂੰ ਸੋਚਦਾ। ਹੋ ਸਕਦਾ ਇਹ ਗਾਣੇ ਨੂੰ ਮੈਂ ਕਿਸੇ ਪ੍ਰੋਫੈਸਰ ਦੀ ਜ਼ਿੰਦਗੀ ਨਾਲ ਜੋੜ ਦਿੰਦਾ ਜਾਂ ਕੁਛ ਹੋਰ ਸੋਚ ਲੈਂਦਾ, ਪਰ ਇਹਦੇ ਪਿੱਛੇ ਜੇ ਤੁਸੀਂ ਇਹਨੂੰ ਥੋੜ੍ਹਾ ਖੁੱਲ੍ਹ ਕੇ ਦੇਖੋ ਕਿ ਹੈ ਤਾਂ ਇੱਕ ਕ੍ਰਿਮੀਨਲ ਐਕਟ ਹੈ, ਕਿ ਜੇ ਤੁਸੀਂ ਕਿਸੇ 'ਤੇ ਤੇਜ਼ਾਬ ਪਾ ਦਿੰਦੇ ਤੁਸੀਂ ਮੁਜਰਮ ਹੋ। ਪਰ ਇਹ ਕਹਿੰਦੇ ਕਿ ਜ਼ੁਲਮ ਨੂੰ ਸਹਿਣਾ ਵੀ ਤੇ ਕਰਨਾ ਵੀ ਦੋਵੇਂ ਜ਼ੁਲਮ ਨੇ, ਹੈ ਨਾ। ਸਹਿਣਾ ਵੀ ਉੱਡੇ ਜ਼ੁਲਮ ਆ। ਹੁਣ ਜੇ ਸਾਡੇ ਲੋਕ ਨਸ਼ੇ 'ਤੇ ਲੱਗ ਰਹੇ ਨੇ ਤੇ ਆਪਣੇ ਵਿੱਚ ਜ਼ੁਲਮ ਆ, ਤੇ ਅਸੀਂ ਸਹਿ ਰਹੇ ਹਾਂ ਤੇ ਵੀ ਜ਼ੁਲਮ ਆ, ਕੋਈ ਕਰ ਰਿਹਾ ਤੇ ਉਹ ਵੀ ਜ਼ੁਲਮ ਆ। ਹੁਣ ਤੁਸੀਂ ਕਿਸੇ ਨੂੰ ਜਿੱਡੀ ਮਰਜ਼ੀ ਉਹਦੀ ਗੁਨਾਹ ਨੇ, ਉਹਨੂੰ ਗੋਲੀ ਮਾਰ ਦਿਓ, ਉਹਦੀ ਸਜ਼ਾ 5 ਮਿੰਟ 'ਚ ਉਹਨੇ ਸਹਿ ਕੇ ਤੇ ਮੁਕਤ ਆਓ, ਮੌਜ ਹੋ ਗਈ ਉਹਦੀ, ਕਿ ਠੀਕ ਆ ਅਗਲੇ ਪਾਰ ਲੰਘ ਗਿਆ, ਜੰਮੂਗਾ ਮਰੂਗਾ, ਉਹਦੀ ਅਗਲੇ ਹਿੱਸੇ ਦੀ ਗੱਲ ਪਤਾ ਨਹੀਂ। ਪਰ ਇਹ ਜਿਹੜੀ ਮੈਨੂੰ ਐਂ ਲੱਗਦਾ ਕਿ ਮਤਲਬ ਪਤਾ ਨਹੀਂ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ, ਪਰ ਇਹ ਜਿਹੜੀ ਇਸ ਐਸਿਡ ਦੀ ਸਜ਼ਾ ਆ, ਇਹ ਕਈ ਮਹੀਨੇ ਤੁਹਾਨੂੰ ਤੜਫਾਊਗੀ, ਤੁਹਾਨੂੰ ਮਾਰੂਗੀ ਵੀ ਨਹੀਂ, ਤੁਸੀਂ ਜੀਂਦੇ ਵੀ ਹੋ ਤੇ ਕਈ ਮਹੀਨੇ ਤੜਫੇ ਵੀ ਹੋ, ਤੇ ਉਸ ਤੋਂ ਬਾਅਦ ਵੀ ਤੁਹਾਡੇ ਉਹ ਨਿਸ਼ਾਨ ਇਹੋ ਜਿਹੇ ਰਹਿ ਜਾਣਗੇ ਕਿ ਤੁਹਾਨੂੰ ਰਹਿੰਦੀ ਜ਼ਿੰਦਗੀ ਤੱਕ ਉਹਦਾ ਦਰਦ ਰਹੂਗਾ, ਮਾਨਸਿਕਤਾ ਤੁਹਾਡੀ ਹਿੱਲ ਜੂਗੀ। ਮੰਨ ਲਓ, ਮੈਂ ਇਸ ਚੀਜ਼ ਲਈ ਕੋਈ ਅਰਦਾਸ ਨਹੀਂ ਕਰਦਾ, ਚਲੋ ਜੋ ਪ੍ਰਮਾਤਮਾ ਨੇ ਆਪਣੇ ਹਿਸਾਬ ਨਾਲ ਕਰਨਾ, ਪਰ ਮੰਨ ਲਓ ਕੋਈ ਇਹੋ ਜਿਹੀ ਚੀਜ਼ ਕਦੇ ਕਰ ਦਿੰਦਾ, 100 ਸਮਗਲਰ ਜਾਂ ਕੋਈ ਜਿਹੜੇ ਵੱਡੇ ਲੈਵਲ 'ਤੇ ਕੰਮ ਕਰਨ ਵਾਲੇ ਨੇ, ਉਹ ਇਸ ਫੇਸ ਨਾਲ ਸੁਸਾਇਟੀ 'ਚ ਕਿਵੇਂ ਰਹਿੰਦੇ ਹੋ। ਜਿਹਦਾ ਫੇਸ ਸੜਿਆ ਹੁੰਦਾ ਤੇ ਉਹਦਾ ਇਹੀ ਸੀਗਾ ਯਾਰ ਇਹ ਨਸ਼ੇ ਵੇਚਦਾ ਰਿਹਾ ਹੋਣਾ, ਇਹਨੂੰ ਉਹਨਾਂ ਨੇ ਸੋਧਣ ਵਾਲਿਆਂ ਨੇ ਸੋਧਤਾ। ਉਹ ਆਪਣੇ ਫੇਸ ਨਾਲ ਸਰਵਾਈਵ ਹੀ ਨਹੀਂ ਕਰ ਪਾਉਂਦਾ, ਕਿ ਉਹਦੀ ਸਜ਼ਾ 5 ਮਿੰਟ ਦੀ ਨਹੀਂ, 5 ਦਿਨ ਦੀ, 5 ਮਹੀਨਿਆਂ ਦੀ ਨਹੀਂ, ਉਹਦੀ ਸਾਰੀ ਜ਼ਿੰਦਗੀ ਦੀ ਸਜ਼ਾ, ਕਿ ਕੋਈ ਉਹਨੂੰ ਕਿਸੇ ਨੂੰ ਸਵਾਲ ਨਹੀਂ ਕਰਨ ਦੀ ਲੋੜ ਪੈਣੀ ਕਿ ਤੇਰੇ ਮੂੰਹ ਦੇ ਗਿਆ। ਹਾਂ, ਤੇ ਇਹਦੇ 'ਚ ਗਲਤ ਲੋਕ ਵੀ ਫਾਇਦਾ ਲੈ ਸਕਦੇ ਨੇ, ਕਿ ਜਿਹੜਾ ਵਿਚਾਰਾ ਨਹੀਂ ਵੀ ਕੋਈ ਕਰਦਾ ਉੱਤੇ ਵੀ ਉਹਦਾ ਦੁਸ਼ਮਣ ਇਹ ਕਰਕੇ ਉੱਤੇ ਇਹ ਦਾਗ ਪਾ ਸਕਦਾ ਕਿ ਤੂੰ ਇਹ ਕੰਮ ਕਰਦਾ ਰਿਹਾ ਹੋਣਾ। ਸੋ ਹੈ ਤੇ ਕ੍ਰਿਮੀਨਲ ਐਕਟ, ਪਰ ਹੁਣ ਕ੍ਰਾਈਮ ਨੂੰ ਖਤਮ ਕਰਨ ਲਈ ਤਾਂ ਕੋਈ ਉਹੋ ਜਿਹਾ ਤਰੀਕਾ ਹੋਊਗਾ ਕਿ ਜਿੰਨਾ ਸੌਖਾ ਸਮਝ ਜਾਣ। ਇਹਦੀ ਦਹਿਸ਼ਤ ਬਹੁਤ ਹੈ ਨਾ, ਕਿ ਤੁਸੀਂ ਮੰਨ ਲਓ ਇੱਕ ਜ਼ਿਲ੍ਹੇ ਦੇ 10 ਬੰਦਿਆਂ ਨੇ ਐਂ ਕਰਤਾ, ਤੇ 11ਵੇਂ ਦੀ ਹਿੰਮਤ ਨਹੀਂ ਰਹਿ ਜਾਣੀ
ਅਸਲ 'ਚ ਮੈਂ ਨਾ ਛੋਟੇ ਹੁੰਦਿਆਂ ਅਸੀਂ ਖੇਡਦੇ ਪਏ ਸੀ ਤੇ ਕੋਈ ਹੋਣੀ ਗਈ ਦੁਸ਼ਮਣੀ, ਇੱਕ ਨਾ ਰੋਡ ਤੇ 2 ਕਿੱਲੇ ਘੱਟੋ ਘੱਟ ਦੂਰ ਬਾਈਕ ਲੰਘੀ, ਉਹ ਬੰਦਾ ਮਤਲਬ ਕਿ 2 ਕਿੱਲੇ ਸਮਝਦੇ ਹੋ 200-300 ਮੀਟਰ ਤੱਕ ਉਹਦੀ ਆਵਾਜ਼ ਸੁਣੇ ਚੀਕਾਂ ਮਾਰਦੇ ਦੀ। ਬਾਅਦ 'ਚ ਪਤਾ ਲੱਗਾ ਕਿ ਉੱਤੇ ਕਿਸੇ ਨੇ ਤੇਜ਼ਾਬ ਪਾਇਆ ਤੇ ਆਪੇ ਮੋਟਰਸਾਈਕਲ ਭਜਾਈ ਜਾ ਰਿਹਾ, ਕਿਉਂਕਿ ਉਹ ਬੜੀ ਖਤਰਨਾਕ ਪੇਨ ਆ। ਤੇ ਜੇ 10 ਬੰਦਿਆਂ ਨਾਲ ਹੋਇਆ ਵਾ ਮੰਨ ਲਓ, ਤੇ 11ਵੇਂ ਦੀ ਹਿੰਮਤ ਹੀ ਹੈ ਨਹੀਂ ਕਿ ਮੈਂ ਇਸ ਚੀਜ਼ ਨੂੰ ਬੜਾਵਾ ਦੇਵਾਂ। ਨਸ਼ੇ ਕਰਨ ਵਾਲੇ ਤਾਂ ਤੁਹਾਨੂੰ ਮਿਲੇ ਹੈ, ਬਿਲਕੁਲ ਓਬਵੀਅਸ ਤੁਸੀਂ ਜਾਣਦੇ ਹੋ, ਹੈ ਨਾ। ਜਿਹੜੇ ਨਸ਼ੇ ਵੇਚਦੇ ਕਦੀ ਉਹਨਾਂ ਨੂੰ ਵੀ ਮਿਲੇ ਹੋ? ਨਹੀਂ, ਮੈਨੂੰ ਲੱਗਦਾ ਨਹੀਂ, ਮੈਂ ਜੇ ਕਿਸੇ ਨੂੰ ਮਿਲਿਆ ਹੋਊਗਾ ਤਾਂ ਮੈਨੂੰ ਪਤਾ ਨਹੀਂ ਹੋਊਗਾ ਕਿ ਇਹ ਵੇਚਦਾ ਆ। ਤੇ ਜਾਂ ਕਦੀ ਇਦਾਂ ਦਾ ਕੋਈ ਮਤਲਬ ਨਹੀਂ ਪਰਸਨ ਜਿਹਨੂੰ ਤੁਸੀਂ ਜਾਣਦੇ ਹੋ ਕਿ ਇਹ ਨਸ਼ੇ ਵੇਚਦਾ ਹੈ? ਮਤਲਬ ਹੋ ਸਕਦਾ ਕੁਝ ਲੋਕ ਮੇਰੇ ਜਦੋਂ ਮੈਂ ਕਾਲਜ ਟਾਈਮ 'ਚ ਐਵੇਂ ਦੇ ਵੀ ਟੱਕਰੇ ਹੋਣਗੇ, ਜਿਹੜੇ ਮੈਨੂੰ 2 ਸਾਲ ਬਾਅਦ ਪਤਾ ਲੱਗਾ ਹੋਵੇਗੀ, ਅਸੀਂ ਉੱਦਾਂ ਹੀ ਯਾਰੀ ਦੋਸਤੀ 'ਚ ਉਹਨਾਂ ਨਾਲ ਟੱਕਰੇ ਹੋਏਗੀ, ਯਾਰ ਬੜਾ ਵਧੀਆ ਭਰਾ ਆਪਣਾ, ਪਰ ਬਾਅਦ 'ਚ ਪਤਾ ਲੱਗਾ ਵੀ ਯਾਰ ਇਹ ਤਾਂ ਗਲਤ ਮਲਤ ਕੰਮ ਕਰਦਾ, ਜਾਂ ਉਹਨੂੰ ਕੋਈ ਸਜ਼ਾ ਹੋ ਗਈ ਜਾਂ ਉਹ ਫੜਿਆ ਗਿਆ, ਤੇ ਐਵੇਂ ਹੋ ਸਕਦਾ। ਪਰ ਉਵੇਂ ਮੇਰੀ ਕੋਈ ਸਰਕਲ 'ਚ ਜਾਂ ਮੈਂ ਜਿੱਤੋਂ, ਕਿਉਂਕਿ ਮੇਰੀ ਬਿਰਤੀ ਨਹੀਂ ਲੱਗੂਗੀ ਉਹੋ ਜਿਹੇ ਬੰਦੇ ਨਾਲ। ਮੈਨੂੰ ਕੁਦਰਤ ਦੀ ਦੇਣ ਹੈ ਕਿ ਮੈਨੂੰ ਬੜੀ ਜਲਦੀ ਜੇ ਲੱਗ ਜਾਂਦਾ ਕਿ ਨਹੀਂ ਯਾਰ ਇਹਦੇ ਤੋਂ ਥੋੜ੍ਹਾ ਠੀਕ ਨਹੀਂ ਹੈਗਾ। ਸੋ ਇਹੋ ਜਿਹੇ ਕਿਸੇ ਬੰਦੇ ਨਾਲ ਵਾਹ ਨਹੀਂ ਪਿਆ ਕਿ ਜਿਹੜਾ ਇਹ ਪੱਧਰ 'ਤੇ ਹੋਵੇ। ਹਾਂਜੀ, ਮੈਨੂੰ ਲੱਗਦਾ ਕਿ ਨਸ਼ਾ ਕਈ ਤਾਂ ਬੜਾ ਕੂਲ ਹੋਣ ਲਈ ਵੀ ਕਰਦੇ ਆ। ਇਹ ਚੀਜ਼ਾਂ ਤੁਸੀਂ ਵੀ ਫੀਲ ਕੀਤੀਆਂ ਜਾਂ ਦੇਖੀਆਂ ਨੇ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਹੈ, ਹਾਲਾਂਕਿ ਟਰਾਈ ਕਰਦੇ ਕਿ ਆਪਾਂ ਨਾ ਕਰੀਏ, ਬਟ ਫਿਰ ਵੀ ਕੂਲ ਦਿਖਣ ਦੇ ਲਈ, ਹੁਣ ਜਿੱਦਾਂ ਅਸੀਂ ਦੇਖਦੇ ਹਾਂ ਕਿ ਪਹਾੜਾਂ ਵਿੱਚ ਚੱਲ ਜਾਂਦੇ ਨੇ, ਹੈ ਨਾ। ਹਾਲਾਂਕਿ ਜਿਹੜੇ ਉੱਧਰ ਦੇ ਹਿਮਾਚਲ ਦੇ ਲੋਕ ਹੈ, ਇਹਨਾਂ ਚੀਜ਼ਾਂ ਤੋਂ ਬਹੁਤ ਦੁਖੀ ਹੈ, ਪਰ ਵੇਚਦੇ ਵੀ ਉੱਥੇ ਹੀ ਬਹੁਤ ਜ਼ਿਆਦਾ ਹੈ, ਵੇਚਦੇ ਵੀ ਹੈਗੇ। ਬਟ ਤੁਹਾਨੂੰ ਲੱਗਦਾ ਬਹੁਤ ਸਾਰੇ ਲੋਕ ਜਿਹੜੇ ਹੈ ਜਾਂ ਜਿਹੜੀ ਜਨਰੇਸ਼ਨ ਹੈ, ਉਹ ਇਹ ਸੋਚ ਕੇ ਕਰਦੀ ਕਿ ਅਸੀਂ ਕੂਲ ਦਿਖਾਂਗੇ ਆਪਣੇ ਦੋਸਤਾਂ ਦੇ ਵਿੱਚ ਜਾਂ ਆਪਣੇ ਸੋਸ਼ਲ ਮੀਡੀਆ 'ਤੇ, ਤਾਂ ਇਹ ਚੀਜ਼ਾਂ ਕਰੋ। ਉਹ ਜਿਹੜੇ ਤੁਸੀਂ ਅਸਲ 'ਚ ਮੈਨੂੰ ਲੱਗਦਾ ਭੰਗ ਟਾਈਪ ਜਿਹੜੇ ਨਸ਼ੇ ਚੱਲ ਰਹੇ ਨੇ ਉਹਨਾਂ ਦੀਆਂ ਗੱਲਾਂ ਕਰਦੇ ਹੋ, ਉਹ ਮੈਨੂੰ ਐ ਲੱਗਦਾ ਕਿ ਮੈਂ ਜਿੰਨਾ ਕੁ ਹੁਣ ਮੋਹਾਲੀ ਚੰਡੀਗੜ੍ਹ ਦੇਖਿਆ, ਜਿਹੜੇ ਵੱਡੀਆਂ ਯੂਨੀਵਰਸਿਟੀਜ਼ ਦੇ ਜਿਹੜੇ ਪੰਜਾਬ ਤੋਂ ਬਾਹਰ ਦੇ ਸਟੂਡੈਂਟਸ ਨੇ ਉਹ ਜ਼ਿਆਦਾ ਕਰ ਰਹੇ ਨੇ, ਕਿਉਂਕਿ ਮਾਂ ਪਿਓ ਉਹਨਾਂ ਨੂੰ ਇੱਕ ਵੱਡੀ ਹੋਪ ਦੇ ਨਾਲ ਭੇਜ ਦਿੰਦਾ ਆ, ਵੱਡਾ ਪ੍ਰੈਸ਼ਰ ਦਾ ਪੜ੍ਹ ਦੇ ਕੇ। ਕਿਉਂਕਿ ਮੈਂ ਉਹ ਚੀਜ਼ ਫੀਲ ਕੀਤੀ ਹੋਈ ਆ, ਮੈਂ 8 ਸਾਲ ਇੰਜੀਨੀਅਰਿੰਗ ਕੀਤੀ ਆ, ਮੈਂ ਬੀਟੈਕ ਡਿਪਲੋਮਾ ਸਾਰਾ ਕੁਝ ਕਰਿਆ, ਤੇ ਮੈਂ ਉਸ ਦਬਾਅ 'ਚ ਰਿਹਾ ਕਈ ਸਾਲ ਕਿ ਯਾਰ ਇਹ ਤਾਂ ਹੋ ਨਹੀਂ ਰਹੀ ਮੇਰੇ ਤੋਂ, ਪਰ ਘਰ ਦੇ ਲੱਖਾਂ ਨਾਲ ਪੈਸਾ ਲਾ ਰਹੇ ਨੇ ਤੁਹਾਡੇ 'ਤੇ। ਹਾਂ, ਤੇ ਉਹ ਮੈਨੂੰ ਲੱਗਦਾ ਕਿ ਉਸ ਪੇਨ ਨੂੰ, ਉਸ ਟੈਨਸ਼ਨ ਨੂੰ ਸ਼ਾਂਤ ਕਰਦੇ ਕਰਦੇ ਪਹਿਲੋਂ ਥੋੜ੍ਹਾ ਜਿਹਾ ਉਸ ਚੀਜ਼ ਨੂੰ, ਕਿਉਂਕਿ ਹਰ ਕਿਸੇ ਦਾ ਔਰਾ ਇੰਨਾ ਸਟਰੋਂਗ ਨਹੀਂ ਕਿ ਗਲਤ ਨੂੰ ਗਲਤ ਕਹਿ ਸਕੇ। ਹੋ ਸਕਦਾ 4 ਜਣੇ 'ਚ ਲੱਗੇ ਯਾਰ ਇਹ ਕਰ ਰਹੇ, ਤੇ ਫਿਰ ਮੈਂ ਇਹਨਾਂ ਨੂੰ ਗਲਤ ਕਿਹਾ ਤੇ ਮੈਂ ਛੋਟਾ ਨਾ ਲੱਗਾ, ਕਿਉਂਕਿ ਉਮਰ ਹੁੰਦੀ ਆ। ਤੁਸੀਂ ਉਦੋਂ ਹੀਰੋਇਜ਼ਮ ਜਿਹੜਾ ਇਸੇ ਗੱਲ 'ਚ ਸਮਝਦੇ ਹੋ ਕਿ ਗਲਤ ਕਰਨ ਵਾਲਾ ਘੈਂਟ ਆ, ਤੇ ਇੱਕ ਦੂਜੇ ਨੂੰ ਦੇਖੋ ਦੇਖੀ ਲੱਗ ਜਾਂਦੇ ਨੇ। ਅੱਛਾ, ਇਹ ਟੌਪਿਕ 'ਤੇ ਤੁਸੀਂ ਆਪਣੀ ਵੀਡੀਓ ਜਿਹੜੀ ਹੈ, ਜੋ ਤੁਹਾਨੂੰ ਲੱਗਦਾ ਸੀ, ਜੋ ਤੁਹਾਡੇ ਥੋਟ ਸੀ, ਇੱਕ ਵੀਡੀਓ ਰਾਹੀਂ ਤੁਸੀਂ ਜਿਹੜੇ ਸਭ ਦੇ ਸਾਹਮਣੇ ਰੱਖੇ ਨੇ, ਬਟ ਬਹੁਤ ਸਾਰੀ ਹੋਰ ਚੀਜ਼ਾਂ ਵੀ ਹੋਣਗੀਆਂ ਜਿਹਨੂੰ ਲੱਗਦਾ, ਜੋ ਪਿੰਡਾਂ ਨੂੰ ਲੱਗਦੀਆਂ ਹੋਣਗੀਆਂ ਕਿ ਸਾਹਮਣੇ ਆਉਣੀਆਂ ਚਾਹੀਦੀਆਂ, ਜਾਂ ਫਿਰ ਅਸੀਂ ਆਪਣੇ ਵੱਲੋਂ ਕੀ ਪਹਿਲ ਕਰ ਸਕਦੇ ਹਾਂ ਇਸ ਨੂੰ ਖਤਮ ਕਰਨ ਦੀ। ਉਹ ਕਿਹੜੀਆਂ ਚੀਜ਼ਾਂ ਨੇ? ਮੈਂ ਮਤਲਬ ਤੁਸੀਂ ਜਿਹੜੀ ਚੀਜ਼ ਬਹੁਤ ਵੱਡੇ ਸਕੇਲ 'ਤੇ ਕਰ ਨਹੀਂ ਰਹੇ, ਉਹਦੇ ਬਾਰੇ ਬਹੁਤ ਵੱਡੇ ਤੁਸੀਂ ਉਹ ਸਟੇਟਮੈਂਟਸ ਵੀ ਨਹੀਂ ਦੇ ਸਕਦੇ। ਸੋ ਮੈਂ ਇੱਕ ਕਲਾਕਾਰ ਹਾਂ, ਮੈਂ ਜਿੰਨੀ ਕੁ ਚੀਜ਼ ਕਰ ਸਕਦਾ ਮੈਂ ਉਨੀ ਕੀ ਕਹਿ ਸਕਦਾ ਹਾਂ। ਹੋਣ ਨੂੰ ਤਾਂ ਸਾਰਾ ਬਹੁਤ ਕੁਝ ਹੋਣਾ ਚਾਹੀਦਾ ਹੈ, ਪਰ ਸਮਾਜ ਹੈ ਇਹਦੇ ਨੈਗੇਟਿਵ ਪੋਜ਼ੀਟਿਵ ਐ ਹੀ ਨੇ। ਮੈਨੂੰ ਹੋਰ ਇੱਕ ਸਭ ਤੋਂ ਸੋਹਣੀ ਗੱਲ ਇਹ ਲੱਗਦੀ ਹੈ ਕਿ ਜਿੱਦਾਂ ਅੱਜ ਦੇ ਮੇਰੀ ਲਾਈਫ 'ਚ ਹਮੇਸ਼ਾ ਇੱਕ ਮੈਨੂੰ ਹੈ ਕਿ ਇਹ ਮੈਸੇਜ ਕਿਤੇ ਨਾ ਕਿਤੇ ਕਨਵੇ ਹੋ ਜਾਣਾ ਚਾਹੀਦਾ ਆ। ਬੜੀ ਸੌਖੀ ਜਿਹੀ ਗੱਲ ਆ, ਕਿਉਂਕਿ ਜੇ ਕੁਦਰਤ ਨਹੀਂ ਰਹੀ, ਮੈਂ ਪਹਿਲਾਂ ਨਾ ਹੋਰ ਚੀਜ਼ਾਂ 'ਚ ਬਹੁਤ ਬਿਲੀਵ ਕਰਦਾ ਹਾਂ, ਧਰਮਾਂ ਦੀਆਂ ਲੜਾਈਆਂ ਝਗੜਿਆਂ 'ਚ ਬਹੁਤ ਚੀਜ਼ਾਂ, ਪਰ ਮੈਨੂੰ ਲੱਗਾ ਕਿ ਬਹੁਤ ਰੇਅਰ ਲੋਕ ਨੇ ਜਿਹੜੇ ਧਾਰਮਿਕ ਹੋ ਕੇ ਵੀ ਕੁਦਰਤ 'ਤੇ ਗੱਲ ਕਰਦੇ ਨੇ, ਜਦ ਕਿ ਸਾਡੇ ਸਾਰੇ ਗ੍ਰੰਥਾਂ 'ਚ ਕੁਦਰਤ ਸਭ ਤੋਂ ਪਹਿਲਾਂ ਆ, ਪਰ ਬਹੁਤ ਰੇਅਰ ਨੇ ਜਿਹੜੇ ਇਹਦੇ 'ਤੇ ਸਭ ਤੋਂ ਪਹਿਲਾਂ ਗੱਲ ਕਰਦੇ ਨੇ। ਫਿਰ ਮੈਨੂੰ ਐਂ ਲੱਗਾ ਕਿ ਇਹਦੇ 'ਤੇ ਥੋੜ੍ਹਾ ਧਿਆਨ ਦੇਣਾ ਚਾਹੀਦਾ। ਇੱਕ ਮੇਰਾ ਬੇਸਿਕ ਜਿਹਾ ਮੇਰਾ ਕੰਸੈਪਟ ਸੀਗਾ ਕਿ ਸਾਲ 'ਚ ਬੰਦਾ ਇੱਕ ਵਾਰੀ ਉਹਦਾ ਜਨਮ ਦਿਨ ਆਉਂਦਾ। ਨਾਲ ਮੰਨ ਲਓ ਪੰਜਾਬ ਦੀ, ਮੈਨੂੰ ਇਹ ਐਕਚੁਅਲ ਜਿਹੜੀ ਫਿਗਰ ਨਹੀਂ ਪਤਾ, ਪਰ ਮੰਨ ਲਓ ਲੱਖ ਬੰਦਿਆਂ ਦਾ ਵੀ ਇੱਕ ਦਿਨ 'ਚ ਜਨਮ ਦਿਨ ਹੁੰਦਾ। ਸਾਲ 'ਚ ਇੱਕ ਦਿਨ 'ਚ ਤੁਸੀਂ 2 ਰੁੱਖ ਲਾ ਦਿਓ ਸਿਰਫ ਆਪਣੇ ਜਨਮ ਦਿਨ 'ਤੇ। ਹੁਣ ਕਈ ਉਹ ਹੋਣਗੇ ਜਿਹੜੇ ਉਹਨੂੰ 2-4 ਮਹੀਨੇ ਪਾਣੀ ਵੀ ਪਾ ਦੇਣਗੇ, ਹੋ ਸਕਦਾ ਬਹੁਤੇ ਨਾ ਪਾਉਣ, ਪਰ ਜੇ ਸਾਲ 'ਚ ਮਤਲਬ ਇੱਕ ਦਿਨ 'ਚ ਲੱਖ ਬੰਦੇ ਦਾ ਜਨਮ ਦਿਨ ਆ, ਲੱਖ 'ਚੋਂ 80,000 ਨੇ ਵੀ ਉਹ ਕਰਤਾ, 1,60,000 ਰੁੱਖ ਇੱਕ ਦਿਨ 'ਚ ਲਾਤਾ, ਮੰਨ ਲਓ ਨਹੀਂ ਕੇਅਰ ਕੀਤੀ, 60,000 ਵੀ ਬਚ ਗਿਆ ਉੱਦਣ ਦਾ। 1 ਲੱਖ ਰੁੱਖ ਮਰ ਵੀ ਗਿਆ, ਤੇ ਫਿਰ ਵੀ ਪ੍ਰਤੀ ਦਿਨ 60,000 ਰੁੱਖ ਲੱਗ ਸਕਦਾ ਵਾ ਇੱਕ ਇਨਸਾਨ ਦੀ ਇੱਕ ਸਾਲ 'ਚੋਂ ਸਿਰਫ 1 ਘੰਟੇ ਜਾਂ ਅੱਧੇ ਘੰਟੇ ਦੀ ਕੋਸ਼ਿਸ਼ ਨਾਲ। ਮਤਲਬ ਇੱਕ ਸਾਲ 'ਚ ਸਿਰਫ ਤੁਸੀਂ 1 ਘੰਟਾ ਟਾਈਮ ਕੱਢਣਾ ਵਾ, ਤੇ ਤੁਸੀਂ ਇੱਕ ਪੰਜਾਬ ਵਰਗੀ ਸਟੇਟ 'ਚ 60,000 ਰੁੱਖ ਪਰ ਡੇ ਬਚਾ ਸਕਦੇ ਹੋ। ਲਾ ਤਾਂ ਤੁਸੀਂ 1.5-2 ਲੱਖ ਸਕਦੇ ਹੋ, ਪਰ ਬਚਾ ਸਕਦੇ ਹੋ। ਤੇ ਜੇ ਐਡੀ ਰੇਸ਼ੋ 'ਚ ਰੁੱਖ ਲੱਗ ਜਾਣ ਤੇ ਸਭ ਤੋਂ ਪਹਿਲਾਂ ਤਾਂ ਸਾਡੀ ਕੁਦਰਤ ਸੁਧਰ ਜਾਣੀ ਆ, ਤੇ ਜਿੱਥੋਂ ਦਾ ਆਬੋ ਹਵਾ ਸਹੀ ਹੁੰਦੀ ਆ, ਉੱਥੋਂ ਦਾ ਨੇਚਰ, ਉੱਥੋਂ ਦੀ ਨੈਗੇਟਿਵਿਟੀ ਆਪੇ ਹੀ ਬਦਲ ਜਾਂਦੀ ਆ। ਉਹਦਾ
ਹੁਣ ਕਈ ਦੇਸ਼ ਯੂਰਪ ਦੇ ਉਹ ਉੱਥੋਂ ਦਾ ਮਾਹੌਲ ਹੀ ਇਵੇਂ ਦਾ ਕਿ ਤੁਹਾਨੂੰ ਲੱਗਦਾ ਕਿ ਇੱਥੇ ਤਾਂ ਸਵਰਗ ਆ, ਜਿੱਥੇ ਵਾਈਬਸ ਹੀ ਨੇ ਪੋਜ਼ਿਟਿਵ ਨੇ। ਉਹਦਾ ਸਭ ਤੋਂ ਪਹਿਲਾ ਕਾਰਨ ਨੇਚਰ ਆ। ਯੂਰਪ ਦੇ ਦੇਸ਼ਾਂ 'ਚ ਨੇਚਰ ਫੀਲ ਹੁੰਦੀ ਆ, ਦੁਬਈ 'ਚ ਮਜ਼ਾ ਆ ਸਕਦਾ ਵਾ, ਪਰ ਤੁਸੀਂ ਇੱਥੇ ਪੋਜ਼ਿਟਿਵਲੀ ਉਹ ਨਹੀਂ ਫੀਲ ਕਰ ਸਕਦੇ। ਵਾਓ, ਕੋਈ ਪੱਥਰ ਦੇ ਮਨਾਰ ਖੜੇ ਕਰਤੇ, ਹਰ ਪਾਸੇ ਸ਼ੀਸ਼ਾ ਕਰਤਾ। ਤੇ ਜੇ ਤੁਹਾਡਾ ਆਬੋ ਹਵਾ, ਤੁਹਾਡੇ ਸਰਾਊਂਡਿੰਗ ਹੀ ਬਹੁਤ ਵਧੀਆ ਹੋਊਗੀ ਤੇ ਤੁਹਾਡੇ ਨੈਗੇਟਿਵਿਟੀਜ਼ ਤਾਂ ਆਪੇ ਹੀ ਕਿਤੇ ਨਾ ਕਿਤੇ ਦੂਰ ਹੋ ਜਾਣੀਆਂ। ਤੇ ਕੋਈ ਵੀ ਮਾੜੀਆਂ ਚੀਜ਼ਾਂ ਨੇ ਉਹ ਤਾਂ ਮਾੜੀਆਂ ਚੀਜ਼ਾਂ ਨਾਲ ਹੀ ਆਉਂਦੀਆਂ ਨੇ। ਤੁਹਾਡੇ ਥਾਟ ਨੈਗੇਟਿਵ ਨੇ, ਤੁਹਾਡੇ ਐਕਟ ਨੈਗੇਟਿਵ ਹੋਣਗੇ। ਤੁਸੀਂ ਸੋਚ ਸੋਹਣਾ ਰਹੇ ਹੋ, ਤੁਹਾਡੇ ਕੰਮ ਵੀ ਕਿਤੇ ਨਾ ਕਿਤੇ ਸੋਹਣੇ ਹੋ ਜਾਣਗੇ। ਸੋ ਇਹ ਬੜਾ ਛੋਟਾ ਜਿਹਾ ਪਲਾਨ ਆ, ਸਿਰਫ ਤੁਸੀਂ 1 ਸਾਲ 'ਚ ਸਿਰਫ 1 ਘੰਟਾ ਕੱਢਣਾ ਤੇ ਤੁਸੀਂ ਕਿੱਡੇ ਹਿਊਜ ਲੈਵਲ ਤੇ ਤੁਸੀਂ ਪਲਾਂਟਿੰਗ ਕਰ ਸਕਦੇ ਹੋ, ਇੱਕ ਸਟੇਟ ਟੂ ਸਟੇਟ। ਤੁਸੀਂ ਆਪਣੇ ਬਰਥਡੇ ਤੇ ਕਰਦੇ ਹੋ? ਮੈਂ ਹਾਂਜੀ, ਮੈਂ ਮਤਲਬ ਪਿਛਲੇ ਸਾਲ ਨਹੀਂ ਕੀਤਾ। ਉਹਦੇ 'ਚ ਵੀ ਬੜੀਆਂ ਚੀਜ਼ਾਂ ਨੇ, ਜਿੱਦਾਂ ਹੀ ਹੁਣ ਕਿਸਾਨ ਆ ਤੇ ਉਹ ਚਾਚਾ ਹੀ ਹੁਣੀ ਖੇਤੀ ਕਰਦੇ, ਤੇ ਉਹ ਚਾਚਾ ਕਹਿੰਦਾ ਯਾਰ ਤੂੰ ਰੁੱਖ ਲਾ ਨਾ, ਤੇ ਇਹਨਾਂ ਛਾਂ ਉਹ ਮਰ ਜਾਂਦੀ, ਫਸਲ ਮਰ ਜਾਂਦੀ ਲਾਗੇ। ਹੁਣ ਉਹਨਾਂ ਦੀ ਆਪਣੀ ਪੇਨ ਆ ਕਿ ਸਾਡੇ ਲੋਕਾਂ ਨੇ ਉੱਥੋਂ ਤੱਕ ਉਹ ਚੀਜ਼ ਨੂੰ ਸੋਚ ਲਿਆ, ਪਰ ਇਦਾਂ ਹੋਣਾ ਨਹੀਂ ਚਾਹੀਦਾ। ਹੁਣ ਆਪਣੇ ਖੇਤਾਂ 'ਚ ਤਾਂ ਰੁੱਖ ਹੀ ਤਾਂ ਖਤਮ ਹੋਏਗੀ, ਫਸਲ ਖਰਾਬ ਹੁੰਦੀ ਹੈ, ਵੱਢ ਦਿਓ, 15,000 ਦੀ ਟਾਲੀ ਵੇਚ ਦਿਓ। ਸੋ ਇਹ ਚੀਜ਼ਾਂ ਵੀ ਹੈਗੀਆਂ ਹੈ ਨਾ, ਬਟ ਕਰਨਾ ਚਾਹੀਦਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਜਿਸ ਥਾਂ ਤੇ ਲਗਾਏ ਜਾ ਸਕਦੇ ਉੱਥੇ। ਮਤਲਬ ਸਮਾਜ ਸੇਵਾ 'ਚ ਜੇ ਤਾਂ ਤੁਹਾਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਆ, ਫਿਰ ਤੁਸੀਂ ਜਾਂਦੇ ਛੱਡ ਯਾਰ ਆਪਣੀ ਜ਼ਿੰਦਗੀ ਦੇਖੋ। ਦੋ ਹੀ ਚੀਜ਼ਾਂ ਹੁੰਦੀਆਂ ਵਾ, ਜਾਂ ਤੁਸੀਂ ਇੱਕ ਪਾਸੇ ਦਾ ਜਨੂਨ, ਜਾਂ ਤੁਸੀਂ ਕਹਿੰਦੇ ਕਿ ਮੈਂ ਹੁਣ ਸਮਾਜ ਸੇਵੀ ਹੋ ਜਾਣਾ ਵਾ, ਫਿਰ ਉੱਧਰ ਐਕਟ ਕਰਦੇ ਹੋ, ਜਾਂ ਨਹੀਂ ਤੇ ਫਿਰ ਤੁਸੀਂ ਕਹਿੰਦੇ ਕਿ ਦਫਾ ਕਰ, ਆਪਾਂ ਕੀ ਲੈਣਾ, ਆਪਾਂ ਆਪਣਾ ਕਰ ਰਹੇ। ਪਰ ਜਦੋਂ ਸਿਰਫ 1 ਘੰਟੇ ਚਾਹੀਦਾ 1 ਸਾਲ 'ਚ, ਫਿਰ ਤੇ ਡੈਫੀਨੇਟਲੀ ਹੋ ਜਾਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ। ਬਹੁਤ ਸਾਰੀ ਗੱਲਾਂ ਬਾਤਾਂ ਆਪਾਂ ਇਸ ਇੰਟਰਵਿਊ ਦੇ ਵਿੱਚ ਕੀਤੀਆਂ ਨਾ, ਬਟ ਐਂਡ ਦੇ ਵਿੱਚ ਸਿਰਫ ਇਹ ਪੁੱਛਣਾ ਚਾਹੂੰਗੀ, ਤੁਹਾਨੂੰ ਇਹ ਵੀ ਪਤਾ ਹੈ ਕਿ ਇਸ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕਰ ਰਹੇ ਹੋ ਇੱਥੇ ਹੀ ਰਹਿ ਜਾਣਾ, ਆਪਾਂ ਨਾਲ ਨਹੀਂ ਲੈ ਕੇ ਜਾਣਾ, ਹੈ ਨਾ। ਤੁਸੀਂ ਸਪਿਰਿਚੁਅਲ ਵੀ ਹੋ, ਤੁਸੀਂ ਹਰ ਚੀਜ਼ ਜਿਹੜੀ ਇਹ ਸੋਚ ਸਮਝ ਕੇ ਕਰਦੇ ਹੋ, ਆਪਣਾ ਕੰਮ ਵੀ ਕਰ ਰਹੇ ਹੋ, ਆਪਣੇ ਗੋਲਸ ਵੀ ਪੂਰੇ ਕਰ ਰਹੇ ਹੋ, ਬਟ ਐਟ ਦੀ ਐਂਡ ਜਦੋਂ ਕਹਿੰਦੇ ਨਾ ਕਿ ਹਾਂ ਸਭ ਕੁਝ ਖਤਮ ਹੈ, ਉਸ ਤੋਂ ਬਾਅਦ ਇੱਕ ਬੰਦਾ ਚੀਜ਼ ਸੋਚਦਾ ਕਿ ਯਾਰ ਮੈਂ ਇੰਨਾ ਕੁਝ ਕਰ ਰਿਹਾ, ਪਰ ਹਾਂ ਐਂਡ ਦੇ ਵਿੱਚ ਮੇਰਾ ਇਹ ਮੋਟਿਵ ਹੈ ਲਾਈਫ ਜਿਉਣ ਦਾ। ਪਿੰਡਰ ਦਾ ਕੀ ਮੋਟਿਵ ਹੈ ਲਾਈਫ ਜਿਉਣ ਦਾ? ਮੈਂ ਨਾ, ਤੁਹਾਡੀ ਗੱਲ ਬੜੀ ਸਹੀ ਆ ਕਿ ਅਸੀਂ ਕਰੀ ਵੀ ਜਾਂਦੇ ਤੇ ਕਹੀ ਵੀ ਜਾਂਦੇ ਇੱਥੇ ਰਹਿ ਜਾਣਾ। ਮੈਨੂੰ ਇਹ ਲੱਗਦਾ ਕਿ ਇਹ ਸੱਚ ਹੈ ਕਿ ਇੱਥੇ ਰਹਿ ਜਾਣਾ, ਪਰ ਪਰਮਾਤਮਾ ਨੇ ਜਿਹੜੀ ਚੀਜ਼ ਕਰਨ ਦਾ ਤੁਹਾਨੂੰ ਬਲ ਬਖਸ਼ਿਆ ਵਾ, ਜਿਹੜੀ ਚੀਜ਼ ਦਾ ਤੁਹਾਨੂੰ ਹੁਨਰ ਤਾਕਤ ਬਖਸ਼ੀ ਆ, ਉਹਨੇ ਕਰਨ ਲਈ ਤਾਂ ਬਖਸ਼ੀ ਆ। ਜੇ ਮੰਨ ਲਓ ਉਹਨੇ ਮੇਰੇ ਘਰ ਦੇ ਤਾਂ ਵਿਚਾਰੇ ਪੜ੍ਹਾਈ ਗਏ, ਇੰਜੀਨੀਅਰ ਬਣਨਗੇ, ਐਂ ਕਰਨਗੇ, ਆਪਣਾ ਘਰ ਚਲਾਉਣਗੇ, ਤੇ ਉਹਦੇ ਬਾਵਜੂਦ ਵੀ ਮੈਂ ਆਪਣੇ ਮਤਲਬ ਆਰਟ ਤੋਂ ਇੰਨਾ ਇਨਫਲੂਐਂਸ ਆ, ਤੇ ਉਹਦੇ ਪਿੱਛੇ ਕੋਈ ਤਾਂ ਕਾਰਨ ਹੋਊਗਾ ਨਾ। ਤੇ ਜੇ ਉਹ ਮਹਾਰਾਜ ਨੇ ਮੈਨੂੰ ਬਖਸ਼ਿਆ ਤਾਂ ਉਹਦੇ ਪਿੱਛੇ ਵੀ ਕੋਈ ਕਾਰਨ ਹੋਊਗਾ, ਤੇ ਫਿਰ ਮੈਨੂੰ ਉਹਦੇ ਤੇ ਆਪਣਾ ਲੱਗੇ ਰਹਿਣਾ ਚਾਹੀਦਾ ਆ ਕਿ ਅਸੀਂ ਇਹ ਸੱਚ ਹੈ ਕਿ ਨਾਲ ਕੁਝ ਨਹੀਂ ਜਾਣਾ, ਪਰ ਜਦੋਂ ਤੱਕ ਰਹਿਣਾ ਉਦੋਂ ਤੱਕ ਤਾਂ ਰਹਿਣਾ ਨਾ। ਤੇ ਉਦੋਂ ਤੱਕ ਤੁਹਾਡੇ ਐਕਟ ਜੋ ਤੁਹਾਨੂੰ ਜਿਹੜੀ ਵੀ, ਜੇ ਕਿਸੇ ਨੂੰ ਮੰਨ ਲਓ ਕੋਈ ਮੋਟੀਵੇਸ਼ਨਲ ਵਧੀਆ ਸਪੀਕਰ ਆ, ਤੇ ਉਹਨੂੰ ਮਹਾਰਾਜ ਨੇ 4 ਗੱਲਾਂ ਕਹਿ ਕੇ ਕਿਸੇ ਨੂੰ ਸਮਝਾਉਣ ਦੀ ਤਾਕਤ ਬਖਸ਼ੀ, ਤਾਂ ਉਹਨੂੰ ਲੱਗੇ ਰਹਿਣਾ ਚਾਹੀਦਾ ਉਸ ਚੀਜ਼ 'ਤੇ। ਜੇ ਕੋਈ ਵਧੀਆ ਰਾਜਨੇਤਾ ਹੈ ਤੇ ਉਹਨੂੰ ਵਧੀਆ ਸਿਆਸਤ 'ਤੇ ਲੱਗੇ ਰਹਿਣਾ ਚਾਹੀਦਾ ਹੈ। ਜੇ ਕਿਸੇ ਨੂੰ ਇੰਟਰਸਟ ਹੈ ਕਿ ਮੈਂ ਕਿਸੇ ਦਾ ਇਲਾਜ ਸਹੀ ਕਰ ਸਕਦਾ ਵਾਂ, ਤੇ ਉਹਦੀ ਪੜ੍ਹਾਈ ਕਰ ਰਿਹਾ, ਤੇ ਉਸ ਤੋਂ ਬਾਅਦ ਉਹ ਡਾਕਟਰ ਹੈ, ਤਾਂ ਉਹਨੂੰ ਲੱਗੇ ਰਹਿਣਾ ਚਾਹੀਦਾ ਹੈ। ਉਹ ਸਾਡੀ ਜ਼ਿੰਦਗੀ ਦਾ ਇੱਕ ਮਤਲਬ ਹਿੱਸਾ ਵਾ, ਤੁਸੀਂ ਛੱਡ ਨਹੀਂ ਸਕਦੇ। ਜਿਹੜੀ ਤਾਕਤ ਜਿਹੜੇ ਕੰਮ ਲਈ ਆਏ ਉਹ ਕਰਨਾ, ਉਹ ਤੁਹਾਨੂੰ ਉਹਨੇ ਲਾਇਆ ਹੋਇਆ, ਪਰ ਉਹਦੇ ਪਿੱਛੇ ਤੁਸੀਂ ਉਹ ਹੋੜ 'ਚ ਨਹੀਂ ਪਾਗਲ ਹੋ ਜਾਣੇ ਚਾਹੀਦੇ ਕਿ ਮੈਂ ਹੁਣ ਡਾਕਟਰ ਬਣ ਗਿਆ ਤੇ ਮੇਰੇ 8 ਹਸਪੀਟਲ ਹੀ ਹੋਣ, ਜਾਂ ਮੈਂ ਆਰਟਿਸਟ ਹਾਂ ਤੇ ਮੈਂ ਸੁਪਰ ਸਟਾਰ ਹੀ ਹੋਵਾਂ, ਕੋਈ ਮੇਰਾ ਉੱਪਰ ਹੀ ਲੈਵਲ। ਹਾਂ, ਉਹ ਵੀ ਜੇ ਉਹਨੇ ਕਰਨਾ ਤਾਂ ਉਹਨੇ ਕਰ ਹੀ ਦੇਣਾ। ਇਹ ਚੀਜ਼ਾਂ ਦੀ ਐਕਸੈਪਟੈਂਸ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਆਰਟਿਸਟ ਹਾਂ ਤਾਂ ਮੇਰਾ ਵਧੀਆ ਕੰਮ ਚੱਲਣਾ ਚਾਹੀਦਾ, ਇਹ ਨਹੀਂ ਹੁੰਦਾ ਹਰ ਕਿਸੇ ਦੀ ਜ਼ਿੰਦਗੀ ਦੇ, ਚਾਹੇ ਉਹ ਆਰਟਿਸਟ ਹੈ ਕੋਈ ਵੀ ਹੈ ਨਾ। ਲਾਈਫ ਦੇ ਵਿੱਚ ਤੁਹਾਨੂੰ ਹਰ ਫੇਜ਼ ਦੇਖਣੇ ਪੈਂਦੇ ਆ ਲਾਈਫ ਦੇ, ਹੈ ਨਾ। ਜ਼ਿੰਦਗੀ ਬਹੁਤ ਕੁਝ ਦਿਖਾਉਂਦੀ ਹੈ, ਤੁਸੀਂ ਹਮੇਸ਼ਾ ਉਹਨਾਂ ਚੀਜ਼ਾਂ ਦੇ ਲਈ ਤਿਆਰ ਰਹਿੰਦੇ ਹੋ? ਕੋਸ਼ਿਸ਼ ਤੇ ਮਤਲਬ ਤਿਆਰੀ ਕਾਹਦੀ ਆ। ਹੁਣ ਨਾ ਕੱਲ ਮੈਂ ਫਿਲਮ ਦੇਖੀ ਮਸਤਾਨੇ, ਉਹ ਮਤਲਬ ਬੜੀ ਸੋਹਣੀ ਫਿਲਮ ਹੈ ਨਾ। ਉਹਦੇ 'ਚ ਨਾ ਇੱਕ ਬੜੀ ਵੱਡੀ ਗੱਲ ਉਹਨੂੰ ਦੱਸੀ ਕਿ ਉਹ ਤੋਂ ਹੀ ਮੈਂ ਫਿਲਮ ਦੀ ਕਹਾਣੀ ਨੂੰ ਨਹੀਂ ਖੋਲਦਾ, ਬੜੀ ਸੋਹਣੀ ਕਹਾਣੀ ਆ ਚਲੋ, ਪਰ ਉਹਦੇ 'ਚ ਨਾ ਅਰਦਾਸ ਦੀ ਮਹੱਤਤਾ ਦੱਸੀ ਉਹਨਾਂ ਨੇ ਕਿ ਅਰਦਾਸ ਕਿੱਦਾਂ ਕੰਮ ਕਰਦੀ ਹੈ ਤੁਹਾਡੇ ਲਈ। ਤੇ ਜਦੋਂ ਉਹ ਫਿਲਮ ਨੂੰ ਬੜੇ ਸੌਖੇ ਤਰੀਕੇ ਨਾਲ ਕਿਸੇ ਬੱਚੇ ਨੂੰ ਵੀ ਸਮਝਾਓਗੇ ਨਾ ਕਿ ਅਰਦਾਸ ਦੀ ਵੈਲਿਊ ਕੀ ਆ, ਤੇ ਉਹ ਸਮਝ ਜੂਗਾ। ਸੋ ਇਹ ਨਹੀਂ ਪਤਾ ਉੱਤੇ ਜਾਣਾ ਥੱਲੇ ਜਾਣਾ, ਕੁਛ ਨਹੀਂ ਪਤਾ, ਪਰ ਅਰਦਾਸ ਤਾਂ ਬੰਦਾ ਇਹੀ ਕਰਦਾ ਨਾ ਕਿ ਜੇ ਮੈਂ ਕੁਛ ਕਰ ਰਿਹਾ ਤਾਂ ਉਹਦੇ ਰਿਜ਼ਲਟ ਬਹੁਤ ਸੋਹਣੇ ਹੋਣ। ਸੋ ਅਰਦਾਸ ਤੇ ਹੀ ਸਾਰਾ ਕੁਝ ਆ। ਪਰ ਮੈਂ ਵੀ ਕਹਿੰਦਾ ਹੁੰਦਾ ਕਿ ਜੇ ਅੱਜ ਕੋਲ ਗੱਡੀ ਆ, ਕੱਲ ਨਾ ਵੀ ਰਹੀ, ਬਸ ਇਹ ਤਾਕਤ ਦੇ ਦੀ ਕਿ ਮੈਂ ਬੱਸ 'ਚ ਚੜ੍ਹਨ ਲੱਗਿਆ ਕਹਾਂਗੀ ਸ਼ੁਕਰ ਹੈ ਕਿ ਬੱਸ ਤਾਂ ਹੈਗੀ ਆ, ਇਹ ਨਾ ਹੋਵੇ ਕਿ ਮੈਂ ਹਾਂਜੀ ਇਹ ਨਾ ਸੋਚਾਂ ਕਿ ਰੱਬਾ ਆ ਕੀ ਕਰਤਾ ਮੇਰੇ ਕੋਲ ਗੱਡੀ, ਲੋਕ ਕੀ ਕਹਿਣਗੇ। ਇਹ ਮੈਟਰ ਨਹੀਂ ਕਰਨਾ ਚਾਹੀਦਾ, ਲੋਕ ਕੀ ਕਹਿਣਗੇ ਦਿਮਾਗ 'ਚ ਤੁਹਾਡੇ ਵੀ ਨਹੀਂ ਰਹਿੰਦਾ। ਮੈਂ ਨਾ 2017 ਚ ਮੈਂ 10-15 ਦਿਨ ਦਾ ਨਾ ਇੱਕ ਭਲਵਾਨ ਸਿੰਘ ਫਿਲਮ ਦੇ ਸੈੱਟ ਤੇ ਗਿਆ ਹਾਂ ਐਜ਼ ਐਨ ਏਡੀ, ਤੇ ਉੱਥੇ ਮੈਂ ਨਾ ਮੈਂ ਸ਼ੁਰੂ ਤੋਂ ਕੋਟ ਲਿਖਦਾ। ਉਹ ਫਿਲਮ ਦੇ ਰਾਈਟਰ ਸੀਗੇ ਭਾਜੀ ਸੁਖਰਾਜ। ਮੈਂ ਉਦੋਂ ਇੱਕ ਕੋਈ ਐਂ ਸ਼ਾਇਰੀ ਲਿਖੀ ਸੀਗੀ ਕਿ ਮੈਂ ਮਤਲਬ ਉਹ ਆਪਣੇ ਸੁਪਨਿਆਂ ਨੂੰ ਜਵਾਬ ਦਿਆਂ ਕਿ ਮੈਂ ਦੁਨੀਆ ਨੂੰ ਜਵਾਬ ਦੇ ਨਹੀਂ ਹੈਗਾ। ਤੇ ਮੈਂ ਉਹ ਲਿਖਿਆ ਸੀ ਕਿ ਉਹਨਾਂ ਨੇ ਇਹ ਗੱਲ ਨੂੰ ਉਦੋਂ ਹੈ ਨਾ ਉਹ ਬੜਾ ਵਧੀਆ ਤਰੀਕੇ ਨਾਲ ਲਿਆ। ਮੈਂ ਨਾ ਇੱਕ ਦਿਨ ਇੱਕ ਚੀਜ਼ ਬੜੇ
ਮੈਂ ਨਾ ਉਹੀ ਤੁਹਾਨੂੰ ਕਹਿ ਰਿਹਾ ਕਿ ਮੈਂ 2-4-6 ਮਹੀਨੇ ਬਾਅਦ ਚੀਜ਼ਾਂ ਨੂੰ ਸੋਚਦਾ ਰਹਿੰਦਾ ਕਿ ਪਿੱਛੇ ਕਿਵੇਂ ਹੋਇਆ। ਹਾਂਜੀ ਹਾਂਜੀ। ਤੇ ਮੈਂ ਉਸ ਟਾਈਮ ਨਾ ਮਾਨਵ ਵਿਜ ਭਾਜੀ ਫਿਲਮ 'ਚ ਸੀਗੇ, ਉਹਨਾਂ ਦਾ ਕਰੈਕਟਰ ਸੀਗਾ। ਚਲੋ ਉੱਥੇ ਜਦੋਂ ਤੁਸੀਂ ਕੰਮ ਕਰ ਰਹੇ ਹੋ ਟੀਮ 'ਚ, ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ, ਭਾਈ ਉਹਨਾਂ ਨੂੰ ਦੱਸਿਆ ਕਿ ਇੱਦਾਂ ਕੀ ਲਿਖਦਾ ਨਾ, ਕਿ ਰਾਈਟਰ ਆ, ਪੋਇਟਰੀ ਕਰਦਾ। ਉਹਨਾਂ ਨੇ ਮੈਨੂੰ ਜਦੋਂ ਸੁਣੀਆਂ ਤੇ ਉਹ ਮੈਨੂੰ ਉੱਥੇ ਫੋਲੋ ਕਰਦੇ ਸੀਗੇ ਮੇਰੀ ਕਿਤਾਬ ਦੇ। ਹਾਂਜੀ। ਤੇ ਉਹਨਾਂ ਨੇ ਮੈਂਡੀ ਦੇਖਣ ਨੂੰ ਕਿਹਾ, ਉਹ ਵੀ ਮੈਨੂੰ ਉਹਨਾਂ ਟਾਈਮਾਂ ਜਦੋਂ ਫੋਲੋ ਕਰਦੇ ਸੀ ਮੇਰੇ ਕਿਤਾਬ ਵਾਲੇ ਪੇਜ ਤੇ। ਚਲੋ ਟਾਈਮ ਦੀ ਚੀਜ਼ਾਂ ਬਦਲ ਗਈਆਂ, ਮੈਂ ਆਪਣੀ ਡਾਇਰੈਕਸ਼ਨ 'ਚ ਬਿਜ਼ੀ ਹੋ ਗਿਆ, ਰਾਈਟਿੰਗ 'ਚ ਧਿਆਨ ਨਹੀਂ ਦਿੱਤਾ। 5 ਸਾਲ ਲੰਘ ਗਏ। ਹੁਣ ਮੋਡ ਫਿਲਮ ਆਈ ਜਦੋਂ, ਮੇਰਾ ਭਾਜੀ ਕਾਰਜ ਨਾਲ ਬੜਾ ਵਧੀਆ ਪਿਆਰ ਆ। ਉਹਨਾਂ ਉਦੋਂ ਲੱਗੇ ਸੀਗੇ 4-5 ਆਪਣੀ ਇੰਡਸਟਰੀ ਦੇ ਰਾਈਟਰ, ਉਹ ਐਂਡ ਤੇ ਇੱਕ ਉਹਨਾਂ ਨੇ ਪਾਇਆ ਵਾ, ਇੱਕ ਨਾ ਵੌਇਸ ਓਵਰ ਆ ਭਾਜੀ ਮਾਨਵ ਦਾ। ਤੇ ਇੱਦਾਂ ਇਕੱਠੇ ਸੀ ਮੈਂ ਤੇ ਭਾਜੀ ਕਰਦੇ ਕਿਤੇ ਭਾਜੀ ਕੁਛ ਕਰ ਰਹੇ ਸੀ, ਤੇ ਭਾਜੀ ਕਹਿੰਦੇ ਯਾਰ ਆ ਕੋਸ਼ਿਸ਼ ਕਰ ਤੂੰ ਵੀ ਲਿਖਣ ਦੀ, ਕਿ ਫਲਾਨਾ ਆਰਟਿਸਟ ਲੱਗੇ ਹੋਏ ਨੇ ਪਰ ਗੱਲ ਜੀ ਨਹੀਂ ਬਣ ਰਹੀ। ਤੇ ਮੈਂ ਕਿਹਾ ਭਾਈ ਮੈਂ ਕੋਸ਼ਿਸ਼ ਕਰਦਾ। ਚਲੋ ਮੈਂ ਉੱਤੇ ਕੋਸ਼ਿਸ਼ ਕੀਤੀ, ਮੈਂ ਭੇਜਤਾ, ਭਾਈ ਕਹਿੰਦੇ ਡਾਨੇ ਪਾਉਂਦੇ ਆ। ਹੁਣ ਉਹ ਐਂਡ ਤੇ ਜਦੋਂ ਮੈਂ ਦੇਖਿਆ ਉਹ ਮਾਨਵ ਭਾਈ ਦੀ ਵੋਕਲ 'ਚ ਆ, ਹੈ ਨਾ। ਤੇ ਹੁਣ ਉਹ 17 'ਚ ਉਹ ਬੰਦੇ ਨੂੰ ਸੀਗਾ ਕਿ ਯਾਰ ਤੂੰ ਚਲੋ ਨਵਾਂ ਆ ਜੋ ਵੀ ਆ, ਪਰ ਤੂੰ ਸੋਹਣਾ ਲਿਖਦਾ। ਹੁਣ ਜਦੋਂ ਉਹਨਾਂ ਨੇ ਬੋਲਿਆ ਹੋਊਗਾ ਇਹਨਾਂ ਨੂੰ ਪਤਾ ਨਹੀਂ ਹੋਊਗੀ ਉਸੇ ਮੁੰਡੇ ਦਾ ਆ, ਪਰ ਉਹ ਚੀਜ਼ਾਂ ਕਨੈਕਟ ਕਰਦੀਆਂ ਨੇ। ਤੇ ਮੈਨੂੰ ਉਹ ਗੱਲ ਦੀ ਬੜੀ ਹੈਰਾਨਗੀ, ਹੋਰ ਕੀ ਬੋਲਦਾ ਸ਼ਾਇਦ ਨਾ ਲੱਗਦਾ ਕਿ ਠੀਕ ਹੈ ਇੱਦਾਂ ਹੀ ਸੀ, ਪਰ ਉਹ ਮਾਨਵ ਭਾਈ ਦੀ ਵੋਕਲ ਸੁਣ ਕੇ ਮੈਨੂੰ ਲੱਗਿਆ ਕਿ ਮੀਨਸ ਚੀਜ਼ਾਂ ਜੁੜਦੀਆਂ ਨੇ। ਉਹ ਬੰਦੇ ਨੇ ਉਦੋਂ ਮੈਨੂੰ ਐਨਰਜੀ ਦਿੱਤੀ ਕਿ ਤੂੰ ਵਧੀਆ ਲਿਖਦਾ ਆ। ਜਾਂ ਮੈਂ ਜਦੋਂ ਬਿਲਕੁਲ ਨਵਾਂ ਆ, ਮੈਨੂੰ ਕੋਈ ਨਹੀਂ ਜਾਣਦਾ, ਜਦ ਉਹਨੇ ਫੋਲੋ ਕਰਦਾ ਮੈਨੂੰ, ਤੇ ਮੇਰੇ ਲਈ ਇੱਕ ਪੁਸ਼ ਆ। 4 ਮਹੀਨੇ ਦੀ ਐਨਰਜੀ ਹੈਗੀ ਯਾਰ, ਇੱਕ ਵਧੀਆ ਆਰਟਿਸਟ ਮੇਰੇ ਤੇ ਬਿਲੀਵ ਕਰ ਰਿਹਾ, ਇਟ ਮੀਨਸ ਕੁਛ ਤਾਂ ਹੈਗਾ। ਸਮਾਲ ਵਰਲਡ, ਬਟ ਮੈਨੂੰ ਲੱਗਦਾ ਐਨਰਜੀਜ਼ ਬਹੁਤ ਮੈਟਰ ਕਰਦੀਆਂ, ਜਿਹੜੀ ਅਸੀਂ ਯੂਨੀਵਰਸਿਟੀ ਭੇਜਦੇ ਔਰ ਚੀਜ਼ਾਂ ਹੈਪਨ ਹੁੰਦੀਆਂ। ਤੁਸੀਂ ਬਿਲੀਵ ਕਰਦੇ ਹੋ ਇਸ ਚੀਜ਼ 'ਤੇ ਕਿ ਹਾਂ ਇਹ ਹੈ, ਜਿਹੜੀ ਅਸੀਂ ਗੱਲਾਂ ਕਹਿੰਦੇ ਆ ਬਾਰ-ਬਾਰ ਰਿਪੀਟ ਕਰਦੇ ਆ, ਹੁੰਦੀਆਂ ਵੀ ਹੁੰਦੀਆਂ ਜੀ, ਹੁੰਦੀਆਂ ਹੈ ਨਾ। ਕਈ ਮਾੜਾ ਹੀ ਸੋਚਣ ਤੇ ਜ਼ੋਰ ਦੇ ਕੇ ਰੱਖਦੇ ਨੇ, ਉਹ ਫਿਰ ਮਾੜਾ ਹੀ ਦੇਖਦੇ ਨੇ। ਤੇ ਜੇ ਚੰਗਾ ਸੋਚਦੇ ਆ, ਚੰਗਾ ਕਿ ਇਹੀ ਨੇ, ਸੱਚ ਹੀ ਆ। ਜੇ ਉਹਨੂੰ ਮਤਲਬ ਬਿਲਕੁਲ ਹੀ ਚੰਗਾ ਸੋਚੀਏ ਤੇ ਬੜਾ ਕੁਝ ਚੰਗਾ ਵੀ ਹੁੰਦਾ, ਨਹੀਂ ਵੀ ਹੋਵੇ ਤੇ ਤੁਹਾਨੂੰ ਮਾੜੇ 'ਚ ਵੀ ਚੰਗਾ ਦਿਖੀ ਜਾਂਦਾ। ਹੁਣ ਮੇਰੇ ਨਾਲ ਥੋੜ੍ਹੇ ਦਿਨ ਪਹਿਲਾਂ ਹਾਦਸਾ ਹੋ ਗਿਆ ਸੀ, ਦੁਬਈ ਚੱਲੇ ਸੀ ਇੱਕ ਦਿਨ ਵਾਸਤੇ, ਤੇ ਉਹ ਏਅਰਪੋਰਟ 'ਤੇ ਮੈਂ ਇੱਦਾਂ ਪਾਸਪੋਰਟ ਫੜਾਇਆ ਇਮੀਗ੍ਰੈਂਟ ਆਫੀਸ਼ੀਅਲ ਨੂੰ, ਉਹ ਨਾ ਯੂਜ਼ ਹੋ ਕੇ ਘਸਿਆ ਬਹੁਤ ਪਿਆ ਸੀ। ਉਹਨੇ ਮੈਨੂੰ ਐਂ ਫੜਾ ਕੇ ਤੇ ਐਂ ਵਾਪਸ ਪੱਟਾ ਫੜਾਤਾ। ਉਹ ਐਂ ਸਬੂਤਾ ਫੜਾਇਆ, ਪੱਟਿਆ ਮੇਰੇ ਹੱਥ 'ਚ ਆ ਗਿਆ। ਮੈਂ ਕਿਹਾ ਆ ਗਈ ਆ। ਮੈਂ ਕਿਹਾ ਚੋ ਕੇ, ਮੈਂ ਕਿਹਾ ਰੱਬ ਨਹੀਂ ਚਾਹੁੰਦਾ ਹੋਊਗਾ ਮੈਂ ਟਰੈਵਲ ਕਰਾਂ। ਮੈਂ ਉੱਥੇ ਬਹੁਤੀ ਹਾਸਲ ਨਹੀਂ ਕੀਤੀ। ਪਰਮੇਸ਼ ਵੀਰ ਸੀ ਨਾਲ, ਕਹਿੰਦਾ ਅਰੇ ਇਹਨਾਂ ਨੂੰ ਕਹਿ ਕੀ ਤੁਹਾਡੇ ਕੋਲ ਪੱਟਾ, ਤੂੰ ਆ ਜਾ। ਮੈਂ ਕਿਹਾ ਚੋ ਕੇ ਵੀਰੇ, ਕੀ ਪਤਾ ਉੱਥੇ ਕੁਛ ਵਾਧਾ ਘੱਟੇ ਨਹੀਂ ਗਏ ਜੀ। ਹਾਂ, ਤੇ ਐਕਸੈਪਟ ਕਰਨ ਦੀ ਤਾਕਤ ਬਹੁਤ ਜ਼ਰੂਰੀ। ਚਲੋ ਇਹ ਤਾਂ ਬੜੀ ਬੇਸਿਕ ਗੱਲ ਸੀਗੀ, ਕਿ ਉਹ ਵੱਡੀ ਗੱਲ ਨਹੀਂ। ਤੇ ਮੈਂ ਤੇ ਕਹਿੰਦਾ ਹੁੰਦਾ ਕਿ ਬਟ ਮੈਨੂੰ ਲੱਗਦਾ ਮੈਨੂੰ ਜਦੋਂ ਇਦਾਂ ਕੋਈ ਚੀਜ਼ਾਂ ਹੁੰਦੀਆਂ ਨਾ ਕਿ ਜਿਹੜੀ ਚੀਜ਼ ਨਾ ਹੋ ਪਾਏ, ਮੈਨੂੰ ਲੱਗਦਾ ਉਹਦੇ ਪਿੱਛੇ ਕੋਈ ਰੀਜ਼ਨ ਹੋਊਗਾ। ਮੈਂ ਤਾਂ ਉਹ ਸਾਈਨ ਨਹੀਂ ਸਮਝਦਾ ਜੀ ਪਰਮਾਤਮਾ ਦਾ, ਕਿ ਕੁਝ ਵਧੀਆ ਹੀ ਉਹਨੇ ਕੀਤਾ ਹੋਊਗਾ, ਬਹੁਤ ਜ਼ਰੂਰੀ ਕੀਤਾ ਹੋਊਗਾ। ਹਾਂ, ਜੇ ਤੁਸੀਂ ਤੁਹਾਡਾ ਮਾਂ ਪਿਓ ਕੀ ਚਾਹੁੰਦਾ, ਤੁਹਾਡਾ ਭਲੇ ਚਾਹੁੰਦਾ ਨਾ। ਇੱਕ ਦੁਨਿਆਵੀ ਮਾਂ ਪਿਓ, ਇੱਕ ਅਸਲ ਮਾਂ ਪਿਓ ਆ। ਆਤਮਾ ਤੇ ਉਹਦੇ ਨਾਲ ਹੀ ਕਨੈਕਟ ਆ ਨਾ। ਤੇ ਜੇ ਉਹਨੇ ਕਿਤੇ ਮਾਂ ਪਿਓ ਨੇ ਮੋੜਤਾ ਤੇ ਉਹ ਭਲੇ ਲਈ ਮੋੜਿਆ, ਜੇ ਪਰਮਾਤਮਾ ਨੇ ਕਿਤੇ ਮੋੜਿਆ ਤੇ ਭਲੇ ਲਈ ਮੋੜਿਆ। ਮੈਨੀਫੈਸਟ ਕਰਨਾ ਵਧੀਆ ਚੀਜ਼ ਹੈ, ਤੁਸੀਂ ਸੋਚਦੇ ਰਹੋ ਕਿ ਇਹ ਚੀਜ਼ ਹੋਣੀ ਚਾਹੀਦੀ ਹੈ, ਬਟ ਉਹਦੇ ਜੋ ਕਰੇ ਉਹ ਬਹੁਤ ਵਧੀਆ। ਹਾਂ ਬਿਲਕੁਲ, ਬਾਕੀ ਆਪਣੀ ਮਿਹਨਤ ਜਿਹੜੀ ਰੱਖਣੀ ਜ਼ਰੂਰੀ ਹੈ। ਸੋ ਥੋੜੀ ਲੰਬੀ ਕਨਵਰਸੇਸ਼ਨ ਚੱਲ ਗਈ, ਬਟ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਯੂਜੂਅਲ ਜੋ ਆਪਾਂ ਪਹਿਲੇ ਇੰਟਰਵਿਊਜ਼ ਕੀਤੀਆਂ ਉਹਦੇ ਵਿੱਚ ਜ਼ਿਆਦਾ ਤੁਹਾਡੇ ਕੰਮ ਦੀ ਗੱਲ ਕੀਤੀਆਂ ਹੋਈਆਂ ਹਨ। ਇਹਦੇ ਵਿੱਚ ਕੰਮ ਦੀ ਗੱਲ ਵੀ ਕੀਤੀ ਹੈ, ਬਟ ਲਾਈਫ ਦੇ ਬਹੁਤ ਇੰਪੋਰਟੈਂਟ ਜਿਹੜੇ ਪਾਰਟ ਹੈ, ਜਿਹੜੇ ਹਿੱਸੇ, ਉਹਨਾਂ ਬਾਰੇ ਵੀ ਗੱਲ ਕੀਤੀ ਹੈ। ਬਹੁਤ ਵਧੀਆ ਲੱਗਿਆ ਪਿੰਡ ਤੁਹਾਡੇ, ਕਿਉਂਕਿ ਨਵੇਂ ਪ੍ਰੋਜੈਕਟਸ ਆਉਂਦੇ ਹੀ ਰਹਿੰਦੇ ਆ। ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ। ਮੈਨੂੰ ਲੱਗਦਾ ਆਪਾਂ 2017 ਤੋਂ ਇੱਕ ਦੂਸਰੇ ਨੂੰ ਜਾਣਦੇ ਹਾਂ, 17 ਤੋਂ ਜਾਣਦੇ ਹਾਂ, 18 ਤੋਂ ਆਪਾਂ ਜਾਣਦੇ ਹਾਂ, ਹੈ ਨਾ। 18 ਦੇ ਵਿੱਚ ਪਹਿਲੀ ਇੰਟਰਵਿਊ, ਉਦੋਂ ਤੋਂ ਜਾਣਦੇ ਹਾਂ, ਔਰ ਮੈਂ ਤੁਹਾਨੂੰ ਬਹੁਤ ਗਰੋ ਹੁੰਦੇ ਵੇਖਿਆ, ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਯਾਰ ਜਿਸ ਇਨਸਾਨ ਨੂੰ ਤੁਸੀਂ ਸਟਾਰਟਿੰਗ ਡੇਜ਼ ਤੋਂ ਜਾਣਦੇ ਹੋ ਨਾ, ਉਹ ਗਰੋ ਕਰ ਰਹੇ ਆ, ਉਹਨਾਂ ਦਾ ਵਧੀਆ ਕੰਮ ਆ ਰਿਹਾ, ਲੋਕੀ ਐਪਰੀਸ਼ੀਏਟ ਕਰ ਰਹੇ, ਬਹੁਤ ਖੁਸ਼ੀ ਹੁੰਦੀ ਹੈ। ਆਈ ਵਿਸ਼ ਕਿ ਤੁਸੀਂ ਹਮੇਸ਼ਾ ਐਵੇਂ ਗਰੋ ਕਰਦੇ ਰਹੋ। ਧੰਨਵਾਦ ਜੀ ਤੁਹਾਡਾ ਵੀ, ਤੇ ਵੇਖਣ ਵਾਲਿਆਂ ਦਾ ਵੀ ਜੀ ਧੰਨਵਾਦ। ਅਗਲੀ ਵਾਰ ਫਿਰ ਅਸੀਂ ਬਹੁਤ ਸਮਝਦਾਰੀ ਵਾਲੀ ਗੱਲਾਂ ਕਰਾਂਗੇ, ਹੈ ਨਾ। ਜਦੋਂ ਨਵਾਂ ਕੁਝ ਆਏਗਾ, ਔਰ ਪਿੰਡਰ ਬੜੇ ਹਮੇਸ਼ਾ ਇਹ ਸੋਚਦੇ ਕਿ ਮੇਰਾ ਕੁਝ ਵਧੀਆ ਕੰਮ ਆਏਗਾ, ਮੈਂ ਉਦੋਂ ਹੀ ਇੰਟਰਵਿਊ ਕਰੂੰਗਾ, ਅਦਰਵਾਈਜ਼ ਮੈਂ ਜ਼ਿਆਦਾ ਨਹੀਂ ਰਹਿੰਦਾ ਇਸ ਚੀਜ਼ ਦੇ ਵਿੱਚ ਕਿ ਇੰਟਰਵਿਊ ਜ਼ਿਆਦਾ ਕਰਾਂ। ਹਾਂਜੀ, ਮਤਲਬ ਇਸ ਵਾਰੀ ਤਾਂ ਮੇਰਾ ਖੁਦ ਦਿਲ ਸੀਗਾ ਕਿ ਇਹਦੇ ਬਾਰੇ ਗੱਲ ਕੀਤੀ ਜਾਣੀ ਚਾਹੀਦੀ ਆ। ਤੇ ਪਤਾ ਕੀ, ਜੇ ਲੱਖਾਂ ਲੋਕ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਮਿਲਦੇ ਟੱਕਰਦੇ ਨੇ, ਤੇ ਲੱਖਾਂ 'ਚੋਂ ਮਤਲਬ ਤੁਸੀਂ ਕੋਈ ਇੱਥੇ ਸਮਾਜ ਸੁਧਾਰ ਦਾ ਕੋਈ ਉਹ ਨਹੀਂ ਹੈਗੇ ਹੋ, ਆਪਣੇ 'ਚ ਤੁਸੀਂ ਓਡੀ ਤਾਕਤ ਨਹੀਂ ਰੱਖਦੇ ਹੋ, ਪਰ ਸ਼ਾਇਦ ਕਿਸੇ ਇੱਕ ਗੱਲ ਤੋਂ ਵੀ ਕਿਸੇ ਨੂੰ ਇੱਕ ਕਲਿੱਕ ਵੀ ਮਿਲ ਸਕਦਾ ਤੇ ਉਹ ਗੱਲ ਨੂੰ ਬਦਲ ਸਕਦਾ, ਤੇ ਉਹਦੇ ਨਾਲ ਦੀ ਕੋਈ ਉਹ ਹੈ ਨਹੀਂ ਗੀ। ਤੁਸੀਂ ਵੀਡੀਓ ਦੇ ਰਾਹੀਂ ਆਪਣੀ ਇੱਕ ਟਰਾਈ ਕੀਤੀ ਹੈ ਕਿ ਮੇਰਾ ਇਹ ਆਸਪੈਕਟ ਹੈ ਇਸ ਚੀਜ਼ ਨੂੰ ਲੈ ਕੇ, ਠੀਕ ਹੈ, ਮੈਂ ਸੋਚਦਾ ਕਿ ਇਸ ਤਰ੍ਹਾਂ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ, ਬਟ ਰੀਅਲ ਲਾਈਫ ਦੇ ਵਿੱਚ ਤੁਹਾਡੀ ਇੱਦਾਂ ਦੀ ਇੱਛਾ ਹੈ ਕਿ ਯਾਰ ਮੈਂ ਕੁਝ ਇੱਦਾਂ ਦੇ NGOs ਵਗੈਰਾ ਚਲਾਵਾਂ, ਜਾਂ ਮੈਂ ਕੁਝ ਹੋਰ ਐਫਰਟਸ ਕਰਾਂ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ? ਮਤਲਬ ਉਹ ਨਾ ਇੱਕ ਫਿਲਮੀ ਅਗਰੈਸਿਵ ਵੇ 'ਚ ਦਿਖਾਇਆ ਗਿਆ। ਮੇਰੇ ਨਾਲ ਇੱਕ ਦੋਸਤ ਨੇ, ਉਹ
ਪੁਲਿਸ ਆਫੀਸਰ ਨੇ, ਉਹਨਾਂ ਦਾ ਬੜੇ ਪਿਆਰੇ ਨੇ, ਉਹ ਬੜੀ ਇਮਾਨਦਾਰੀ ਨਾਲ ਜੌਬ ਆਪਣੀ ਕਰਦੇ ਨੇ। ਤੇ ਉਹਨਾਂ ਦਾ ਮੈਨੂੰ ਕਾਲ ਆਇਆ, ਬੜੇ ਕਈ ਤਾਂ ਸਹਿਜ ਮਤੇ ਵਾਲੇ ਹੁੰਦੇ ਨੇ, ਕਹਿੰਦੇ ਪਿੰਡ ਸਾਹਿਬ ਬੜਾ ਵਧੀਆ ਲੱਗਿਆ ਤੁਹਾਡਾ ਉਹ ਦੇਖ ਕੇ। ਜਦ ਕਿ ਮੈਂ ਉਹ 'ਚ ਪ੍ਰਸ਼ਾਸਨ ਦਾ ਵੀ ਐਂਗਲ, ਉਹ ਐਂਡ ਤੇ ਡੀਐਸਪੀ ਨੂੰ ਇੱਕ ਐਪਰੀਸੀਏਸ਼ਨ ਸਮਾਈਲ ਹੀ ਦੇ ਰਿਹਾ, ਕਿਉਂਕਿ ਪੁਲਿਸ ਦੇ ਹੱਥਾਂ 'ਚ ਵੀ ਸਾਰਾ ਕੁਝ ਨਹੀਂ ਤੇ ਸਰਕਾਰ ਦੇ ਹੱਥਾਂ 'ਚ ਵੀ ਸਾਰਾ ਕੁਝ ਨਹੀਂ। ਪਰ ਜੇ ਇੱਕ ਬੱਚੇ ਦੇ ਮਾਂ ਪਿਓ ਦੇ ਹੱਥ 'ਚ ਹੀ ਉਹਦਾ ਸਾਰਾ ਕੁਝ ਨਹੀਂ ਹੈਗਾ ਤੇ ਸਰਕਾਰ ਦੇ ਹੱਥ 'ਚ ਤਾਂ ਕਿੱਦਾਂ ਹੋ ਸਕਦਾ। ਤੇ ਉਹ ਕਹਿੰਦੇ ਕਿ ਇਹ ਤੁਸੀਂ ਬੜਾ ਵਧੀਆ ਵਾ, ਪਰ ਇਹ ਥੋੜਾ ਅਗਰੈਸਿਵ ਆ, ਕਿ ਤੁਸੀਂ ਬਤੌਰ ਕਲਾਕਾਰ ਸਾਰੇ ਲੋਕ ਕੁਛ ਐਵੇਂ ਦਾ ਵੀ ਟਰਾਈ ਕਰੋ ਕਿ ਜਿਹੜਾ ਸੌਖੇ ਤਰੀਕੇ ਨਾਲ ਲੋਕਾਂ ਨੂੰ ਗੱਲ ਸਮਝ ਆ ਜੇ। ਸੋ ਉਹਦੇ 'ਚ ਇਹੀ ਕੋਸ਼ਿਸ਼ ਹੈ ਕਿ ਜਿੰਨਾ ਕੁ ਤੁਸੀਂ NGO ਕੱਲ੍ਹ ਦਾ ਪਤਾ ਨਹੀਂ, ਪਰ ਚੀਜ਼ਾਂ ਬੜੀਆਂ ਪਲਾਨ 'ਚ ਨੇ। ਖੈਰ NGO ਤਾਂ ਨਹੀਂ ਮੈਂ ਸੋਚ ਪਾਇਆ ਕਦੇ, ਕਿਉਂਕਿ ਮੈਂ ਜ਼ਿਆਦਾ ਸਿਸਟਮੈਟਿਕ ਹੈ ਨਹੀਂ, ਮੈਨੇਜਮੈਂਟ ਉੱਡੀ ਸਟਰੋਂਗ ਮੈਂ ਕਰ ਨਹੀਂ ਪਾਇਆ ਕਦੇ। ਪਰ ਮੈਨੂੰ ਲੱਗਦਾ ਕਿ ਮੈਨੂੰ ਜੇ 10 ਬੰਦੇ ਕਹਿਣਗੇ ਕਿ ਸਾਡਾ ਆਹ ਮਸਲਾ ਆ ਤੇ ਤੂੰ ਸਾਡੇ ਨਾਲ ਬਹਿ ਕੇ 10 ਮਿੰਟ ਗੱਲ ਕਰ, ਤੇ ਮੈਨੂੰ ਐਂ ਪਤਾ ਹੈ ਕਿ ਮੈਂ ਉਹਨਾਂ ਨੂੰ 10 ਮਿੰਟ ਲਾ ਕੇ ਕੁਛ ਨਾ ਕੁਛ ਉਹਨਾਂ ਨੂੰ ਸਹੀ ਰਸਤਾ ਦੱਸ ਸਕਦਾ। ਹਾਂਜੀ ਹਾਂ। ਸੋ ਉਹੋ ਜਿਹੀਆਂ ਮੇਰੀਆਂ ਕੋਸ਼ਿਸ਼ਾਂ ਹੈਗੀਆਂ ਨੇ ਜੀ, ਕਿ ਜੇ ਕਿਸੇ ਨੂੰ ਲੱਗੇ ਕਿ ਕੋਈ ਹੁਣ ਵੀ ਕਈ ਮੁੰਡੇ ਜਿਹੜੇ ਮਤਲਬ ਨਵੇਂ ਲੱਗੇ ਹੁੰਦੇ ਨੇ, ਕਿਸੇ ਨੂੰ ਲੱਗਦਾ ਕਿ ਵੀਰੇ ਕੁਛ ਨਹੀਂ ਹੋਣਾ ਲੱਗਦਾ, ਜਾਂ ਉਹਨਾਂ ਮੈਨੂੰ ਹੁੰਦਾ ਕਿ ਜਿੰਨਾ ਕਿ ਮੈਂ ਤੈਨੂੰ ਟਾਈਮ ਦੇ ਸਕਾਂ, ਜਿੰਨੀ ਕਿ ਆਪਣੀ એનર્ਜੀ ਤੇਰੇ ਨਾਲ ਲਾ ਸਕਾਂ, ਕੋਸ਼ਿਸ਼ ਕਰਦਾ ਰਹਿੰਦਾ ਕਿ ਐਂ ਵੀ ਹੋ ਸਕਦਾ, ਉਹ ਵੀ ਹੋ ਸਕਦਾ। ਕਿਸੇ ਲਈ ਚੀਜ਼ਾਂ ਕੰਮ ਵੀ ਕਰ ਜਾਂਦੀਆਂ ਨੇ। ਰੀਜ਼ਨ ਕਈ ਵਾਰ ਇਹ ਨਸ਼ਿਸ਼ ਕਰਨ ਦਾ ਮੈਨੂੰ ਲੱਗਦਾ ਡਿਪਰੈਸ਼ਨ ਜ਼ਿਆਦਾ ਹੁੰਦਾ ਹੈ ਨਾ, ਕਿ ਕਈ ਵਾਰ ਡਿਪਰੈਸ਼ਨ 'ਚ ਬਹੁਤ ਬੰਦਾ, ਇੱਕ ਬੱਚਾ ਹੁੰਦਾ ਹੈ ਖਾਸ ਕਰ ਟੀਨੇਜ ਦੇ ਵਿੱਚ, ਤੇ ਉਹ ਗਲਤ ਪਾਸੇ ਲੱਗ ਜਾਂਦਾ ਉਦੋਂ। ਉਹਨੂੰ ਸਮਝਾਉਣਾ ਜ਼ਰੂਰੀ ਹੈ। ਪੰਜਾਬ ਦੇ ਜ਼ਿਆਦਾ ਤੇ ਪਿੰਡਾਂ ਦੇ ਮੁੰਡੇ ਕਰਦੇ ਨੇ, ਪੰਜਾਬ ਦੇ ਪਿੰਡਾਂ 'ਚ ਕੋਈ ਏਡਾ ਡਿਪਰੈਸ਼ਨ ਹੈ ਨਹੀਂ। ਜੇ ਆਪਾਂ ਖੁਦ ਪੈਦਾ ਕਰੀ ਜਾ ਰਹੇ ਹਾਂ ਤੇ ਉਹ ਆਪਣੀ ਮਰਜ਼ੀ ਹੈ। ਹਾਂ, ਜੇ ਹੁਣ ਜੇ ਕਿਸੇ ਕੋਲ 5 ਕਿੱਲੇ ਥਾਂ ਹੈਗਾ ਆ ਤੇ ਉਹਦੀ ਜੇ ਹੁਣ ਉਹਦੇ 'ਚੋਂ ਦੇਖੋ, ਇੱਕ ਬੈਂਕ ਵਾਲਾ ਵੀ ਦਿਹਾੜੀ 'ਚ 12 ਘੰਟੇ ਜੌਬ ਕਰਦਾ ਹੈ ਨਾ, ਤੁਸੀਂ ਜਾਂ ਮਤਲਬ ਹਰ ਵਰਗ 8 ਤੋਂ 12 ਘੰਟੇ ਦਾ ਕੰਮ ਕਰ ਰਿਹਾ। ਜੋ 12 ਘੰਟੇ ਆਪਣੇ ਕੰਮ 'ਚ ਬਿਜ਼ੀ, ਤੇ ਉਹਦੇ 12 ਘੰਟੇ ਹੋਰ ਬਹੁਤ ਕੰਮ ਨੇ। ਹੁਣ ਜਿਹੜਾ ਦਿਹਾੜੀ 'ਚ ਕੰਮ ਹੀ 2-2.5 ਘੰਟੇ ਕਰ ਰਿਹਾ, ਕਿ ਸਵੇਰੇ ਪੱਠੇ ਪਾ ਕੇ ਮੱਝਾਂ ਚੋਲੀਆਂ, ਸ਼ਾਮੀ ਚੋਲੀਆਂ, ਦੁਪਹਿਰੇ ਇੱਕ ਵਾਰੀ ਖੇਤ, ਉਹ ਤੇ ਕੰਮ ਹੀ 2-3 ਘੰਟੇ ਕਰ ਰਿਹਾ ਨਾ। ਹੁਣ ਬਾਕੀ ਟਾਈਮ ਤੇ ਉਹਨੇ ਓਵਰ ਥਿੰਕਿੰਗ ਹੀ ਕਰਨੀ ਆ। ਜਦੋਂ ਓਵਰ ਥਿੰਕਿੰਗ 'ਚ ਉਹਦੇ ਨੈਗੇਟਿਵ ਵੱਧ ਹੋਣਾ ਤੇ ਉਹਨੇ ਡਿਪਰੈਸ਼ਨ ਹੀ ਪੈਦਾ ਖੁਦ ਕਰ ਲੈਣਾ ਨਾ। ਉਹਦੇ 'ਚ ਤੇ ਹੁਣ ਕਿਸੇ ਦਾ ਕਸੂਰ ਨਹੀਂ। ਉਸ ਪ੍ਰੋਸੈਸ ਨੂੰ ਸਮਝਣ ਕਿ ਹੁਣ ਕਈ ਉਹ ਵੀ ਨੇ ਜਿਹੜੇ ਆਪਣੇ ਥੋੜ੍ਹੀ ਜਿਹੀ ਥਾਂ ਤੋਂ ਵੀ ਕਰੋੜਾਂ ਦੀ ਖੇਤੀ ਕਰ ਰਹੇ ਨੇ। ਹੁਣ ਉਹ ਆਪਣੇ ਵਿਹਲੇ ਟਾਈਮ ਨੂੰ ਓਵਰ ਥਿੰਕਿੰਗ 'ਚ ਨਹੀਂ ਲਾ ਰਹੇ, ਕਿਸੇ ਪ੍ਰੋਸੈਸ 'ਚ ਲਾ ਰਹੇ ਨੇ ਵਧੀਆ ਤਰੀਕੇ ਨਾਲ। ਸੋ ਉਹ ਤੇ ਆਪਣਾ ਪੈਦਾ ਕੀਤਾ ਹੈ ਜੀ। ਇਸ ਮਾਈਂਡ ਨੂੰ ਕਿੱਥੇ ਲਗਾਉਣਾ ਹੈ ਜੀ, ਹਾਂ, ਉਹ ਤੁਹਾਡੇ ਤੇ ਹੈ ਜੀ। ਜੇ ਨਹੀਂ ਕਰ ਪਾ ਰਹੇ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੋ, ਅੱਜ ਨਹੀਂ ਕੱਲ ਕਦੇ ਤਾਂ ਸਮਝ ਕੇ ਰਾਹ ਤਾਂ ਮਿਲ ਜੂ ਜੀ। ਕਿਉਂਕਿ ਤੁਸੀਂ ਮੇਰਾ ਜ਼ਿੰਦਗੀ ਦਾ ਇਹ ਮੰਨਣਾ ਵਾ, ਕਿਤੇ ਵੀ ਤੁਸੀਂ ਹੋ ਨਾ, ਤੁਸੀਂ ਪ੍ਰੈਕਟੀਕਲੀ ਇੱਕ ਕਿਸੇ ਵੀ ਕਮਰੇ 'ਚ ਬਹਿ ਕੇ ਦੇਖ ਲਓ, ਇੱਕ ਦਰਵਾਜ਼ਾ ਨਹੀਂ, ਉਹਦੇ ਪਿੱਛੇ ਕੋਈ ਨਾ ਕੋਈ ਰਾਹ ਹੋਰ ਹੋਊਗਾ ਜਿਹੜਾ ਤੁਸੀਂ ਜਿੱਥੋਂ ਨਿਕਲ ਸਕਦੇ ਹੋ। ਹੁਣ ਆਪਾਂ ਇਸ ਕਮਰੇ 'ਚ ਵੀ ਬੈਠੇ, ਇੱਥੇ 3 ਦਰਵਾਜ਼ੇ ਨੇ, ਇੱਕ ਬੰਦ ਦਿਖੂਗਾ ਤਾਂ ਦੂਜੇ ਤੇ ਨਜ਼ਰ ਤਾਂ ਮਾਰੋ। ਜਦੋਂ ਤੁਸੀਂ ਕੋਸ਼ਿਸ਼ ਹੀ ਨਹੀਂ ਕਰ ਰਹੇ ਉਸ ਚੀਜ਼ ਨੂੰ ਵੇਖਣ ਦੀ, ਸਮਝਣ ਦੀ, ਫਿਰ ਹੋ ਹੀ ਨਹੀਂ ਸਕਦਾ। ਹੁਣ ਕੰਧ ਵਾਲ ਮੂੰਹ ਕਰਕੇ ਰੋਈ ਜਾਓਗੇ ਤੇ ਰੋਗੇ ਸਨਿਫ ਕਰ ਲੋਗੇ ਤੇ ਫਿਰ ਕਿਸੇ ਦਾ ਕਸੂਰ ਥੋੜੀ ਆ। ਘੁੰਮ ਕੇ ਤਾਂ ਦੇਖੋ, ਕਈ ਵਾਰੀ ਇੱਕ ਕਮਰੇ 'ਚ ਖੜੇ ਹੋਈਦਾ, ਇੱਧਰ ਕੰਧ ਹੁੰਦੀ, ਦੂਜੇ ਪਾਸੇ ਪੂਰਾ ਆਸਮਾਨ ਦਿਖ ਰਿਹਾ ਹੁੰਦਾ। ਹੁਣ ਉਹ ਆਸਮਾਨ ਵੀ ਤਾਂ ਤੁਹਾਡੇ ਲਈ ਆ, ਤੁਸੀਂ ਸਮਝੋ। ਤੁਸੀਂ ਹੁਣ ਸਾਰਾ ਆਪਣਾ ਨਜ਼ਰੀਆ ਜੀ। ਹਾਂ ਬਿਲਕੁਲ। ਥੈਂਕ ਯੂ ਸੋ ਮਚ ਪਿੰਡਰ, ਤੁਸੀਂ ਆਏ ਇੱਥੇ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਐਂਡ ਵਿਸ਼ ਯੂ ਗੁੱਡ ਲੱਕ ਤੁਹਾਡੇ ਆਉਣ ਵਾਲੇ ਜਿੰਨੇ ਵੀ ਪ੍ਰੋਜੈਕਟਸ ਹੈ। ਐਂਡ ਵੀ ਹੋਪ ਕਿ ਹੋਰ ਵੀ ਜਿੱਦਾਂ ਅੱਗੇ ਆਉਣਗੇ ਤੁਹਾਡੇ ਜਿਹੜੇ ਗੀਤ ਆਉਣਗੇ, ਚਾਹੇ ਗਾਏ ਆਉਣਗੇ, ਹੈ ਨਾ, ਚਾਹੇ ਤੁਸੀਂ ਡਾਇਰੈਕਟ ਕਰੋਗੇ, ਚਾਹੇ ਲਿਖੇ ਹੋਣਗੇ, ਤੁਸੀਂ ਬਹੁਤ ਵਧੀਆ ਕਰੋ। ਜਿਗਰਾ ਵਰਗੇ ਹੋਣ ਕਿ ਇਦਾਂ ਦੀ ਚੀਜ਼ਾਂ ਵਿੱਚ ਜ਼ਰੂਰੀ ਹੁੰਦੀਆਂ ਕਰਨੀਆਂ ਹੈ। ਉਹੋ ਜਿਹੇ ਲਿਰਿਕਸ ਤੇ ਉਹੋ ਜਿਹੇ ਗਾਣੇ ਮਿਲਦੇ ਰਹਿਣ ਤੇ ਜ਼ਰੂਰ ਕਰਦੇ ਰਹੋ। ਅਸੀਂ ਤਾਂ ਇਹੀ ਚਾਹੁੰਦੇ ਹਾਂ ਨਾ। ਮੈਂ ਤਾਂ ਜਿਹੜੇ ਕਲਾਕਾਰਾਂ ਨਾਲ ਵਧੀਆ ਪਿਆਰ ਆ ਉਹਨਾਂ ਨੂੰ ਇਹ ਕਹਿੰਦਾ ਕਿ ਵੀਰੇ ਕੁਛ ਇਹੋ ਜਿਹਾ ਦਊਗੀ ਜੇ ਤੇ ਅਸੀਂ ਵੀ ਆਪਣਾ ਕੁਛ ਵਧੀਆ ਐਫਰਟ ਲਾ ਸਕੀਏ, ਹੈ ਨਾ। ਕਿਉਂਕਿ ਕਈ ਕੰਮਾਂ ਨੂੰ ਮਿੰਟ 'ਚ ਲੋਕ ਜੱਜ ਕਰ ਦਿੰਦੇ ਨੇ, ਤੁਸੀਂ ਇਹ ਚਾਹ ਦਿਖਾਤਾ, ਉੱਚ ਦਿਖਾਤਾ। ਹੁਣ ਮੌਕਾ ਤਾਂ ਦਿਓ ਉਹ ਚੀਜ਼ ਦਿਖਾਉਣ ਦਾ, ਅਸੀਂ ਤਾਂ ਜ਼ਰੂਰ ਦਿਖਾਵਾਂਗੇ ਤੇ ਦੇਖਣ ਨੂੰ ਵੀ ਰੈਡੀ ਹੋ ਜਾਓ। ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ ਨਾ। ਮਿਹਨਤ ਕੀਤੀ ਹੈ ਤੇ ਦੇਖਣ ਵਾਲੇ ਵੀ ਹੋਣੇ ਚਾਹੀਦੇ। ਹੁਣ ਇਹਦੇ ਥੱਲੇ ਬਹੁਤ ਕਮੈਂਟ ਨੇ ਕਿ ਜਸਵਿੰਦਰ ਭੈਣ ਜੀ ਲਈ ਜਾਂ ਸਿਮਰਤਾਂ ਦੇ ਲਈ ਹੋਣਾ ਵਾਸਤੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਤੁਸੀਂ ਹੁਣ ਉਹ ਜਿਹੜੀ ਐਪਰੀਸੀਏਸ਼ਨ ਹੈ ਉਹ ਸਾਰਿਆਂ ਲਈ ਆ ਰਹੀ ਹੈ ਨਾ। ਉਹ ਜੇ ਤੁਸੀਂ ਉਹ ਕਹਿ ਰਹੇ ਹੋ, ਤੁਸੀਂ ਦੇਖ ਰਹੇ ਹੋ ਤਾਂ ਕਹਿ ਰਹੇ ਹੋ। ਹੁਣ ਅੱਗੇ ਇੱਦਾਂ ਹੀ ਆਰਟਿਸਟ ਨੂੰ ਹੋਰ ਉਸ ਚੀਜ਼ ਲਈ ਮੋਟੀਵੇਸ਼ਨ ਮਿਲੂਗੀ ਤੇ ਅੱਗੇ ਕਰੂਗਾ ਤੇ ਅਗਲੀ ਟੀਮ ਵੀ ਇਹ ਚੀਜ਼ਾਂ ਕਰੂਗੀ। ਬਿਲਕੁਲ। ਥੈਂਕ ਯੂ ਸੋ ਮਚ ਪਿੰਡਰ। ਥੈਂਕ ਯੂ ਸੋ ਮਚ। ਸੋ ਇਸ ਨਾਲ ਸਾਡੇ ਨਾਲ ਪਿੰਡਰ ਬੁਰਜ ਔਰ ਜਿਗਰਾ ਗੀਤ ਇਹਨਾਂ ਦਾ ਜਿਹੜਾ ਹੈ ਡਾਇਰੈਕਟ ਕੀਤਾ ਹੋਇਆ ਜਸਵਿੰਦਰ ਬਰਾੜ ਹੋਣਾ ਦੀ ਆਵਾਜ਼ ਦੇ ਵਿੱਚ, ਸਿਮਰਨ ਆਦਲੀ ਨੇ ਗਾਇਆ ਵੀ ਔਰ ਉਹਨੂੰ ਲਿਖਿਆ ਵੀ ਹੈਗਾ। ਸੋ ਰਿਲੀਜ਼ ਹੋਇਆ, ਅੱਛਾ ਰਿਸਪੌਂਸ ਮਿਲ ਰਿਹਾ ਹੈ, ਵੀਡੀਓ ਬਹੁਤ ਵਧੀਆ ਹੈ। ਉਹ ਗੀਤ ਸਿਰਫ ਸੁਣਨ ਵਾਲਾ ਨਹੀਂ ਹੈ, ਉਹ ਵੇਖਣ ਵਾਲਾ ਗੀਤ ਹੈ, ਕਿਉਂਕਿ ਕਨਸੈਪਟ ਜਿਹੜਾ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਮਜ਼ਾ ਆਏਗਾ ਵੇਖ ਕੇ, ਔਰ ਤੁਹਾਨੂੰ ਵਧੀਆ ਲੱਗੇਗਾ, ਔਰ ਤੁਸੀਂ ਕੁਝ ਸਿੱਖੋਗੇ ਵੀ, ਔਰ ਤੁਹਾਨੂੰ ਇਹ ਵੀ ਹੋਏਗਾ ਕਿ ਅਸੀਂ ਜਿਹੜੀ ਚੀਜ਼ ਤੋਂ ਭੱਜਣਾ ਹੈ ਜਾਂ ਫਿਰ ਜਿਹੜੀ ਚੀਜ਼ ਨਹੀਂ ਕਰਨੀ ਹੈ, ਕਿਉਂਕਿ ਉਹਦੇ ਰਿਜ਼ਲਟਸ ਬਹੁਤ ਬੁਰੇ ਹੁੰਦੇ ਆ ਕਈ ਵਾਰ। ਸੋ ਵਧੀਆ ਗੀਤ ਹੈ, ਐਪਰੀਸ਼ੀਏਟ ਕਰੋ ਉਸ ਚੀਜ਼ ਨੂੰ। ਪਿੰਡਰ ਹੋਣਾ ਦੇ ਕੰਮ ਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਰਹੋ, ਬਹੁਤ ਅੱਛਾ ਕੰਮ ਕਰ ਰਹੇ ਨੇ। ਐਂਡ ਵੀ ਹੋਪ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਰ ਦੇ ਨਾਲ ਹੋਰ ਗੱਲਾਂ ਬਾਤਾਂ ਹੋਣਗੀਆਂ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਸੋ ਮਚ। ਅਗਲੀ ਵਾਰ ਮਿਲਦੇ ਹਾਂ।